ਸਿੱਖਾਂ ਦੇ ਕੋਲੇ ਇੱਕ ਖਾਸ ਚੀਜ਼ ਆ ਜਿਹੜੀ ਸਾਨੂੰ ਵੀ ਓਨੈਸਟਲੀ ਸਮਝ ਨਹੀਂ ਸੀ। ਜੇ ਲੀਡਰ ਹੁੰਦਾ, ਕੌਮ ਨੂੰ ਲੀਡਰ ਚਾਹੀਦਾ, ਜਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਜਾਂ ਲੱਖਾ ਸਢਾਣਾ ਹੋਊਗਾ ਜਾਂ ਕੱਲ ਨੂੰ ਹੋਰ ਵੀਰ ਭੈਣ ਹੋਣਗੇ, ਉਹਨਾਂ ਦੇ ਪਿੱਛੇ ਕੌਣ ਕੰਮ ਕਰਦਾ? ਭਾਈ ਮਰਦਾਨੇ ਨੂੰ ਲੈ ਤੁਰਿਆ ਸੀ ਨਾਲ, 2 ਜਣੇ ਹੀ ਸੀਗੇ। ਅੱਜ 28 ਮਿਲੀਅਨ ਸਿੱਖਾਂ ਧਰਤੀ ਤੇ। ਮੇਰੇ ਵਰਗਿਆਂ ਨੂੰ 84 ਦੇ ਵਿੱਚ 10 ਗੁਰੂਆਂ ਦੇ ਨਾਂ ਨਹੀਂ ਸੀ ਪਤਾ, ਮੈਨੂੰ ਕੁਛ ਨਹੀਂ ਸੀ ਪਤਾ। ਉਹ ਕਹਿੰਦਾ ਵੀਰੇ ਜ਼ਿੰਦਗੀ 'ਚ ਪਹਿਲੀ ਵਾਰ ਯਾਰ ਐਂ ਲੱਗਦਾ ਮੈਂ ਜ਼ਿੰਦਗੀ ਕੋਈ ਵਰਥਵਾਈਲ ਕੰਮ ਕੀਤਾ। ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜਦੋਂ ਵੀ ਅਕਤੂਬਰ ਖਤਮ ਹੋਣ ਲੱਗਦਾ ਤੇ ਨਵੰਬਰ ਸ਼ੁਰੂ ਹੁੰਦਾ ਤਾਂ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਅੰਦਰ ਇੱਕ ਵੱਖਰੇ ਤਰ੍ਹਾਂ ਜਿਹੜੀ ਚੀਜ਼ ਆ ਉਹ ਪੈਦਾ ਹੋ ਜਾਂਦੀ ਆ ਅਤੇ ਉਹਨੂੰ ਬਿਆਨਣ ਦਾ ਜਿਹੜਾ ਤਰੀਕਾ ਆ ਉਹ ਵੱਖੋ ਵੱਖਰਾ ਹੁੰਦਾ ਆ। ਤੇ ਪਰ ਜਿਹੜਾ ਦਰਦ ਆ ਉਹ ਇੱਕੋ ਹੀ ਹੁੰਦਾ ਕਿ 1984 ਦੇ ਵਿੱਚ ਜਿਹੜਾ ਦਿੱਲੀ ਵਿੱਚ ਇੱਕ ਕਤਲੇਆਮ ਹੋਇਆ ਸੀ ਤੇ ਜਿਹੜਾ ਖੂਨ ਆ ਬੇਕਸੂਰਾਂ ਦਾ ਉਹ ਡੁੱਲਿਆ ਸੀ, ਉਹਨੂੰ ਯਾਦ ਕਰਦਿਆਂ ਬਹੁਤ ਸਾਰੇ ਸਿੱਖਾਂ ਵੱਲੋਂ ਤਰ੍ਹਾਂ ਤਰ੍ਹਾਂ ਜਿਹੜੇ ਤਰੀਕੇ ਅਪਣਾਏ ਗਏ ਆ। ਤੇ ਇਸੇ ਲੜੀ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਸਿੱਖ ਨੇਸ਼ਨ ਵੱਲੋਂ ਇੱਕ ਮੁਹਿੰਮ ਜਿਹੜੀ ਚੱਲਦੀ ਹੈ, ਜਿਹਦੇ ਵਿੱਚ ਇਸ ਜਿਹੜੇ ਲੋਕ ਇੱਥੇ ਵਿਕਟਮ ਬਣੇ ਸੀ, ਪੀੜਤ ਸੀਗੇ, ਉਹਨਾਂ ਦੀ ਯਾਦ ਵਿੱਚ ਖੂਨਦਾਨ ਕੀਤਾ ਜਾਂਦਾ। ਜਿਸ ਦਿਨ ਲੋਕਾਂ ਦੀਆਂ ਜਾਨਾਂ ਲਈਆਂ ਗਈਆਂ ਸੀ, ਉਦੋਂ ਜ਼ਿੰਦਗੀ ਦੇਣ ਦਾ ਜਿਹੜਾ ਇੱਕ ਤਰੀਕਾ ਉਹ ਅਪਣਾਇਆ ਗਿਆ। ਹਾਲਾਂਕਿ ਇਹ ਕੰਪੇਨ ਦੇ ਵਿੱਚ ਜਿਹੜੇ ਕੁਝ ਵਲੰਟੀਅਰ ਹੈ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਇਸ ਵਕਤ ਸਾਡੇ ਨਾਲ ਡਾਕਟਰ ਬਰਜਿੰਦਰ ਸਿੰਘ ਨੇ, ਜੋ ਹਾਲਾਂਕਿ ਜਦੋਂ ਤੋਂ ਇਹ ਕੰਪੇਨ ਸ਼ੁਰੂ ਹੋਈ ਆ ਨਾਲ ਜੁੜੇ ਹੋਏ ਨੇ, ਪਰ ਅਸੀਂ ਉਹਨਾਂ ਨੂੰ ਕੋਈ ਅਹੁਦੇਦਾਰ ਨਹੀਂ ਕਹਿ ਸਕਦੇ ਕਿਉਂਕਿ ਇਹ ਕੰਪੇਨ ਜਿਹੜੀ ਆ ਨਰੋਲ ਇੱਕ ਤਰ੍ਹਾਂ ਨਾਲ ਸਿੱਖ ਨੇਸ਼ਨ ਦੀ ਆ, ਸਿੱਖ ਕੌਮ ਦੀ ਆ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੇ ਸੇਵਾਦਾਰ ਜਾਂ ਵਲੰਟੀਅਰ ਨੇ ਉਹ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਬਰਜਿੰਦਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਟੀਵੀ ਪੰਜਾਬ ਤੇ। ਮਨਦੀਪ ਸਿੰਘ ਜੀ, ਬਹੁਤ ਹੀ ਮਿਹਰਬਾਨੀ। ਖਾਸ ਕਰਕੇ ਤੁਹਾਡਾ ਜਿਹੜਾ ਅਸਲੀ ਨਰੇਟਿਵ ਆ, ਜਿਹੜਾ ਇਹਦਾ ਸੀ, ਉਹ ਬਹੁਤ ਘੱਟ ਲੋਕ ਫੜਦੇ ਨੇ ਜੀ। ਖਾਸ ਕਰਕੇ ਜਰਨਲਿਜ਼ਮ ਦੇ ਵਿੱਚ ਨਾ ਇਸ ਚੀਜ਼ ਨੂੰ ਫੜ ਨਹੀਂ ਰਹੇ। ਆ ਜਿਹੜਾ ਤੁਸੀਂ ਤਰਜਮਾਨੀ ਕੀਤੀ ਆ, ਹਿਰਦੇ 'ਚ ਠੰਡ ਪਾਤੀ ਰੀਅਲੀ। ਅਸਲ ਦੇ ਵਿੱਚ ਜਦੋਂ ਸ਼ੁਰੂਆਤ ਦੇ ਵਿੱਚ ਮੈਂ ਵੀ ਕਵਰੇਜ ਕਰਨੀ ਸ਼ੁਰੂ ਕੀਤੀ ਤਾਂ ਸਮਝ ਮੈਨੂੰ ਨਹੀਂ ਲੱਗੀ ਸੀ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਆਪਾਂ ਇਹਦੇ ਤੇ ਵੀ ਆਵਾਂਗੇ ਕਿ ਕਿਉਂ ਨਹੀਂ ਪਕੜ 'ਚ ਆ ਰਹੀ ਸੀ, ਪਰ ਪਹਿਲਾਂ ਮੈਂ ਇਹ ਚਾਹੁੰਦਾ ਕਿ ਜਿਵੇਂ ਕਿ ਸ਼ੁਰੂਆਤ 'ਚ ਗੱਲ ਕੀਤੀ ਕਿ ਦੁਨੀਆ ਦੇ ਇਤਿਹਾਸ 'ਚ ਬਹੁਤ ਸਾਰੀਆਂ ਕੌਮਾਂ ਦੀ ਨਸਲਕੁਸ਼ੀ ਹੋਈ ਆ, ਹਾਲੇ ਵੀ ਹੋ ਰਹੀ ਆ। ਨਸਲਕੁਸ਼ੀ ਕਰਨ ਦੇ ਤਰੀਕੇ ਉਹੀ 2-4 ਆ। ਸਰੀਰਾਂ ਨੂੰ ਕਤਲ ਕੀਤਾ ਜਾਂਦਾ, ਉਹਨਾਂ ਨੂੰ ਸੱਭਿਆਚਾਰ ਨਾਲ ਤੋੜਿਆ ਜਾਂਦਾ, ਉਹਨਾਂ ਦੇ ਸਰੋਤ ਕਬਜ਼ੇ 'ਚ ਲਏ ਜਾਂਦੇ ਆ। ਪਰ ਜਿਹੜੇ ਵਾਪਸ ਕੌਮ ਜਦੋਂ ਉਹਨਾਂ ਲੜਦੀ ਆ, ਉਹਦੇ ਤਰੀਕੇ ਬਹੁਤ ਜ਼ਿਆਦਾ ਆ। ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਪੀੜਤ ਬਣ ਕੇ ਸਿੰਪਥੀ ਲੈਣਾ, ਹਮਦਰਦੀ ਲੈਣਾ, ਇਹ ਇੱਕ ਸਹੀ ਰਾਹ ਆ ਜਾਂ ਆਹ ਤਰੀਕਾ ਠੀਕ ਆ, ਜਾਂ ਇਹ ਕਿਵੇਂ ਚੁਣਿਆ ਜਾ ਸਕਦਾ? ਵੀਰ ਜੀ, ਬਿਲਕੁਲ ਤੁਸੀਂ ਆ ਨੁਕਤਾ ਕਿਹਾ ਵੀ ਕਈ ਤਰੀਕੇ ਨੇ, ਜਾਣੀ ਉਹਨਾਂ 'ਚ ਉੱਭਰਨ ਦੇ ਕਈ ਤਰੀਕੇ ਨੇ, ਲੋਕ ਅਪਣਾਉਂਦੇ ਨੇ ਜੀ। ਕਾਮਨ ਜਿਹਾ ਇੱਕ ਹੈਗਾ, ਜਦੋਂ ਲੋਕਾਂ ਦੇ ਉੱਤੇ ਕੋਈ ਇਹੋ ਜਿਹਾ ਅਤਿਆਚਾਰ ਹੁੰਦਾ, ਉਹਦੇ ਸਭ ਤੋਂ ਵੱਡਾ ਤਾਂ ਸ਼ੌਕ ਲੱਗਦਾ। ਸ਼ੌਕ ਲੱਗਣ ਤੋਂ ਬਾਅਦ ਉਦਾਸੀ ਆਉਂਦੀ ਆ, ਗੁੱਸਾ ਆਉਂਦਾ ਬਹੁਤ ਜ਼ਿਆਦਾ ਜੀ। ਉਹਦੇ ਵਿੱਚੋਂ ਜਿਹੜੇ ਤਕੜੇ ਲੋਕ ਨੇ, ਜਿਨ੍ਹਾਂ ਦੇ ਨਾਲ ਕੋਈ ਬਹੁਤ ਦੇਸ਼ ਖੜੇ ਹੁੰਦੇ ਆ ਜਾਂ ਉਹ ਆਪਦੀ ਬਹੁਤ ਤਾਕਤ ਹੁੰਦੀ ਆ, ਉਹ ਕਈ ਵਾਰ ਵਾਇਲੈਂਸ ਦੇ ਰੂਪ ਦੇ ਵਿੱਚ ਵੀ ਕਰਦੇ ਆ ਜੀ। ਤੇ ਕਈ ਜਿਹੜਾ ਤੁਸੀਂ ਦੱਸਿਆ, ਕਈ ਵਿਚਾਰੇ ਜਿਹੜੇ ਕਮਜ਼ੋਰ ਹੁੰਦੇ ਆ, ਉਹ ਵਿਕਟਮ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਦੇ ਆ, ਰੋਂਦੇ ਆ, ਬਹੁਤ ਲੰਮੇ ਸਮੇਂ ਤੇ ਰੋਂਦੇ ਨੇ ਜੀ। ਜੇ ਮਨੁੱਖ ਦੇ ਤੌਰ ਤੇ ਆਪਾਂ ਸੋਚੀਏ, ਸ਼ਾਇਦ ਸਾਰੀ ਸਿੱਖ ਕੌਮ ਵੀ ਇਸ ਤਰੀਕੇ ਨਾਲ ਹੀ ਕਰ ਰਹੀ ਹੁੰਦੀ ਜੀ। ਇਹ ਦੋਨੇ ਚੀਜ਼ਾਂ ਸਿੱਖਾਂ ਦੇ ਕੋਲੇ ਇੱਕ ਖਾਸ ਚੀਜ਼ ਆ ਜਿਹੜੀ ਸਾਨੂੰ ਵੀ ਓਨੈਸਟਲੀ ਸਮਝ ਨਹੀਂ ਸੀ। ਇਹ ਸਾਨੂੰ ਇਸ ਪੈਂਡੇ ਦੇ ਉੱਤੇ ਚੱਲ ਕੇ ਪਤਾ ਲੱਗ ਰਿਹਾ ਜੀ। ਉਦੋਂ ਸਾਨੂੰ ਐ ਲੱਗਦਾ ਸੀ ਕੁਛ ਵੀਰ ਨੇ, ਭੈਣਾਂ ਨੇ ਇਕੱਠੇ ਹੋਏ, ਉਹਨਾਂ ਨੇ ਵਿਉਂਤ ਬਣਾਈ, ਐ ਕਰਕੇ ਆਪਾਂ ਬਲੱਡ ਦੇਵਾਂਗੇ, ਲੋਕਾਂ ਦੀਆਂ ਜਾਨਾਂ ਬਚਾਵਾਂਗੇ ਜੀ। ਪਰ ਨਹੀਂ, ਜਦੋਂ ਦੇਖਿਆ ਉਹਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਦਾ, ਜਦੋਂ ਤੁਸੀਂ ਉਹ ਵੀਰ ਭੈਣਾਂ ਡੋਨਰਾਂ ਨੂੰ ਫੀਲ ਕਰਦੇ, ਉਹਨਾਂ ਦੀ ਨਬਜ਼ ਟੋਹਨੇ ਆ, ਉਹ ਤੁਹਾਡੇ ਨਾਲ ਗੱਲ ਕਰਦੇ ਆ ਜੀ, ਉਹ ਤੁਹਾਨੂੰ 22 ਸਾਲਾਂ 'ਚ ਕੋਈ ਸਿਖਾਉਂਦੇ ਆ, ਉਹ ਕੀ ਆ ਜੀ। ਆਪਣੇ ਪਾਸੇ ਜਿਹੜੇ ਗੁਰੂ ਪਾਤਸ਼ਾਹ ਨੇ 239 ਸਾਲ ਦੀ ਇੱਥੇ ਧਰਤੀ ਦੇ ਉੱਤੇ ਸਰੋਂ ਜਮਾਈ ਹੋਈ ਆ ਨਾ, ਉਹ ਬਹੁਤ ਵੱਡੀ ਚੀਜ਼ ਆ ਜੀ। ਉਹ ਤੁਹਾਡੇ ਵਿੱਚ ਇੱਕ ਰੂਹ ਫੂਕੀ ਹੋਈ ਆ, ਜਿਹਦੇ ਵਿੱਚ ਇਹ ਚੀਜ਼ਾਂ, ਜਿਵੇਂ ਆਪਾਂ ਨੂੰ ਕਈ ਵਾਰ ਕਹਿੰਦੇ ਬੜਾ ਚੰਗਾ ਕੰਮ ਆ ਜੀ ਜੀ, ਉਹ ਕਹਿੰਦਾ ਗੁਰੂ ਪਾਤਸ਼ਾਹ ਤਾਂ ਤੁਹਾਨੂੰ ਅਲਾਓ ਹੀ ਨਹੀਂ ਕਰਦੇ ਦੂਜਾ ਕੰਮ ਕਰਨਾ ਜੀ। ਜਦੋਂ ਤੁਸੀਂ ਉਹਦਾ, ਤੁਹਾਡੇ ਕੋਲ ਇੱਕੋ ਹੀ ਚੀਜ਼ ਆ, ਦਇਆ। ਦਇਆ ਮੁੱਢ ਆ, ਉਹ ਕਹਿੰਦੇ ਸ੍ਰਿਸ਼ਟੀ ਦਾ ਮੁੱਢ ਦਇਆ ਜੀ। ਜਿਹੜਾ ਅਕਾਲ ਪੁਰਖ ਨੇ ਸਾਰੀ ਸ੍ਰਿਸ਼ਟੀ ਸਾਜੀ ਹੋਈ ਆ, ਉਹਦਾ ਮੁੱਢ ਵੀ ਦਇਆ ਜੀ। ਤੇ ਸਿੱਖ ਦਾ ਜਿਹੜਾ ਗੁਰੂ ਪਾਤਸ਼ਾਹ ਨੇ ਕੌਮ ਸਾਜੀ ਆ ਨਾ, ਉਹਦੇ ਵਿੱਚ ਦਇਆ ਦਿੱਤੀ ਹੋਈ ਆ ਜੀ। ਪਰ ਸਾਨੂੰ ਜੇ ਪਤਾ ਨਹੀਂ, ਫਿਰ ਨੈਚੁਰਲੀ ਅਸੀਂ ਦੂਜਿਆਂ ਕੋਲ ਕਈ ਵਾਰੀ ਐਕਟ ਕਰਦੇ, ਪਰ ਅੰਡਰਨੀਥ ਸਬਕੌਂਸ਼ੀਅਸ 'ਚ ਹੁੰਦੀ ਆ ਜੀ। ਉਹ ਜਦੋਂ ਉੱਭਰਦੀ ਆ ਨਾ, ਉਹਦੇ ਵਿੱਚੋਂ ਫਿਰ ਇੱਕ ਇਲਾਜ ਨਿਕਲਦਾ। ਉਹ ਕੀ ਆ? ਇਲਾਜ ਹੁੰਦਾ ਵੀ
ਤੁਹਾਨੂੰ ਕਿਸੇ ਨੇ ਮਾਰਤਾ, ਤੁਹਾਨੂੰ ਇਹ ਲੱਗਦਾ ਵੀ ਇਹ ਹਾਦਸਾ ਹੋ ਗਿਆ ਜਾਂ ਇਨਸੀਡੈਂਸ ਆ। ਉਹ ਕਹਿੰਦਾ ਨਹੀਂ, ਜਦੋਂ ਤੁਸੀਂ ਉਹਨੂੰ ਘੋਕ ਕੇ ਦੇਖਦੇ ਪ੍ਰੋਸੈਸ ਆ ਜੀ। ਜਿਹੜਾ ਤੁਹਾਨੂੰ ਮਾਰਨ ਵਾਲਾ ਨਾ, ਉਹਦੀ ਤੁਸੀਂ ਪਛਾਣ ਕਰਦੇ ਆ ਬੜੇ ਨੇੜਿਓਂ ਦੇਖ ਕੇ। ਜਿਵੇਂ 99 'ਚ ਲਾਈਏ ਆਪਾਂ ਜੀ, ਵੀ ਕੰਪੇਨ ਤਾਂ 99 'ਚ ਸਟਾਰਟ ਹੁੰਦੀ ਆ ਜੀ, ਜਦੋਂ ਖਾਲਸੇ ਦਾ ਸਾਜਨਾ ਦਿਵਸ ਆ, ਸਿੱਖਾਂ ਦੇ ਮਨ 'ਚ ਆਉਂਦੀ ਆ ਕੁਛ ਕਰੀਏ। ਜੀ। ਪਰ ਉਦੋਂ ਬਾਅਦ 2002 'ਚ ਤੁਹਾਨੂੰ ਉਹੀ ਕਾਤਲ ਸੋਚ ਫੇਰ ਕਰਕੇ ਦਿਖਾਉਂਦੀ ਆ। ਉਹ ਨਿਸ਼ਾਨਾ ਕੋਈ ਹੋਰ ਆ, ਜੀ। 2008 'ਚ ਕੋਈ ਹੋਰ ਆ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਨਾ ਤਾਂ ਇਹ 84 ਸ਼ੁਰੂ ਹੋਈ ਸੀ, ਨਾ ਉਦੋਂ ਖਤਮ ਹੋਈ। ਬਿਊਟੀਫੁਲ। ਇਹ ਬਿਮਾਰੀ ਆ ਜੀ। ਆਪਾਂ ਸਿੰਪਟਮ ਦੇਖਦੇ ਆ ਜੀ। ਬਹੁਤ ਕਾਰਨਾਂ ਜੀ ਆਲੇ ਦੁਆਲੇ, ਅੱਜ ਵੀ ਦੇਖ ਲਓ, ਕੱਲ੍ਹ ਨੂੰ ਵੀ ਦੇਖਾਂਗੇ ਆਪਾਂ। ਉਹ ਜਿਹੜੀ ਸੋਚ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਤੋਂ ਬਿਨਾਂ ਨਿਕਲਣਾ ਹੀ ਕੁਛ ਨਹੀਂ ਜੀ। ਤੇ ਇੱਧਰੋਂ ਵੀ ਇਹੀ ਆ। ਜਾਂਦੇ ਬਾਹਰ ਇੱਕ ਪਰਸਨ ਨੂੰ, ਇੱਕ ਭਾਈ ਜੀ ਪੁੱਛਦਾ ਜਵਾਕ ਨੂੰ ਜਿਹਨੂੰ ਭੁੱਖ ਲੱਗੀ ਹੋਈ ਆ, ਉਹ ਵਿਚਾਰਾ ਮੰਦਰ 'ਚ ਵੀ ਸਫਾਈ ਕਰਦਾ, ਪੁਜਾਰੀ ਉਹਨੂੰ ਭਜਾ ਦਿੰਦਾ। ਬਾਅਦ 'ਚ ਉਹਦੇ ਕੋਲ ਮੰਦਰ 'ਚ ਰੋਟੀ ਤਾਂ ਹੈ ਨਹੀਂ ਸੀਗੀ, ਕਿਉਂਕਿ ਪ੍ਰੋਸੈਸ ਹੈ ਨਹੀਂ, ਇਹ ਨਹੀਂ ਮੰਦਰ ਕੋਈ ਗਲਤ ਜਗ੍ਹਾ। ਜੀ। ਪਰ ਜਦੋਂ ਜਵਾਕ ਰੋਂਦਾ ਲਾਉਂਦਾ, ਵਿਚਾਰਾ ਭੁੱਖ ਦਾ ਮਾਰਿਆ ਨਿਕਲ ਰਿਹਾ ਗੁਰਦੁਆਰੇ ਸਾਹਿਬ ਦਾ, ਭਾਈ ਜੀ ਉਹਨੂੰ ਪੁੱਛਦਾ, ਜੀ। ਕਹਿੰਦਾ ਕਾਕਾ ਭੁੱਖਾ ਲੱਗਦਾ? ਉਹ ਕਹਿੰਦਾ ਹਾਂ। ਉਹ ਭੁੱਖਾ ਕਰਕੇ ਅੰਦਰ ਲੈ ਜਾਂਦਾ, ਚਾਹ ਰੋਟੀਆਂ ਦਿੰਦਾ, ਰੋਟੀ ਕਰਕੇ ਖਿਲਾ ਕੇ ਉਹ ਕਹਿੰਦਾ ਕਾਕਾ ਤੇਰੇ ਕੱਪੜੇ ਵੀ ਬੜੇ ਪਰਾਟੇ, ਮੇਰੇ ਕੋਲ ਪੁਰਾਣੇ ਕੁਛ ਕੱਪੜੇ ਪਏ ਆ, ਉਹ ਪਾ ਲਾ ਪੁੱਤ। ਜੀ। ਉਹ ਜਵਾਕ ਭਗਤ ਪੂਰਨ ਸਿੰਘ ਆ, ਪਰ ਹਿੰਦੂ ਧਰਮ 'ਚ ਪੈਦਾ ਹੋਇਆ, ਅਲਟੀਮੇਟਲੀ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਦਾ, ਇੱਕ ਪੂਰਨ ਸਿੰਘ ਬਣਦਾ। ਜੀ। ਇਹ ਆ ਤਾਕਤ। ਪਰ ਭਾਈ ਜੀ ਦਾ ਨਾਂ ਕੀ ਆ? ਪੂਰਨ ਸਿੰਘ ਨੇ ਦੱਸਦੇ ਨਹੀਂ। ਜੀ। ਇਹ ਉੱਪਰ ਉਹ ਭਾਈ ਜੀ ਦੇ ਵਿੱਚ ਕੀ ਆ? ਜਾਂ ਆਪਾਂ ਅੱਜ ਗੱਲ ਕਰ ਰਹੇ ਹਾਂ, ਜਾਂ ਲੱਖਾ ਸਢਾਣਾ ਹੋਊਗਾ, ਜਾਂ ਕੱਲ੍ਹ ਨੂੰ ਹੋਰ ਵੀਰ ਭੈਣ ਹੋਣਗੇ, ਜੀ। ਉਹਨਾਂ ਦੇ ਪਿੱਛੇ ਕੌਣ ਕੰਮ ਕਰਦਾ? ਉਹੀ ਕਹਿੰਦਾ ਇੱਕ ਦਿਨ ਭਾਈ ਮਰਦਾਨੇ ਨੂੰ ਲੈ ਤੁਰਿਆ ਸੀ ਨਾਲ, 2 ਜਣੇ ਹੀ ਸੀਗੇ। ਜੀ। ਅੱਜ 28 ਮਿਲੀਅਨ ਸਿੱਖਾਂ ਧਰਤੀ ਤੇ, ਰੂਹ ਇੱਕੋ ਹੀ ਫੂਕੀ ਹੋਈ ਆ, ਰਿਲਾਈਜੇਸ਼ਨ ਦੀ ਘਾਟ ਆ। ਜੀ। ਜਿੱਥੇ ਰਿਲਾਈਜੇਸ਼ਨ ਹੁੰਦੀ ਆ, ਉਹ ਆਪਾਂ ਸਾਰੇ ਪ੍ਰਤੱਖ ਦੇਖਦੇ ਹਾਂ। ਜਿਹੜੀਆਂ ਤੁਸੀਂ ਹੁਣ ਜਿਵੇਂ ਬਿਆਨ ਕਰ ਰਹੇ ਹੋ, ਇਹ ਲੱਗਦਾ ਕਿ ਤੁਸੀਂ ਇੱਕ ਆਪਣਾ ਸਰੋਤ ਸਾਂਝਾ ਕਰ ਰਹੇ ਹੋ, ਪ੍ਰੇਰਨਾ ਦਾ ਸਰੋਤ ਵੀ ਇੱਥੋਂ ਪ੍ਰੇਰਨਾ ਆ ਰਹੀ ਹੈ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਮਾੜੀ ਘਟਨਾ ਹੁੰਦੀ ਆ, ਖਾਸ ਕਰਕੇ ਭਾਈਚਾਰੇ ਵਿੱਚ ਜਾਂ ਸਿੱਖ ਕੌਮ 'ਚ ਕਿਤੇ ਵੀ ਹੁੰਦੀ ਆ, ਤਾਂ ਅਸੀਂ ਇੱਕੋ ਗੱਲ ਕਹਿੰਦੇ ਆ ਵੀ ਸਾਡੇ ਕੋਲ ਤਾਂ ਯਾਰ ਲੀਡਰ ਹੈ ਨਹੀਂ ਕੋਈ। ਸਾਡਾ ਲੀਡਰ ਹੁੰਦਾ ਤਾਂ ਖਰਿਆ ਸਾਡੀ ਹਾਲਤ ਹੋਰ ਹੋਣੀ ਸੀ, ਜੇ ਲੀਡਰ ਹੁੰਦਾ ਤੇ ਅੱਜ ਆਹ ਨਹੀਂ ਹੋਣਾ ਸੀ, ਅੱਜ ਆਹ ਨਹੀਂ ਹੋਣਾ ਸੀ। ਪਰ ਤੁਹਾਡੀਆਂ ਗੱਲਾਂ 'ਚ ਇਹ ਮਹਿਸੂਸ ਹੋ ਰਿਹਾ ਕਿ ਤੁਹਾਡੇ ਕੋਲ ਲੀਡਰ ਹੈ, ਉਹ ਲੀਡਰ ਜ਼ਰੂਰ ਸਾਂਝਾ ਕਰੋ। ਮਨਦੀਪ ਸਿੰਘ ਜੀ, ਟਰੂਲੀ ਤਾਂ ਮੈਂ ਇੱਕ, ਆਪਾਂ ਇਕੱਠੇ ਬੈਠੇ ਗੱਲ ਕਰਦੇ ਹਾਂ, ਸੈਂਕੜੇ ਦੀ ਗਿਣਤੀ 'ਚ ਅਕਰੋਸ ਕੈਨੇਡਾ ਵਲੰਟੀਅਰ ਨੇ ਜਿਹੜੇ, ਉਹਨਾਂ ਦੇ ਰੂਹਾਂ ਦੇ ਵਿੱਚ ਬਿਲਕੁਲ ਤੈਅ ਆ। ਉਹਨਾਂ ਦੇ ਮਨ 'ਚ ਬਿਲਕੁਲ ਹੀ ਨਹੀਂ ਆਉਂਦਾ ਵੀ ਆ ਜਿਹੜੀ ਹੁਣ ਆਮ ਰਵਾਇਤੀਗਤ ਤੌਰ 'ਤੇ ਜੇ ਲੀਡਰ ਹੁੰਦਾ, ਕੌਮ ਨੂੰ ਲੀਡਰ ਚਾਹੀਦਾ। ਜੀ। ਯਾਨੀ ਸਮਝੋ ਤੁਸੀਂ ਪਾਤਸ਼ਾਹ ਸਿੰਘਾਸਨ 'ਤੇ ਬੈਠੇ ਨੇ ਤੇ ਬੰਦੇ ਚਾਹੁੰਦੇ ਆ, ਉਹ ਕਹਿੰਦੇ ਉਹ ਕੁਰਸੀ 'ਤੇ ਕੋਈ ਹੋਣਾ ਚਾਹੀਦਾ। ਜੀ। ਕਮੀ ਬਸ ਸਿੰਪਲ ਸਮਝਣ ਦੀ ਆ। ਨਾ ਬੰਦੇ ਕੋਲੇ ਗੁਰੂ ਨੂੰ, ਸ਼ਬਦ ਨੂੰ ਸਮਝਣ ਦਾ ਟਾਈਮ ਆ, ਬੰਦਿਆਂ ਨੂੰ ਦੇਖ ਰਿਹਾ। ਜੀ। ਨਾ ਉਹਨੂੰ 239 ਸਾਲ ਦਾ ਸਿਰਜਿਆ ਇਤਿਹਾਸ ਸਮਝ ਆ ਰਿਹਾ। ਜਿੱਦਣ ਉਹ ਸਮਝ ਲੱਗ ਜਾਂਦਾ, ਉਹ ਕਹਿੰਦਾ ਉਹਦਾ ਲੀਡਰ ਮੂੰਹ 'ਚ ਨਿਕਲਦਾ ਹੀ ਨਹੀਂ। ਫਿਰ ਤਾਂ ਮੈਨੇਜ ਕਰਨ ਨੂੰ, ਆਪਦੀ ਕੌਮ ਦੀਆਂ ਚੀਜ਼ਾਂ ਨੂੰ ਔਰਗੇਨਾਈਜ਼ ਕਰਨ ਨੂੰ ਕਲੈਕਟਿਵ ਲੋਕ ਇਕੱਠੇ ਹੋ ਸਕਦੇ ਆ, ਜਿਹੜਾ ਕਿ ਉਹ ਵੀ ਗੁਰੂ ਨੇ ਦਿੱਤਾ। 5 ਪਿਆਰੇ, ਹੁਣ 5 ਪਿਆਰੇ ਵੀ ਤਰ੍ਹਾਂ ਤਰ੍ਹਾਂ ਦੇ 5 ਪਿਆਰੇ ਜੀ, ਇਹਦੇ 5 ਪਿਆਰੇ, ਆਦੇ 5 ਪਿਆਰੇ ਨਹੀਂ, ਸੀਰੀਅਸਲੀ ਰਿਪਰੈਜ਼ੈਂਟਿੰਗ ਆਲ ਦ ਮਾਸੇਸ। 5 ਪਿਆਰੇ ਆ ਕੇ ਉਹਨਾਂ ਨਾ ਕੋਈ ਵੱਡਾ ਨਾ ਛੋਟਾ, ਐ ਨਹੀਂ ਵੀ ਆਹ 5 ਪਿਆਰਿਆਂ ਦਾ ਚੀਫ ਆ, ਆਹ 5 ਪਿਆਰਿਆਂ ਦਾ ਦੂਜਾ। ਉਹ ਕਹਿੰਦੇ 5 ਪਿਆਰੇ ਕੌਮ ਨੂੰ ਰਿਪਰੈਜ਼ੈਂਟ ਕਰ ਸਕਦੇ ਆ, ਲੀਡ ਨਹੀਂ ਕਰ ਸਕਦੇ। ਲੀਡ ਕੌਮ ਨੂੰ ਤਾਂ ਇੱਕੋ ਹੀ ਕਰੂ ਜਿਹਦੀ ਕੌਮ ਆ। ਪਰ ਉਹ ਸਾਕਸ਼ਾਤ ਗੁਰੂ ਪਾਤਸ਼ਾਹ ਨੇ ਤੇ ਹੀ ਕਹਿਣਾ, ਸ਼ਬਦ ਗੁਰੂ ਧੁਨ ਚੇਲਾ, ਗੁਰੂ ਪਾਤਸ਼ਾਹ ਨੇ ਕਹਿਤਾ। ਤੇ ਉਦੋਂ 239 ਸਾਲ ਬਾਅਦ ਸੱਚੇ ਪਾਤਸ਼ਾਹ ਉਸੇ ਸ਼ਬਦ ਨੂੰ ਆਪਾਂ ਨੂੰ ਗੁਰੂ ਦੇ ਤੌਰ ਤੇ ਜੋਤੀ ਜੋਤ ਸਮਾਉਂਦੇ ਆ। ਫਿਰ ਆਪਾਂ ਕਿਹੜੇ ਲੀਡਰ ਨੂੰ ਭਾਲਦੇ ਆ? ਬਸ ਇਹ ਇੱਥੇ ਆ ਕੇ ਨੁਕਤਾ। ਤਾਂ ਹੀ ਜਿਹੜੇ ਆਪਾਂ ਨੂੰ ਮਾਰਨ ਵਾਲੇ, ਉਹਨਾਂ ਕੋਲ ਤਾਂ ਦੇਖੋ ਆਪਾਂ ਨੂੰ ਮਾਰਿਆ ਕਿਹਨੇ ਸੀ? ਜਿਹੜੇ ਅੱਜ ਭਿੱਗੀ ਬਿੱਲੀ ਦਿਸ ਰਹੇ ਨੇ, ਕਾਂਗਰਸ ਵਾਲੇ, ਜਿਨ੍ਹਾਂ ਨੂੰ ਮੋਦੀ ਦਵਲ ਰਿਹਾ। ਉਹ ਮੋਦੀ ਨੇ ਕੀ ਕੀਤਾ ਹੋਇਆ?
ਹੁਣ ਆਪਾਂ ਸਾਰੇ ਇਹ ਆਪਣੇ ਹੁਣ ਇਤਿਹਾਸ ਸਾਹਮਣੇ ਆ, ਕਿਉਂਕਿ ਜਾਗਦਿਆਂ ਨੂੰ ਸੁਣਦਿਆਂ ਨੂੰ ਤੁਹਾਨੂੰ ਪੜ੍ਹਨ ਦੀ ਲੋੜ ਘੱਟ ਪੈਂਦੀ ਆ, ਜੀ ਤੁਹਾਨੂੰ ਦੀਂਦਾ ਹੁੰਦਾ। ਉਹ ਆਪਾਂ ਨੂੰ ਦਿਖਾ ਰਹੇ ਆ, ਲੀਡਰ ਤੇ ਲੀਡਰ ਚੜਿਆ ਹੋਇਆ, ਇੱਕ ਤੋਂ ਇੱਕ ਵੱਧ ਜ਼ਾਲਮ ਗਾ। ਜੀ ਕਰੋੜਾਂ ਲੋਕ ਵਿਚਾਰੇ ਪੈਰਾਂ ਤੋਂ ਸੱਖਣੇ, ਚੱਪਲਾਂ ਛੋਟੀਆਂ, ਗੱਡੀ ਦੀਆਂ ਲਾਈਨਾਂ ਤੇ ਕੱਟੇ ਜਾਂਦੇ ਆ, ਜੀ ਕਿਸੇ ਕੋਲ ਕੋਈ ਦਇਆ ਨਹੀਂ ਹੈਗੀ। ਇਹ ਆ ਟਾਮਾ ਟੱਲਾ ਰਵੀਸ਼ ਕੁਮਾਰ ਵਰਗਾ ਜਰਨਲਿਸਟ ਵਿਚਾਰਾ, 4 ਹੋਣਗੇ ਸਾਰੇ ਭਾਰਤ 'ਚ, ਜਿਹੜੇ ਬੜਾ ਦਰਦ ਆ ਉਹਨਾਂ 'ਚ, ਜੀ ਕਿਉਂਕਿ ਮਨੁੱਖਤਾ ਵਿਨਾਸ਼ ਨਹੀਂ ਹੁੰਦਾ। ਜੀ ਪਰ ਜਿਹੜੀ ਕਲੈਕਟਿਵ ਦੇ ਤੌਰ ਤੇ ਬਿਲੀਅਨੀਅਰ ਨੇ, ਉਹ ਨਟਾਂਕੀ ਕਰਦੇ ਆ ਕਿ ਸੋਨੂੰ ਸੂਦ ਜਿਹਾ ਛੱਡਤਾ, ਉਹਦੇ ਰਾਹੀਂ ਬਸ ਜੀ ਅਸੀਂ ਐਂ ਕਰਤਾ, ਬੱਸਾਂ ਤੇ ਚਾੜ੍ਹਤੇ, ਮੁੱਠੀ ਭਰ ਲੋਕਾਂ ਨੂੰ ਕਰੋੜਾਂ 'ਚੋਂ। ਜੀ ਇੱਥੇ ਕੀ ਆ, ਉਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਫੇਰ ਲੰਗਰ 50,000, ਉੱਥੇ ਵੀ ਮਨਜਿੰਦਰ ਸਰਸਾ ਉੱਤੇ ਰੱਖਤਾ ਉਹ ਕਰਕੇ ਲੀਡਰ ਦੇ ਤੌਰ ਤੇ। ਮੈਨੂੰ ਜੀ ਜੋ ਲੀਡਰਾਂ ਦੇ ਫੋਨ ਆਉਂਦੇ ਆ, ਬੀਜੇਪੀ ਵਾਲਾ ਵੀ ਕਰ ਦਿੰਦਾ ਜੀ, ਦੂਜਾ ਵੀ ਕਰਦਾ ਜੀ, ਫਿਰ ਮੈਂ ਅਸੀਂ ਉਹ ਜਿੰਨਾ ਲੰਗਰ ਹੁੰਦਾ ਸੀ ਬਣਾ ਕੇ ਦੇ ਦਿੰਦੇ ਆ ਵੀ ਤੂੰ ਰਸੋਈਆਂ। ਇਹ ਗੁਰੂ ਘਰ ਦਾ ਲੰਗਰ ਆ, ਇਹ ਲੋਕਾਂ ਦੇ ਲੀਡਰਾਂ ਦੇ ਜਿਹੜੇ ਦੂਜੇ ਕਾਤਲ ਸੋਚ ਵਾਲਿਆਂ ਦੇ ਬਣਾਏ ਹੋਏ ਟਕਵਾਂਜਾ ਵਰਤਾ ਹੋ ਰਹੇ ਨੇ। ਜੀ ਕੌਣ ਵਿਚਾਰ ਵਿਸ਼ਵ ਹਿੰਦੂ ਪਰਿਸ਼ਦ ਦੇ ਲੰਗਰ ਵਰਤਾ ਰਹੇ ਨੇ, ਜਿਹੜਾ ਗੁਰਦੁਆਰਾ ਸਾਹਿਬ 'ਚ ਗੁਰੂ ਪਾਤਸ਼ਾਹ ਦੀ ਕੌਮ ਦੇ ਬੱਚੇ ਬੱਚੀਆਂ ਬਣਾ ਰਹੇ ਨੇ, ਪਰਵਾਹ ਨਹੀਂ ਕਰਦੇ ਉਹ ਕੋਵਿਡ ਦਾ। ਜੀ ਇਹ ਥੋੜੀਆਂ ਜਿਹੀਆਂ ਨੁਕਤੇ ਹੀ ਨੇ, ਜਿੱਦਣ ਉਹ ਸਮਝ ਲੱਗ ਗਏ ਜੀ ਦਿਨ ਦੂਰ ਨਹੀਂ, ਇਹ ਪਰ ਕ੍ਰਾਈਸਿਸ ਦੇ ਵਿੱਚੋਂ ਹੀ ਨਿਕਲਣਾ। ਸਿੱਖ ਮੈਂ ਦੇਖਿਆ ਦੁੱਖ ਦਾਰੂ ਸੁੱਖ ਰੋਗ ਭਇਆ, ਉਹ ਗੱਲਾਂ ਨਹੀਂ ਹੈਗੀਆਂ, ਪਾਤਸ਼ਾਹ ਨੇ ਨੁਕਤੇ ਦਿੱਤੇ ਆ। ਜੀ ਉਹ ਕਹਿੰਦੇ ਜਦੋਂ ਤੁਸੀਂ ਆ ਉਹ ਤਾਂ ਤੁਸੀਂ ਆਲਸੀ, ਮੇਰੇ ਵਰਗਿਆਂ ਨੂੰ 84 ਦੇ ਵਿੱਚ 10 ਗੁਰੂਆਂ ਦੇ ਨਾਂ ਨਹੀਂ ਸੀ ਪਤਾ। ਜੀ ਮੈਂ ਯੂਨੀਵਰਸਿਟੀ ਬਹੁਤ ਟੌਪ ਦੇ ਸਟੂਡੈਂਟ ਸੀਗਾ, ਮੈਨੂੰ ਕੁਛ ਨਹੀਂ ਸੀ ਪਤਾ। ਤੁਹਾਨੂੰ ਕ੍ਰਾਈਸਿਸ ਦੇ ਵਿੱਚ ਹੀ ਸਾਰੀਆਂ ਚੀਜ਼ਾਂ, ਹਾਂ ਪਰ ਕ੍ਰਾਈਸਿਸ ਪਤਾ ਕਰਕੇ ਕਰਦੇ ਕੀ ਆ ਤੁਸੀਂ, ਜੀ ਇਹ ਤੁਹਾਡੇ ਤੇ ਨਿਰਭਰ ਕਰਦਾ। ਅੱਛਾ, ਜਦੋਂ ਤੁਸੀਂ ਕ੍ਰਾਈਸਿਸ ਦੀ ਗੱਲ ਕੀਤੀ, ਜਦੋਂ ਕ੍ਰਾਈਸਿਸ ਦੀ ਗੱਲ ਆਉਂਦੀ ਹੈ ਅਸੀਂ ਹਮੇਸ਼ਾ ਚਿਹਰੇ ਦੇਖਦੇ ਹਾਂ। ਕਦੇ ਕਾਂਗਰਸ ਦੇ ਕਿਸੇ ਲੀਡਰ ਦਾ ਚਿਹਰਾ ਦੇਖਣ ਲੱਗ ਪੈਂਦੇ ਆ ਕਿ ਉਹਨੇ ਐਂ ਕੀਤਾ ਸੀ ਤੇ ਉਹਦੀ ਮੌਤ ਤੇ ਅਸੀਂ ਵੀ ਕੋਈ ਪੋਸਟਾਂ ਪਾ ਦਿੰਦਾ, ਚਲੋ ਥੋੜ੍ਹਾ ਖੁਸ਼ੀ ਮਨਾ ਲਈ ਵੀ ਅੱਜ ਅਸੀਂ ਦੁਸਹਿਰਾ ਮਨਾ ਲਿਆ। ਫਿਰ ਅੱਜ ਅਸੀਂ ਹੁਣ ਮੋਦੀ ਸਾਹਿਬ ਦਾ ਚਿਹਰਾ ਦੇਖੀ ਜਾਂਦੇ ਆ ਕਿ ਹੁਣ ਪੰਜਾਬ ਨਾਲ ਧੱਕਾ ਹੋ ਰਿਹਾ। ਤੁਹਾਨੂੰ ਲੱਗਦਾ ਕਿ ਜਿਹੜਾ ਇਹ ਚਿਹਰਿਆਂ ਦਾ ਸਾਰਾ ਖੇਡ ਆ, ਜਾਂ ਅਸਲ ਦੇ ਵਿੱਚ ਪਿੱਛੇ ਕੋਈ ਸੋਚ ਦਾ ਟਕਰਾਅ ਹੁੰਦਾ, ਅਸਲ ਵਿੱਚ ਸੋਚਾਂ ਦਾ ਟਕਰਾਅ ਆ? ਬਿਲਕੁਲ, ਤੁਸੀਂ ਇਹ ਜਿਹੜੀ ਆ ਇਹ ਤਾਂ ਬਹੁਤ ਇੰਪੋਰਟੈਂਟ ਨੁਕਤਾ। ਨਾ ਚਿਹਰਾ ਮਜ਼ਲੂਮਾਂ ਵਾਲੇ ਪਾਸੇ, ਨਾ ਪਰਸਨੈਲਿਟੀ ਮਜ਼ਲੂਮਾਂ ਵਾਲੇ ਪਾਸੇ, ਨਾ ਅਤਿਆਚਾਰ ਕਰਨ ਵਾਲੇ ਪਾਸੇ। ਉਹਨਾਂ ਦੀ ਜਿਹੜੀ ਸੋਚ ਆ ਉਹੀ ਸਾਰੇ ਨਿਬੇੜੇ ਕਰਦੀ ਆ। ਜੀ ਸਿੱਖ ਉਹਨਾਂ 'ਚ ਹੀ ਨਹੀਂ ਚਿਹਰਾ ਦੇਖਦੇ, ਇੱਧਰੋਂ ਵੀ ਚਿਹਰੇ ਹੀ ਪਾਲਦੇ ਆ ਜੀ ਕੋਈ ਨਾ ਕੋਈ। ਜਾਣੀ ਕਈ ਵਾਰ ਤਾਂ ਜਿਹੜਾ ਨੂੰ ਉਹ 25-30 ਸਾਲਾਂ ਦੇ ਗਾਲਾਂ ਕੱਢਦੇ ਹੁੰਦੇ ਜਿਹੜੇ ਲੀਡਰਾਂ ਨੂੰ, ਜੀ ਉਹਨਾਂ ਨੂੰ ਇਹ ਕਹੀ ਜਾਂਦੇ ਗਾਲਾਂ ਇਹ ਕਹਿ ਕੇ ਕੱਢ ਦਿੰਦੇ, ਕੁਛ ਕਰਦੇ ਨਹੀਂ। ਉਹਨਾਂ ਤੋਂ ਇਹਦੇ ਮਤਲਬ ਕੁਛ ਚਾਹੁੰਦੇ ਹੁੰਦੇ ਵੀ ਇਹ ਕਰਨਗੇ। ਜੀ ਉਹਨਾਂ ਨੂੰ ਰੀਅਲੀ ਸਮਝ ਆਉਂਦੀ ਨਹੀਂ, ਲਿਆਉਣ ਦੀ ਯਤਨ ਕਰਦੇ। ਅੱਜ ਮੈਂ ਜਿਹੜੇ ਵਰਤਾਰੇ 'ਚ ਪੰਜਾਬ 'ਚ ਵੀ ਦੇਖਦੇ ਆ, ਜੀ ਬਹੁਤ ਲੋਕਾਂ ਦੇ ਵਿੱਚ ਇੱਕ ਚੇਤਨਤਾ ਆ ਰਹੀ ਆ, ਪਰ ਇੰਨੀ ਅਜੇ ਸਫੀਸ਼ੈਂਟ ਨਹੀਂ, ਓਰੀਜਨ ਆ ਜੀ ਬਈ ਨਹੀਂ। ਸੋਚ ਨੂੰ ਸਮਝੋ। ਜੀ ਜੇ ਸੰਤ ਰਾਮਦਾਸੀ ਤਾਂ ਹੀ ਕਹਿੰਦਾ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਜੀ ਐ ਨਹੀਂ ਕਹਿੰਦਾ ਮੇਰਾ ਬੁੱਤ ਲਵਾ ਦਿਓ ਫਿਰ ਮੇਰਾ ਐ ਕਰਿਓ, ਕਹਿੰਦਾ ਮੇਰੀ ਸੋਚ ਨੂੰ ਬਚਾਇਓ। ਜੀ ਤੇ ਗੁਰੂ ਪਾਤਸ਼ਾਹ ਵੀ ਸੋਚ ਹੀ ਦੇ ਕੇ ਗਏ ਹੋਏ ਸ਼ਬਦ ਗੁਰੂ, ਜੀ 239 ਸਾਲ ਦੀ ਸੋਚ ਹੀ ਦੇ ਕੇ ਗਏ ਹੋਏ ਆ। ਪੂਜਾ ਨਹੀਂ ਕਰਵਾਉਣੀ ਚਾਹੁੰਦੇ ਗੁਰੂ ਪਾਤਸ਼ਾਹ। ਜੀ ਉਹ ਕਹਿੰਦੇ ਤੂੰ ਆਪਦਾ ਜੀਵਨ ਸਵਾਰ, ਕਿਸੇ ਜੋਗਾ ਬਣੇਗਾ, ਬਣ ਜਾਏਗਾ, ਗਰੰਟੀ ਹੈ ਇਹਦੀ। ਜੀ ਜਿੱਦਣ ਤੈਨੂੰ ਮੈਂ ਅਕਾਲ ਪੁਰਖ ਦੇ ਨਾਲ ਜੋੜ ਦੇਣਾ, ਤੇਰਾ ਆਪਦਾ ਨਹੀਂ ਕੁਛ ਹੁੰਦਾ, ਤੂੰ ਲੋਕਾਂ ਦਾ ਵੀ ਕਰੇਗਾ। ਜੀ ਉਹਨੂੰ ਐਮਪਾਵਰ ਕਰਦੇ ਨੇ, ਐ ਨਹੀਂ ਹੈਗੇ ਬਾਹਰ ਨੂੰ ਝਾਕੀ ਚੱਲ ਕੋਈ ਕਰੂਗਾ। ਅਸੀਂ ਤਾਂ ਕਈ ਵਾਰੀ ਦੇਖੋ, ਚਾਹੇ ਭੋਲੇਪਨ 'ਚ ਆ, ਅਸੀਂ ਪਾਠ ਵੀ ਕਰਦੇ ਹਾਂ, ਵਾਹਿਗੁਰੂ ਵੀ ਜਪਦੇ ਵੀ ਹਾਂ, ਪਾਠ ਵੀ ਕਰਾਉਂਦੇ ਹਾਂ। ਕਈ ਵਾਰ ਸਾਡੀ ਮਨਸ਼ਾ ਵੀ ਅਕਾਲ ਪੁਰਖ ਕੁਛ ਕਰੇ। ਜੀ ਅਕਾਲ ਪੁਰਖ ਨੇ ਤੁਹਾਨੂੰ 239 ਸਾਲ ਇੱਕ ਗੁਰੂ ਨੂੰ ਤੁਸੀਂ ਸੰਘਰਸ਼ ਕਰਕੇ ਬੱਚੇ ਤਵੀ ਤੇ ਬਹਾਤਾ, ਤੁਸੀਂ ਗਲ ਕਟਵਾ ਲਿਆ, ਹੋਰ ਤੁਹਾਨੂੰ ਅਕਾਲ ਪੁਰਖ ਕੀ ਕਰੇ? ਤੁਹਾਨੂੰ ਇੱਕ ਇਹੋ ਜਿਹਾ ਵਧੀਆ ਮਨੁੱਖ ਬਣਾਉਣ ਦਾ ਤੁਹਾਨੂੰ ਉਹਨਾਂ ਨੇ ਸੰਕਲਪ ਕੀਤਾ ਹੋਇਆ ਇਸ ਧਰਤੀ ਤੇ। ਜੀ ਅਸੀਂ ਅਕਾਲ ਪੁਰਖ ਦੀ ਅੱਜ ਵੀ ਡਿਊਟੀ ਲਾਉਂਦੇ ਹਾਂ। ਨਾ ਮੈਂ ਗਰੋਸਰੀ ਲਿਆਉਣ ਵੇਲੇ ਕੋਈ ਡਿਊਟੀ ਲਾਉਣਾ ਵੀ ਮੇਰੀ ਅਕਾਲ ਪੁਰਖ ਡਿਊਟੀ, ਮੈਂ ਗਾਰਬੇਜ ਬਾਹਰ ਰੱਖਣਾ, ਕਦੇ ਨਹੀਂ। ਉਹ ਸਾਰਾ ਮੈਂ ਕਰੀ ਜਾਂਦਾ। ਜੀ ਜਿਹੜੀ ਬਾਕੀ ਸਾਰੇ ਮੇਰੇ ਲਾਲਚ ਨੇ ਨਾ, ਉਹ ਮੈਂ ਅਕਾਲ ਪੁਰਖ ਤੇ ਛੱਡਦਾ, ਚਾਹੇ ਕੌਮੀ ਹੋਣ। ਸਾਨੂੰ ਦੇਤਾ ਅਕਾਲ ਪੁਰਖ ਨੇ, ਇੱਕ ਗੁਰੂ ਦੇਤਾ, ਗੁਰੂ ਨੇ ਸੋਝੀ ਦੇਤੀ। ਜੀ ਕਹਿੰਦਾ ਹੁਣ ਤਾਂ ਕਰਨਾ ਹੀ ਰਹਿੰਦਾ। ਜੀ ਕਰਨਾ ਕੀ ਆ? ਕਹਿੰਦਾ ਸਭ ਤੋਂ ਪਹਿਲਾਂ ਆਪਦਾ ਅੰਦਰ
ਆਪਦੇ ਅੰਦਰ ਚੋਂ ਕੱਢ ਨਫ਼ਰਤ, ਕੱਢ ਆਹ ਸ਼ਿਕਵੇ ਜੇ, ਸਾੜਾ ਜਿਹਾ ਇਹ ਕੱਢ ਦੇ। ਜੀ ਪਰ ਕਿਵੇਂ ਨਿਕਲੂਗਾ? ਉਹ ਕਹਿੰਦਾ ਸ਼ਬਦ ਗੁਰੂ ਤੇਰਾ ਕੱਢ ਦੂ, ਐ ਨਹੀਂ, ਮੰਤਰ ਨਹੀਂ ਹੈਗਾ ਕੋਈ, ਜੀ ਸਮਝ ਤੈਨੂੰ ਸਮਝਾ ਕੇ ਕੱਢ ਦਊਗਾ। ਜੀ ਉਦੋਂ ਬਾਅਦ ਨਾ ਤੂੰ ਬਾਹਰਲੀਆਂ ਪਰਸਨੈਲਿਟੀਆਂ ਨੂੰ ਤੈਨੂੰ ਚੰਗੇ ਤਰੀਕੇ ਨਾਲ ਸਮਝ ਲੱਗ ਜਾਣੀ ਆ। ਜਿਵੇਂ ਜਪਜੀ ਸਾਹਿਬ ਬਹੁਤ ਸੱਚੇ ਪਾਤਸ਼ਾਹ ਨੇ ਬੜੇ ਕਲੀਅਰ ਕਰਕੇ ਦੱਸਿਆ ਹੋਇਆ, ਕਹਿੰਦਾ ਤੈਨੂੰ ਤਾਂ ਸਾਰੀ ਸ੍ਰਿਸ਼ਟੀ ਦੀ ਸਮਝ ਲੱਗ ਜਾਂਦੀ ਹੈ ਸ਼ਬਦ ਗੁਰੂ ਚੋਂ। ਜੀ ਤੇ ਤੈਨੂੰ ਆ ਮੋਦੀਆਂ ਦੇ ਵਰਤਾਰੇ ਤਾਂ ਬਹੁਤ ਛੋਟੀਆਂ ਚੀਜ਼ਾਂ, ਉਹ ਤਾਂ ਆਪ ਦੱਸੀ ਜਾਂਦੇ ਆ। ਜੀ ਜਿਵੇਂ ਆਪਾਂ ਕਹੀਏ ਸਿੱਖ ਅੱਜ ਬੜੀ ਕੋਸ਼ਿਸ਼ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਕਿਤੇ ਲੰਗਰ ਲਾ ਰਹੇ ਆ, ਕਿਤੇ ਜਾਨਾਂ ਬਚਾ ਰਹੇ ਨੇ, ਜੀ ਪਰ ਉਹ ਵੀ ਕੁਛ ਕਰੀ ਜਾ ਰਹੇ, ਉਹਨੂੰ ਆਪਾਂ ਕਰਨ ਲਾ ਸਕਦੇ ਆ? ਜੀ ਉਹ ਅਕਾਲ ਪੁਰਖ ਲਾਉਂਦਾ ਉਹਨਾਂ ਨੂੰ। ਕਦੇ ਵਿਚਾਰੇ ਕਿਸੇ ਬਜ਼ੁਰਗ ਦੀ ਦਾੜੀ ਫੜੀ ਆ, ਬੋਲ ਜੈ ਸਿਆ ਰਾਮ, ਭਾਰਤ ਮਾਤਾ ਕੀ ਜੈ। ਸਾਡਾ ਪਿਤਾ ਵੀ ਕਹਿੰਦਾ ਨਾ ਧਰਤ ਮਾਤਾ, ਜੀ ਮਾਤਾ ਧਰਤ ਮਾਤਾ, ਉਹ ਸਾਰੇ ਦੀ ਕਹਿੰਦਾ ਜਿੱਥੇ ਧਰਤੀ ਤੇ ਆਪਾਂ ਬੈਠੇ ਆ, ਕੈਨੇਡਾ, ਅਮਰੀਕਾ, ਇਟਲੀ, ਸਾਰੀ ਧਰਤੀ ਜੀ ਧਰਮਸਾਲ, ਕਹਿੰਦਾ ਇਹ ਮਾਤਾ। ਜੀ ਇੱਕ ਛੋਟਾ ਜਿਹਾ ਟੁਕੜਾ ਧਰਤੀ ਦੀ ਮਾਤਾ ਕਰਕੇ, ਉਹ ਵੀ ਵਿਚਾਰੇ ਦੀ ਦਾੜੀ ਖਿੱਚ ਕੇ। ਜੀ ਉਹ ਕਹਿੰਦਾ ਪ੍ਰੇਮ ਦੇ ਨਾਲ ਗੁਰੂ ਨੇ ਸਾਰੀ ਚੀਜ਼ ਜਿਹੜੀ ਸਮਝਾਈ ਆ ਬੜੇ ਪ੍ਰੇਮ ਦੇ ਨਾਲ। ਤੇ ਉਹਨੇ ਸਿੱਖ ਉਹਦਾ ਕਿਵੇਂ ਸਮਝਾਵੇ? ਜੀ ਕਹਿੰਦਾ ਇੱਕੋ ਹੀ ਤਰੀਕਾ, ਗੁਰੂ ਤੋਂ ਦੂਜਾ ਤਰੀਕਾ ਤਾਂ ਤੁਸੀਂ ਕੱਢ ਨਹੀਂ ਸਕਦੇ। ਹੈ ਕੋਈ ਸਿੱਖ ਜਿਹੜਾ ਆ ਕੇ ਗੁਰੂ ਨਾਨਕ ਸਾਹਿਬ ਦੀ ਚੜ੍ਹਦੀ ਕਲਾ ਕਹਿ ਕਿਸੇ ਨੂੰ ਢਾਇਆ ਹੋਵੇ? ਉਹ ਕਹਿੰਦਾ ਗੁਰੂ ਅਲਾਓ ਹੀ ਨਹੀਂ ਕਰਦਾ। ਜੀ ਸੋ ਇਸ ਕਰਕੇ ਉਹ ਜਿਹੜਾ ਸਾਰੇ ਇੱਕ ਇੰਟਰਕਨੈਕਟਡ ਨੇ, ਜਿਹੜੀ ਉਹ ਸੋਚ ਆ ਜਾਂ ਐਕਸ਼ਨ ਨੇ, ਸਾਰੇ ਇੰਟਰਕਨੈਕਟਡ ਨੇ। ਜੀ ਐਕਸ਼ਨ ਸੋਚ ਚੋਂ ਨਿਕਲਦੇ ਆ। ਜੀ ਹੁਣ ਜੇ ਕੰਪੇਨ ਨਾਲ ਲਾਈਏ ਤਾਂ ਤੁਸੀਂ ਜ਼ਿਕਰ ਕੀਤਾ ਕਿ ਜਾਨਾਂ ਬਚਾਉਣੀਆਂ, ਲੰਗਰ ਲਾਉਣੇ, ਇਹ ਤਾਂ ਇੱਕ ਵੱਖਰਾ ਹੈਗਾ ਆ, ਪਰ ਜਿਹੜਾ ਅਸਲੀ ਪਿੱਛੇ ਮੰਤਵ ਆ ਕਿਸੇ ਚੀਜ਼ ਨਾਲ ਜੁੜਿਆ ਹੋਇਆ, ਕਿਵੇਂ ਆਪਾਂ ਇਸ ਨੂੰ ਨਸਲ ਕੁਛ ਨਾਲ ਜੋੜ ਕੇ ਦੇਖਦੇ ਹਾਂ, ਹੋਰ ਜਿਹੜੇ ਅਸੀਂ ਥੋੜ੍ਹੀ ਡੀਪ ਜਾ ਕੇ ਦੇਖੀਏ ਤਾਂ ਥੋੜ੍ਹਾ ਦਾਇਰਾ ਵਧਾ ਕੇ ਦੇਖੀਏ ਤਾਂ ਹੋਰ ਕੀ ਕੀ ਮੰਤਵ ਇਹਦੇ ਵਿੱਚੋਂ ਜਿਹੜੇ ਆ ਉਹ ਹੈਗੇ ਕੰਪੇਨ ਦੇ? ਦੇਖੋ ਇਹਦਾ ਸਹੀ ਮਕਸਦ ਜਿਵੇਂ ਤੁਸੀਂ ਸਟਾਰਟ ਦੇ ਵਿੱਚ ਬਿਲਕੁਲ ਓਨੈਸਟਲੀ ਸਪੀਕਿੰਗ ਇਹੀ ਸੀ ਬਈ ਜਾਨਾਂ ਬਚਾਓ, ਜੀ ਲੋਕਾਂ 'ਚ ਅਵੇਅਰਨੈਸ ਲਿਆਓ, ਦੁਨੀਆ ਨੂੰ ਦੱਸੋ। ਜੀ ਦੁਨੀਆ ਨੂੰ ਦੱਸੋ ਸਾਡੇ ਨਾਲ ਕੀ ਹੋਇਆ ਸੀਗਾ। ਜੀ ਜਦੋਂ ਵਿੱਚ ਬੜੇ ਇਹ ਦੇਖਿਆ ਵੀ ਆਪਣੇ ਆਪ ਨੂੰ ਨਹੀਂ ਪਤਾ। ਸਭ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਤੁਸੀਂ ਦੁਨੀਆ ਨੂੰ ਕੁਛ ਵੀ ਦੱਸਣਾ, ਜਿਵੇਂ ਗੁਰੂ ਪਾਤਸ਼ਾਹ ਕਹਿੰਦੇ ਅਵਰ ਉਪਦੇਸੈ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਜੀ ਉਹਦਾ ਜਨਮ ਮਰਨ ਦੇ ਗੇੜ 'ਚ ਪਵੇਗਾ, ਇਹ ਨਹੀਂ ਵੀ ਉਹ ਜਨਮ ਇੱਕ ਹੋਊਗਾ, ਦੋ ਹੋਊਗਾ, ਨਿੱਤ ਮਰੇਗਾ, ਫਿਰ ਜੰਮੇਗਾ, ਮਰੇਗਾ, ਐਂ ਹੀ ਕਰੀ ਜਾਵੇਗਾ। ਉਹ ਕਹਿੰਦੇ ਤੂੰ ਉਹੀ ਕਰ ਜਿਹੜਾ ਤੂੰ ਆਪ ਕਰਨਾ, ਆਪ ਸਮਝ, ਫਿਰ ਦੂਜਿਆਂ ਨੂੰ ਸਮਝ ਆਪੇ ਆ ਜਾਊਗੀ। ਜੀ ਉਹ ਜਿਹੜਾ ਪਾਠ ਸਮਝਾਉਣ ਤੁਰੇ, ਉਹ ਕਹਿੰਦਾ ਅੰਦਰ ਦੇਖਿਆ ਵੀ ਤੇਰਾ ਤਾਂ ਆਪ ਹੀ ਅੰਦਰ ਬਹੁਤ ਗੰਦਾ, ਜੀ ਤੁਹਾਡੇ 'ਚ ਨਫ਼ਰਤ ਆ, ਤੁਹਾਡੇ 'ਚ ਡਰ ਜਿਹਾ, ਉਹੀ ਤਾਂ ਡਰੀ ਜਾਂਦੇ ਆ ਤੁਸੀਂ। ਤੁਹਾਨੂੰ ਰੈਜ਼ੀਲੀਅੰਸ ਵੀ ਦਊਗਾ ਅਕਾਲ ਪੁਰਖ, ਤੁਹਾਨੂੰ ਪਿਆਰ ਵੀ ਦਊਗਾ, ਫਿਰ ਤੁਸੀਂ ਉਹਦਾ ਬਦਲ ਬਣ ਸਕੋਗੇ ਜਿਹੜੀ ਚੀਜ਼ ਨਾਲ ਤੁਸੀਂ ਲੜ ਰਹੇ ਆ। ਜੀ ਉਹ ਚੀਜ਼ ਦੇਖਦੇ ਦੇਖਦੇ ਦੇਖਿਆ ਤਾਂ ਅਸੀਂ ਸੈਂਕੜੇ ਜਾਣੇ ਹੀ ਸੀਗੀਆਂ, ਚਲੋ ਹਜ਼ਾਰਾਂ 'ਚ ਕਨਵਰਟ ਹੋ ਗਏ। ਜੀ ਔਰ ਜਦੋਂ 1.5 ਲੱਖ ਹੁੰਦੀ ਆ ਨਾ, ਉਦੋਂ ਬਾਅਦ ਤੁਹਾਨੂੰ ਬਿਲਕੁਲ ਕਲੀਅਰ ਆਉਂਦਾ। ਉਹ ਕਹਿੰਦਾ ਨਹੀਂ, ਸੱਚੇ ਪਾਤਸ਼ਾਹ ਨੇ ਇਸ ਧਰਤੀ 'ਤੇ ਕੀ ਕੀਤਾ? ਕਿ ਗੁਰਦੁਆਰੇ ਬਣਾ ਕੇ ਗਏ ਸੀ ਗੁਰੂ ਨਾਨਕ ਸਾਹਿਬ? ਜੀ ਕੋਈ ਵੀ ਗੁਰਦੁਆਰਾ ਨਹੀਂ ਸੀ। ਗੁਰੂ ਸਾਹਿਬ ਨੇ ਇਸ ਧਰਤੀ 'ਤੇ ਜਿਹੜਾ ਲੰਗਰ ਦਾ ਇੱਕ ਸਮਾਰਕ ਬਣਾਇਆ, ਸਾਰੀ ਧਰਤੀ 'ਤੇ ਗੇੜਾ ਦੇ ਦਿਓ, ਲੰਗਰ ਦਾ ਸਮਾਰਕ ਕਿਤੇ ਬਰੋਟੇ ਥੱਲੇ ਵੀ ਹੋ ਸਕਦਾ, ਖੁੱਲੀ ਜਗ੍ਹਾ 'ਤੇ ਵੱਡੀ ਬਿਲਡਿੰਗ 'ਚ ਵੀ ਹੋ ਸਕਦਾ। ਜੀ ਇਸੇ ਤਰੀਕੇ ਨਾਲ ਆਹ ਜਿਹੜੇ ਪਾਤਸ਼ਾਹ ਦਾ ਸਮਾਰਕ ਆ ਨਾ, ਇਹ 1.5 ਲੱਖ ਜਾਨਾਂ ਬਚਾ ਕੇ ਅੱਜ ਇੱਕ ਬਣ ਗਿਆ। ਇਹਨੂੰ ਐਵਰੀ ਡੇ ਇਹਦੇ 'ਤੇ ਕੋਈ ਨਾ ਕੋਈ ਵੀਰ ਭੈਣ ਜਾਂਦਾ, ਜਾ ਕੇ ਜਾਨ ਬਚਾਉਂਦਾ, ਇਹਦੇ ਇੱਕ ਰਦਾ ਲਾਇਆ ਆਉਂਦਾ। ਜੀ ਇਹ 22 ਸਾਲ ਹੋ ਗਏ, ਇਹਦੇ 'ਚ 4 ਤਾਂ ਅੱਜ ਵਲੰਟੀਅਰ ਜਿਹੜੇ ਸ਼ੁਰੂ ਕਰਨ ਵੇਲਿਆਂ ਦੇ ਵਿੱਚ ਸੀਗੇ, ਅੱਜ ਉਹ ਹੈ ਨਹੀਂ ਗੇ ਧਰਤੀ 'ਤੇ। ਜੀ ਉਹ ਡੋਨਰ ਆ ਜਿਹੜੇ ਨਹੀਂ ਹੋਏ ਹੋਣਗੇ, ਚਲੇ ਜਾਣਗੇ। ਆ ਵੀ ਮੇਰੇ ਵਰਗੇ ਆ ਪੱਤਿਆਂ ਵਾਂਗੂ ਜਿਹੜੇ ਪੱਤੇ ਅੱਜ ਆਪਾਂ ਨੂੰ ਦਿੰਦੇ ਆ ਨਾ, ਇਹ ਸਾਕਸ਼ਾਤ ਝੜ ਜਾਣੇ ਨੇ। ਜਿਹੜੇ ਕੰਪੇਨ ਸ਼ੁਰੂ ਕਰਨ ਵੇਲੇ ਵੀ ਬੱਚੇ ਬੋਰਨ ਨਹੀਂ ਸੀ ਹੋਏ, ਅੱਜ ਡੋਨਰ ਨੇ। ਜੀ ਇਹ ਦੱਸਦਾ ਕੀ ਆ? ਉਹ ਕਹਿੰਦਾ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਨੇ। ਜੀ ਗੁਰੂ ਪਾਤਸ਼ਾਹ ਦਾ ਜਿਹੜਾ ਲਾਇਆ ਹੋਇਆ ਦਰਖਤ ਆ ਨਾ, ਕੌਮੀ ਦਰਖਤ, ਜੀ ਇਹ ਸੁੱਕਣਾ ਨਹੀਂ। ਇਹ ਕਿਉਂਕਿ ਉਹਦਾ ਬੰਦੇ ਜਾਣਗੇ, ਜੀ ਬੰਦੇ ਆਪਦਾ ਰੋਲ ਕਰਕੇ, ਕੋਈ ਟੁੱਕੜ ਵੋਚ ਬਣ ਕੇ ਚਲੇ ਜਾਣਗੇ, ਕੋਈ ਚੰਗੇ ਬਣ ਕੇ, ਕੋਈ ਆਪਦਾ ਰੋਲ ਕਰਨਗੇ। ਜੀ ਇਸ ਦਾ ਪਰਪਸ, ਇਸ ਦਰਖਤ ਦਾ, ਕੌਮੀ ਦਰਖਤ ਦਾ ਹੈਗਾ ਪੰਥ ਦਾ ਸਰਬੱਤ ਦਾ ਭਲਾ। ਜੀ ਉਹ ਜਿਹੜਾ ਸਮਾਰਕ ਬਣਿਆ ਹੋਊਗਾ, ਉਹਦੇ 'ਚ ਆਪਾਂ ਨੂੰ ਗੁਰੂ ਨਾਨਕ ਸਾਹਿਬ ਦੀ ਸਾਰੀ ਚੀਜ਼, ਉਹ 'ਚ 239 ਸਾਲ ਦਾ ਇਤਿਹਾਸ, ਜੀ
ਉਹਦੀ ਜੋ ਵੀ ਆਪਾਂ ਨੂੰ ਗਾਈਡ ਕਰਦੇ ਆ, ਪਲੱਸ ਜਿਨ੍ਹਾਂ ਨੇ ਆਪਾਂ ਨੂੰ ਉਹ ਕੀਤਾ ਹੋਇਆ ਕਾਰਨੇਜ, ਜੀ ਕੱਲਾ ਕਾਰਨੇਜ ਨਹੀਂ ਕੀਤਾ ਹੋਇਆ, 84 ਤਾਂ ਆਪਾਂ ਸਿਨੋਨਿਮਸ ਕਰਦੇ, ਇੱਕ ਦਿਨ ਚੁਣ ਲੈਂਦੇ ਆ, ਜੀ ਮਹੀਨਾ ਚੁਣ ਲਿਆ ਜਿਹ 'ਚ ਆਪਣੀ ਨਸਲ ਕੁਸ਼ੀ ਹੋਈ ਸੀ, ਪਰ ਆਪਣਾ ਤਾਂ ਬਹੁਤ ਕੁਛ ਹੋਇਆ ਜਦੋਂ ਆਪਾਂ ਸਮਝਦੇ ਆ ਨਾ। ਜੀ ਆਪਾਂ ਕਹਿੰਦੇ ਬੋਧੀਆਂ ਨਾਲ ਹੋਇਆ, ਫਿਰ ਆਪਣੇ ਨਾਲ ਹੋਇਆ, ਫਿਰ ਆਪਣੇ ਬਾਅਦ 'ਚ ਜਵਾਕਾਂ ਨੂੰ ਘਰਾਂ 'ਚੋਂ ਕੱਢ ਕੇ 25,000 ਲਾਸ਼ਾਂ ਤਾਂ ਘਰਾਂ 'ਚ ਨਹੀਂ ਆਈਆਂ, ਜੀ ਖਾਲੜੇ ਹੁਣੀ ਲੱਭਦੇ ਚਲੇ ਗਏ। ਫਿਰ ਬਾਅਦ 'ਚ ਕੀ ਹੋਇਆ ਉਹ ਹਿਸਟਰੀ ਆ, ਹੁਣ ਆਪਣੇ ਕੋਲ ਸਾਰੇ ਕੋਲ ਪਈ ਆ। ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਸ ਸਮਾਰਕ ਦੇ ਵਿੱਚੋਂ ਦਿਸਣਗੀਆਂ। ਜੀ ਇਹ ਆ ਕਿ ਇੱਕ ਪ੍ਰੋਸੈਸ ਚੱਲ ਰਿਹਾ, ਵਿੱਚ ਕੋਈ ਵੱਡੀ ਘਟਨਾ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਚੁਣ ਲੈਂਦੇ ਹਾਂ। ਇਹ ਤਾਂ ਸਲੋਲੀ ਪ੍ਰੋਸੈਸ ਜਿਹੜਾ ਲਗਾਤਾਰ ਚੱਲ ਰਿਹਾ, ਜਿਵੇਂ ਕਿ ਸੋਰਸਰ ਉੱਤੇ ਕਬਜ਼ਾ ਕੀਤਾ ਜਾ ਰਿਹਾ, ਪਾਣੀਆਂ ਵੱਲੋਂ ਸੋਰਸ ਜਿਹੜੇ ਆ ਵਾਤਾਵਰਨ ਜਿਹੜੇ ਸੋਰਸ ਆ ਸਾਰੇ ਗੰਦਲੇ ਕੀਤੇ ਜਾ ਰਹੇ ਜਾਂ ਲੁੱਟੇ ਜਾ ਰਹੇ ਆ। ਬਾਕੀ ਅਸੀਂ ਇੱਕ ਘਟਨਾ ਉੱਤੇ ਜਿਹੜਾ ਵਾ ਆਪਦਾ ਧਿਆਨ ਕੇਂਦਰਿਤ ਕਰ ਲੈਂਦੇ ਹਾਂ, ਬਾਕੀਆਂ ਵੱਲੋਂ ਸਾਡਾ ਧਿਆਨ ਕਈ ਵਾਰੀ ਹਟ ਜਾਂਦਾ। ਵੈਰੀ ਬਿਊਟੀਫੁਲ ਜਿਹੜਾ ਆਹ ਪਾਰਟ ਆ, ਇਹਦੀ ਮਨਸ਼ਾ ਵੀ ਆ। ਅੱਜ ਉਹਨੇ ਕੀਤੀ ਵੀ ਬਹੁਤ ਤੇਜ਼ ਨੇ, ਉਹ ਕਹਿੰਦੇ ਕਰ ਵੀ ਲਓ ਨਾ ਤੁਸੀਂ ਇੱਕ ਘਟਨਾ ਤੇ, ਉਦੋਂ ਬਾਅਦ ਤੁਸੀਂ ਅਜੇ ਉਹਨੂੰ ਫਿੱਟ ਹੀ ਨਹੀਂ ਕੀਤਾ ਹੁੰਦਾ ਰਿਸਪੌਂਸ ਜਿਹਾ, ਉਦੋਂ ਨੂੰ 4 ਹੋਰ ਹੋ ਜਾਂਦੀਆਂ ਨੇ। ਜੀ ਅੱਜ ਵੀ ਤੁਸੀਂ ਦੇਖੋਗੇ ਪੰਜਾਬ 'ਚ ਜੇ ਕੁਛ ਕੀਤਾ ਹੋਇਆ, ਕਸ਼ਮੀਰ 'ਚ ਕੁਛ ਕੀਤਾ, ਉਹਦੇ ਨਾਲ ਉਹਨੇ 4-5 ਹੋਰ ਲੈ ਆਉਣੀਆਂ ਚੀਜ਼ਾਂ, ਉਹ ਤੁਸੀਂ ਉਹ ਰਿਸਪੌਂਡ ਹੀ ਨਹੀਂ ਕਰ ਸਕਦੇ। ਤੁਸੀਂ ਜਿੰਨਾ ਚਿਰ ਉਹਦੀ ਸੋਚ ਦਾ ਬਦਲ ਨਹੀਂ ਕ੍ਰੀਏਟ ਹੁੰਦੀ ਹਿਊਮੈਨਿਟੀ ਦੇ ਵਿੱਚ, ਉਹ ਕੁਛ ਹੋ ਹੀ ਨਹੀਂ ਸਕਦਾ ਜੀ ਇਹਨੂੰ ਸਮਝਣ ਦੇ ਲਈ। ਪਰ ਤੁਹਾਡੇ ਕੋਲ ਰਿਸਪੌਂਸ ਕਾਹਦੇ ਨਾਲ ਕਰਨਾ? ਜੀ ਜੇ ਤਾਂ ਰਿਸਪੌਂਸ ਤੁਹਾਡੇ ਕੋਲ ਐਡੀ ਤਾਕਤ ਆ, ਅਕਲ ਆ, ਸੋਝੀ ਆ, ਕੋਈ ਡਿਵੈਲਪਮੈਂਟ ਹੋਈ ਆ, ਠੀਕ ਆ, ਜੀ ਪਰ ਆਪਣੇ ਕੋਲ ਤਾਂ ਗੁਰੂ ਨੇ ਲਾਈਨਾਂ ਡਰਾ ਕੀਤੀਆਂ ਹੋਈਆਂ। ਜੀ ਜਿਹੜੇ ਭਾਈ ਲਹਿਣਾ ਜੀ ਜਦੋਂ ਗੁਰੂ ਪਾਤਸ਼ਾਹ ਕੋਲ ਜਾਂਦੇ ਆ, ਉਹ ਗੁਰੂ ਅੰਗਦ ਹੋ ਜਾਂਦੇ ਆ, ਜੀ ਫਾਲੋ ਕਰਦੇ ਆ ਗੁਰੂ ਪਾਤਸ਼ਾਹ ਨੂੰ, ਪਰ ਅਲਟੀਮੇਟਲੀ ਗੁਰੂ ਪਾਤਸ਼ਾਹ ਉਹਨਾਂ ਦੇ ਮੂਹਰੇ ਮੱਥਾ ਟੇਕ ਕੇ ਕੀ ਸਾਬਤ ਕਰਦੇ ਆ? ਅੱਜ ਗੁਰੂ ਇਹ ਆ। ਜੀ ਉਹ 239 ਸਾਲ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਹੀ ਨੇ ਆਪਾਂ ਨੂੰ ਉਹ ਸਾਰੀ ਦੀ ਸਾਰੀ ਚੀਜ਼ ਕਲੈਕਟਿਵਲੀ ਭਗਤਾਂ ਦੀ ਸਾਰੀ ਕਲੈਕਟ ਕਰਕੇ ਦੇ ਜਾਂਦੇ ਆ। ਜੀ ਉਹ ਪਰਸਨ ਕਾਹਦੇ ਲਈ ਦੇ ਜਾਂਦੇ ਆ? ਕਿਉਂ ਕਰਦੇ ਆ? ਉਹ ਬਦਲ ਚਾਹੁੰਦੇ ਨੇ। ਉਹਨਾਂ ਨੂੰ ਆ ਸਾਰੀਆਂ ਚੀਜ਼ਾਂ ਜਿਹੜੇ ਆਪਾਂ ਵਰਤਾਰੇ ਜੇ ਦੇਖ ਰਹੇ ਤਾਂ ਗੁਰੂ ਸਾਹਿਬ ਦੇ ਵਿੱਚ ਜਾਗਤ ਕਸਾਈ ਇਹਨਾਂ ਨੂੰ ਸੰਬੋਧਨ ਕੀਤਾ ਹੋਇਆ ਗੁਰੂ ਪਾਤਸ਼ਾਹ ਨੇ। ਜੀ ਕੋਈ ਨਵਾਂ ਨਹੀਂ ਕਰ ਰਹੇ, ਉਹਦੇ ਬਾਰੇ ਗੁਰੂ ਪਾਤਸ਼ਾਹ ਨੇ ਦੱਸਿਆ। ਆਪਾਂ ਨੂੰ ਬਾਦਲ ਨਹੀਂ ਦੱਸੂਗਾ, ਬਾਦਲ ਤਾਂ ਉਹਦਾ ਕੋਈ ਬਣ ਜੂਗਾ, ਫਾਇਦਾ ਲਊਗਾ, ਉਹਦਾ ਜਵਾਕ ਆਉਣਗੇ ਤੇ ਚਲੇ ਜਾਣਗੇ, ਨੌ ਨੇ। ਜੀ ਜਿਹੜਾ ਉਹਦੀ ਸੋਚ ਆ ਨਾ, ਉਹ ਸੋਚ ਦਾ ਬਦਲ ਹੋਰ ਕੋਈ ਤਰੀਕਾ ਹੀ ਹੈ ਨਹੀਂ। ਜਿੰਨਾ ਚਿਰ ਉਹਦਾ ਨਹੀਂ ਹੁੰਦਾ, ਉਹ ਵਰਤਾਰੇ ਤਾਂ ਉਹੀ ਕਰੂ ਜੋ ਉਹ ਜਾਣਦਾ। ਜੀ ਤੇ ਤੁਹਾਡੇ ਕੋਲ ਤੁਸੀਂ ਉਹੀ ਕਰਨਾ ਜਿਹੜਾ ਤੁਸੀਂ ਜਾਣਦੇ ਆ। ਤੁਹਾਡੇ ਕੋਲ ਕੀ ਆ? ਗੁਰੂ ਪਾਤਸ਼ਾਹ ਤੁਹਾਨੂੰ ਆਹ ਦਿੰਦਾ, ਜਿਹੜਾ ਆਪਾਂ ਇਸ ਕੰਪੇਨਾਂ ਦੇ ਰਾਹੀਂ, ਜਿਹੜੇ ਉਹ ਸਮਾਰਕ ਰਾਹੀਂ ਆਪਾਂ ਨੂੰ ਸੁਨੇਹਾ ਮਿਲਦਾ। ਅੱਜ ਤੁਸੀਂ ਤਖਤਿਆਂ ਦੇ ਉੱਤੇ ਆ, ਜਿੰਦੇ ਹੋਣੀ, ਹੋਰ ਵੀਰ ਭੈਣ ਕੋਈ ਜੇਲ੍ਹਾਂ 'ਚ ਨੇ, ਕਿਸੇ ਦਿਨ ਤਖਤ ਵੀ ਆਉਣਗੇ, ਪਰ ਉਦਣ ਵੀ ਇਹ ਸਮਾਰਕ ਕੰਮ ਕਰੂਗਾ। ਉਹ ਕਹਿੰਦਾ ਦੇਖਿਓ, ਉਹ ਭੁੱਲ ਨਾ ਜਾਇਓ, ਜਿਹੜੀਆਂ ਤੁਹਾਡੇ ਨਾਲ ਹੋਈਆਂ ਹੋਰਾਂ ਨਾਲ ਹੋਈਆਂ, ਤੁਸੀਂ ਇਹਦੇ ਬਾਰੇ ਭੁੱਲ ਕੇ ਵੀ ਸੋਚਿਓ ਨਾ। ਜੇ ਕਿਸੇ ਇੱਕ ਬੇਟੀ ਦਾ ਰੇਪ ਹੋ ਗਿਆ, ਸਾਰੀ ਤੁਹਾਡਾ ਜਿਹੜੇ ਸਟੇਟ ਹੋਊਗੀ ਉਹ ਸ਼ਰਮ ਨਾਲ ਝੁਕ ਜਾਣੀ ਚਾਹੀਦੀ ਆ, ਨਾ ਕਿ ਤੁਸੀਂ ਰਾਤ ਨੂੰ 2 ਵਜੇ ਬੱਚੀ ਦਾ ਜਾ ਕੇ ਪੁਲਿਸ ਦੀ ਪਹਿਰੇ 'ਚ ਸੰਸਕਾਰ ਨਾ ਕਰਦੇ ਹੋ। ਇਹ ਆਪਣੇ ਲਈ ਉਹ ਸਾਰਾ ਸਮਾਰਕ ਕੰਮ ਕਰੂਗਾ। ਇਹ ਸਮਾਰਕ ਕਿਹਦਾ? ਸੱਚੇ ਪਾਤਸ਼ਾਹ ਦਾ, ਜਿਹਨੇ ਬਹੁਤ ਘਾਲਣਾ ਕੀਤੀ ਇਸ ਧਰਤੀ ਤੇ। ਇੱਕ ਇਸ ਕੰਪੇਨ ਦਾ ਮੈਨੂੰ ਲੱਗਦਾ ਹੋਰ ਬਹੁਤ ਅਹਿਮ ਅੰਗ ਆ ਕਿ ਅਸੀਂ ਜਦੋਂ ਦੇਖਦੇ ਹਾਂ ਕੈਂਪ ਦੇ ਵਿੱਚ, ਤਾਂ ਬਹੁਤ ਸਾਰੇ ਜਿਹੜੇ ਵਲੰਟੀਅਰ ਆ ਉਹ ਹੁੰਦੇ ਆ ਜਿਨ੍ਹਾਂ ਦੀ ਉਮਰ ਮੈਨੂੰ ਲੱਗਦਾ 30 ਸਾਲ ਦੇ ਆਸ-ਪਾਸ ਹੋਊਗੀ, ਔਰ ਉਹਨਾਂ ਦਾ ਜਨਮ ਜਿਹੜਾ ਵਾ ਇਸ ਘਟਨਾ ਤੋਂ ਬਾਅਦ ਹੋਇਆ। ਸੋ ਉਹਨਾਂ ਤੱਕ ਜਿਹੜੀਆਂ ਗੱਲਾਂ ਪਹੁੰਚਦੀਆਂ ਵਾ ਜਾਂ ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਇਸ ਕੰਪੇਨ ਨੂੰ ਹਿੱਸਾ ਪਾ ਜਾਂਦਾ। ਸੋ ਜਦੋਂ ਇਹ ਇੱਦਾਂ ਦੀ ਜਿਹੜੀ ਇੱਕ ਸੈਂਸਿਟਿਵ ਇਸ਼ੂ ਆ, ਜਦੋਂ ਅਸੀਂ ਅਗਲੀ ਪੀੜ੍ਹੀ ਨੂੰ ਇਹ ਦਿੰਦੇ ਹਾਂ, ਤਾਂ ਉਹਦੇ ਵਿੱਚ ਕਿੱਦਾਂ ਦਾ ਖਿਆਲ ਰੱਖਦੇ ਹੋ? ਤਾਂ ਕਿ ਕਿਉਂਕਿ ਇਹ ਸੁਭਾਵਿਕ ਹੈ ਕਿ ਬਹੁਤ ਜ਼ਾਲਮ ਜਿਹੜੀ ਹਰਕਤ ਸੀ ਉਹ ਕੀਤੀ ਗਈ ਸੀ ਅਤੇ ਉਹ 'ਚੋਂ ਨਫ਼ਰਤ ਵੀ ਨਿਕਲਦੀ ਹੈ। ਸੋ ਜਦੋਂ ਤੁਸੀਂ ਇਹਨੂੰ ਅੱਗੇ ਪਾਸ ਕਰਦੇ ਹੋ, ਡਿਲੀਵਰ ਕਰਦੇ ਹੋ ਅਗਲੀ ਜਨਰੇਸ਼ਨ ਦੇ ਵਿੱਚ ਜਿਹੜੇ ਤੁਹਾਡੇ ਕੋਲ ਕੰਮ ਕਰਦੇ ਆ, ਫਿਰ ਉਹ ਕਿਸ ਤਰ੍ਹਾਂ ਹੁੰਦਾ ਕਿ ਨਫ਼ਰਤ ਨਾ ਪੈਦਾ ਹੋਵੇ, ਪਰ ਜਿਹੜਾ ਸਾਡਾ ਇਹਨੂੰ ਯਾਦ ਵੀ ਰੱਖਿਆ ਜਾਵੇ ਅਤੇ ਇਹ ਤੋਂ ਸੇਧ ਵੀ ਲਈ ਜਾਵੇ। ਇਹ ਮਨਦੀਪ ਸਿੰਘ ਜੀ ਸੱਚੀ ਬਹੁਤ ਵਧੀਆ ਨੁਕਤਾ। ਤੁਸੀਂ ਜਦੋਂ ਬਿਗਨਿੰਗ 'ਚ ਸੀ, ਇਹੋ ਜਿਹਾ ਕੋਈ ਵੀ ਸੰਕਲਪ ਨਹੀਂ ਸੀ। ਕੋਈ ਐਂ ਬੰਦਾ ਸਿਆਣਾ ਹੋ ਕੇ ਕਹਿ ਦੇਵੇ ਨਹੀਂ ਜੀ ਐਂ ਕਰਦੇ ਸੀ, ਐਂ ਨਹੀਂ ਸੀ ਕਰਦੇ। ਸਾਡੇ ਕੋਲ ਕੋਈ ਮਕੈਨੀਕਲ ਵੇ ਸੀਗਾ। ਇਹ ਪ੍ਰੋਸੈਸ ਹੀ ਆਪਣੇ ਆਪ 'ਚ ਇਹੋ ਜਿਹਾ, ਜਿਹੜੇ ਜਿਵੇਂ ਕੋਈ ਚੰਗੇ ਪੜ੍ਹੇ ਲਿਖੇ, ਜਿਹਨਾਂ ਨੂੰ ਬਹੁਤ ਪੜ੍ਹਾਈਆਂ ਕੀਤੀਆਂ ਹੋਈਆਂ ਬੰਦੇ, ਅਫਸਰ ਤਕੜੇ ਲੱਗੇ ਹੋਏ ਆ, ਉਹ ਕਈ ਵਾਰ ਬਲੱਡ ਡੋਨੇਟ ਕਰਦੇ ਆ। ਉਹ ਕਹਿੰਦੇ ਆ, ਉਹ ਕਹਿੰਦਾ ਵੀਰੇ ਜ਼ਿੰਦਗੀ 'ਚ ਪਹਿਲੀ ਵਾਰ ਯਾਰ ਐਂ ਲੱਗਦਾ ਮੈਂ ਜ਼ਿੰਦਗੀ ਕੋਈ ਵਰਥਵਾਈਲ ਕੰਮ ਕੀਤਾ।
ਜਦੋਂ ਤੁਸੀਂ ਇਸ ਭਾਵਨਾ ਚਾਹੁੰਦੇ ਆ ਨਾ, ਤੁਹਾਨੂੰ ਤਾਂ ਬਹੁਤ ਲਾਈਫ ਜਿਹੜੀ ਇੰਪੋਰਟੈਂਟ ਆ ਉਹ 'ਚ ਵਾਇਲੈਂਸ ਵਾਲਾ ਪਾਰਟ ਜਿਹੜਾ ਤੁਹਾਡੇ ਮਨ 'ਚੋਂ ਨਿਕਲ ਜਾਂਦਾ ਜੀ। ਅੰਦਰੋਂ ਨਹੀਂ ਵੀ ਜਵਾਨੀ ਕਲਾਮੀ ਨਹੀਂ, ਆਤਮਾ 'ਚੋਂ ਹੀ ਨਿਕਲ ਜਾਂਦਾ। ਤੁਹਾਡੇ 'ਚ ਆਉਂਦਾ ਪਿਆਰ ਤੇ ਦ੍ਰਿੜਤਾ ਜੀ। ਜਿਹੜਾ ਇੱਕ ਅਖੌਤੀ ਡਰ ਜਿਹਾ ਨਾ ਉਹ ਵੀ ਉੱਡ ਜਾਂਦਾ। ਇਹ ਮੈਂ ਉਹ ਜ਼ਾਲਮ ਸੋਚ ਨੂੰ ਦੱਸਦਾ ਜੀ। ਵੀ ਉਹ ਸੰਜੀਵ ਭੱਟ ਜਿਵੇਂ ਨਿਡਾਰਾ, ਉਹ ਤਾਂ ਸਿੱਖ ਨਹੀਂ ਨਾ ਹੈਗਾ, ਉਹ ਨਿਡਰਤਾ ਆਉਂਦੀ ਆ ਜੀ। ਉਹ 'ਚ ਨਫ਼ਰਤ ਨਹੀਂ ਹੁੰਦੀ। ਸੰਜੀਵ ਭੱਟ 'ਚ ਨਫ਼ਰਤ ਨਹੀਂ ਹੈਗਾ ਜਿਹੜਾ ਉਹ ਕਹਿੰਦਾ ਸੀ ਮੋਦੀ ਤੂੰ ਉੱਥੇ ਮੈਨੂੰ ਐ ਕਿਹਾ ਸੀਗਾ। ਇਹ ਹਿਸਟਰੀ ਆ। ਜੀ। ਉਹ UC ਬੈਨਰਜੀ ਵਰਗੇ ਬਣ ਜਾਂਦੇ ਨੇ। ਉਹ ਕਹਿੰਦੇ ਯਾਰ ਮੈਂ ਟਰੁੱਥ ਨੂੰ ਟਰੁੱਥ ਕਹੂੰਗਾ। 10 ਸਾਲ ਦਾ ਬੱਚਾ ਉਹ ਰੌਲਾ ਪਾਉਣ ਲੱਗ ਜਾਂਦਾ, ਆਪਦੀ ਮਾਂ ਦੇ ਨਾਲ ਜਾਂਦਾ, ਡੋਨਰ ਹੁੰਦੀ ਆ ਮਾਂ। ਉਹ ਕਹਿੰਦੀ ਮਾਂ ਮੈਂ ਕਦੋਂ ਦਊਂਗਾ? ਉਹ ਕਹਿੰਦੇ ਪੁੱਤ 7 ਸਾਲ ਉਡੀਕਣਾ ਪੈਣਾ। ਜੀ। ਉਹ ਪ੍ਰੋਸੈਸ ਹੈ ਜਿਹੜੀ ਉਹਦੇ 'ਚ ਉਹ ਬਿਆਨੋਂ ਬਾਹਰ ਆ। ਫਿਰ ਤਾਂ ਹੀ ਕਹਿੰਦੇ ਵੀ ਉਹ ਬੰਦੇ ਦੇ ਕਾਰਨ ਨਹੀਂ, ਉਹ ਗੁਰੂ ਦੇ ਕਾਰਨ ਆ। ਜੀ। ਉਹ ਜਿਹੜੀ ਰੂਹ ਫੂਕਦੀ ਆ, ਜਿਹਦੇ ਕਰਕੇ ਤੁਸੀਂ ਬਿਲੀਵ ਕਰਿਓ ਜਦੋਂ ਸਟਾਰਟ ਸੀਗਾ ਬੜਾ ਔਖਾ ਲੱਗਦਾ ਸੀ ਇਹ ਪੈਂਡਾ, ਕਿਉਂਕਿ ਨਵਾਂ ਸੀਗਾ, ਬੰਦੇ ਦੇ ਤੌਰ ਤੇ ਕਰ ਰਹੇ ਸੀਗੇ। ਜਦੋਂ ਅੱਜ ਗੁਰੂ ਪਾਤਸ਼ਾਹ ਦੀ ਛਤਰ ਛਾਇਆ ਸਮਝ ਆਉਂਦੀ ਆ ਨਾ, ਇਹਦੇ ਵਿੱਚ ਚਾਅ ਚੜ੍ਹਦਾ ਬੰਦੇ ਨੂੰ, ਯਾਰ ਮੈਨੂੰ ਦਾਤਾ ਤੂੰ ਇਸ 'ਚ ਕੰਮ ਕਰਨ ਦਾ ਮੌਕਾ ਦੇਤਾ। ਜਦੋਂ ਤੁਸੀਂ ਕਰਕੇ ਚਲੇ ਜਾਣਾ, ਤੁਹਾਨੂੰ ਪਤਾ ਇਹਦੀ ਪ੍ਰੋਡਕਸ਼ਨ ਕੀ ਆ, ਉਹ ਬਿਊਟੀਫੁਲ ਆ, ਬਿਊਟੀਫੁਲ। ਜਦੋਂ ਅਸੀਂ ਕਹਿੰਦੇ ਆ ਕਿ ਸਿੱਖਾਂ ਨੇ ਕੰਪੇਨ ਲਾਈ ਆ ਜਾਂ ਸਿੱਖਾਂ ਵੱਲੋਂ, ਇਹ ਤਾਂ ਜਿਹੜੇ ਮੋਟੇ ਰੂਪ ਦੇ ਵਿੱਚ ਸਾਡੇ ਸਾਹਮਣੇ ਇੱਕ ਤਸਵੀਰ ਆ ਜਾਂਦੀ ਹੈ ਕਿ ਇੱਕ ਸਿੱਖ ਹੋਊਗਾ, ਉਹਦੀ ਸੋਹਣੀ ਦਸਤਾਰ ਸਜਾਈ ਆ, ਉਹਦਾ ਦਾੜਾ ਪ੍ਰਕਾਸ਼ ਹੋਊਗਾ, ਕਿਸੇ ਦੇ ਕਿਰਪਾਨ ਵੀ ਪਾਈ ਹੋ ਸਕਦੀ, ਕਿਸੇ ਨੂੰ ਨਹੀਂ ਪਾਈ ਹੋ ਸਕਦੀ। ਪਰ ਜਦੋਂ ਮੈਂ ਤੁਹਾਡੀ ਕੰਪੇਨ ਦੇਖਦਾ, ਉਹਦੇ ਵਿੱਚ ਕੋਈ ਇੱਦਾਂ ਦੀ ਬੰਦਿਸ਼ ਨਹੀਂ ਹੈਗੀ। ਅਤੇ ਉਹਦੇ ਵਿੱਚ ਹਾਲਾਂਕਿ ਅਸੀਂ ਬਹੁਤ ਸਾਰਾ ਜਿਹੜਾ ਅਸੀਂ ਦੇਖਦੇ ਹਾਂ ਕਿ ਰੋਜ਼ ਲੋਕ ਇਹ ਕਹਿੰਦੇ ਆ ਕਿ ਹੁਣ ਤਾਂ ਜੀ ਜਿਹੜਾ ਬੇੜਾ ਹੀ ਬਹਿ ਗਿਆ, ਮਤਲਬ ਕਿ ਸਿੱਖੀ ਤੋਂ ਨੌਜਵਾਨੀ ਦੂਰ ਹੋ ਰਹੀ ਆ, ਅਤੇ ਕਈ ਤਰ੍ਹਾਂ ਦੀ ਜਿਹੜੀਆਂ ਨੈਗੇਟਿਵ ਗੱਲਾਂ ਹੁੰਦੀਆਂ ਨੇ, ਮਤਲਬ ਤੁਸੀਂ ਵੀ ਸਾਰੀਆਂ ਤੁਹਾਡੇ ਤੱਕ ਵੀ ਪਹੁੰਚਦੀਆਂ ਹੋਣਗੀਆਂ। ਪਰ ਜਦੋਂ ਤੁਸੀਂ ਇਸ ਕੰਪੇਨ 'ਚ ਗੱਲ ਕਰਦੇ ਹੋ, ਕੰਮ ਕਰਦੇ ਹੋ, ਅਤੇ ਮੈਂ ਵੀ ਕੁਛ ਪਿਛਲੇ ਸਾਲ ਜਿਹੜੇ ਕੈਂਪ ਦੇਖੇ ਸੀ, ਮੈਂ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਦਿਆਂ ਦੇਖਿਆ। ਕੀ ਲੱਗਦਾ ਕਿ ਕਿਉਂਕਿ ਰਿਲੀਜਨ 2 ਤਰ੍ਹਾਂ ਦੀ ਪ੍ਰੈਕਟਿਸ ਮੰਨੀ ਜਾਂਦੀ, ਇੱਕ ਤਾਂ ਮੋਟੇ ਤੌਰ 'ਤੇ ਅਸੀਂ ਬਾਹਰਲੀ ਪ੍ਰੈਕਟਿਸ ਮੰਨ ਲੈਂਦੇ ਹਾਂ ਵੀ ਅਸੀਂ ਦਾੜਾ ਪ੍ਰਕਾਸ਼ ਕਰ ਲਿਆ, ਦਸਤਾਰ ਸਿਆ ਲਈ। ਅਸਲੀ ਪ੍ਰੈਕਟਿਸ ਇੱਕ ਅੰਦਰਲੀ ਮੰਨੀ ਜਾਂਦੀ ਹੈ। ਸੋ ਤੁਸੀਂ ਇਹਦੇ ਵਿੱਚੋਂ ਕੀ ਤੁਹਾਨੂੰ ਜੱਜ ਕਰਨ ਨੂੰ ਮਿਲਿਆ ਕਿ ਇਹਨਾਂ ਦੇ ਅੰਦਰ ਜਿਹੜੇ ਬਾਹਰੋਂ ਬੇਸ਼ੱਕ ਨਹੀਂਗੇ, ਕਿ ਅੰਦਰੋਂ ਕੁਛ ਉਹਨਾਂ 'ਚ ਹਲੇ ਹੈਗਾ ਕਿ ਕਦੇ ਵਾਪਸ ਉਸ ਰਾਹ 'ਤੇ ਵਾਪਸ ਮੁੜ ਸਕਦੇ ਆ? ਤੁਸੀਂ ਮਤਲਬ ਮੈਂ ਤੁਹਾਨੂੰ ਬਿਲਕੁਲ ਇੱਥੇ ਆਪਾਂ ਫਰੈਂਕਲੀ ਗੱਲ ਕਰਦੇ ਹਾਂ, ਜੇ ਸਾਡੀ ਹੁੰਦੀ ਨਾ, ਬਿਲਕੁਲ ਤੁਸੀਂ ਇਹੋ ਜਿਹੀ ਹੁੰਦੀ ਡੱਬ ਖੜੱਬੀ ਜੀ, ਮੇਰੇ ਵਰਗੇ ਜੇ, ਮੈਨੂੰ ਜਾਣਦੇ ਜੇ, ਇਹ ਆਪਣੀ ਨਹੀਂ, ਇਹ ਗੁਰੂ ਪਾਤਸ਼ਾਹ ਦੀ ਆ। ਗੁਰੂ ਪਾਤਸ਼ਾਹ ਦੇ ਬੱਚੇ ਜਿਹੋ ਜਿਹੇ ਵੀ ਆ, ਉਹ ਜੱਜ ਕਰਦਾ। ਜਿਵੇਂ ਦੁਸ਼ਮਣ ਨੂੰ ਵੀ ਸਮਝਿਓ ਤੁਸੀਂ, ਦੁਸ਼ਮਣ ਨੇ ਵੀ ਬਹੁਤ ਕਰੈਕਟਲੀ ਜੱਜ ਕੀਤਾ। ਉਹਨੇ ਕਿਵੇਂ ਜੱਜ ਕੀਤਾ? ਉਹਨੇ ਐ ਨਹੀਂ ਦੇਖਿਆ ਵੀ ਤੂੰ ਕਾਂਗਰਸੀ ਆ, ਤੂੰ ਵਾਲ ਕੱਟੇ ਆ ਕਿ ਨਹੀਂ ਕੱਟਿਆ। ਉਹ ਕਹਿੰਦਾ ਮੈਨੂੰ ਮੈਨੂੰ ਕਾਫੀ ਹੱਦ ਤੱਕ ਸ਼ੱਕ ਆ ਤੇਰੇ ਤੇ, ਵੀ ਤੇਰੇ 'ਚ ਗੁਰੂ ਨਾਨਕ ਧੜਕਦਾ। ਸਿੱਖ ਕਰਕੇ ਮਾਰਿਆ ਨਾ, ਸਿੱਖ ਦੀ ਹੋਰ ਕੋਈ ਡੈਫੀਨੇਸ਼ਨ ਜਿਹੜਾ ਗੁਰੂ ਨੂੰ ਮੰਨਦਾ। ਪਰ ਸਾਡੇ ਕੋਲ ਬਹੁਤ ਘਾਟ ਆ। ਮੈਂ ਇਹ ਤਾਂ ਬੁਨਿਆਦੀ ਤੌਰ 'ਤੇ ਅਸੀਂ ਆਹ ਦਰਸ਼ਨੀਆ ਸਿੰਘ ਜਾਂਦਾ ਜਾਂ ਮੈਂ ਪੂਰਨ ਸਿੱਖ ਨਹੀਂ ਹੈਗਾ। ਉਹ ਕਹਿੰਦਾ ਯਾਰ ਮੇਰਾ ਗੁਰੂ ਜੱਜ ਕਰਦਾ। ਇਹ ਕੰਪੇਨ ਨੇ ਬਹੁਤ ਪ੍ਰਤੱਖ ਦੱਸਿਆ ਹੋਇਆ। ਕਹਿੰਦਾ ਸਿਰ 'ਤੇ ਇੱਕ ਵੀ ਵਾਲ ਨਹੀਂ ਹੈਗਾ, ਪਰ ਗੁਰੂ ਉਹਦੇ 'ਚ ਐਂ ਗਾਤਰੇ ਵਾਲੇ ਵਾਂਗੂ ਬਿਲਕੁਲ ਸਪਸ਼ਟ ਤੌਰ 'ਤੇ ਗੁਰੂ ਪਿਆਰ ਕਰਦਾ। ਕੋਈ ਟੋਪੀ ਲਈ ਹੋਈ ਆ, ਉਹ ਵਰਤਾਰੇ 'ਤੇ ਬੈਠੇ ਨੇ। ਇੱਥੇ ਮੈਂ ਤੁਹਾਨੂੰ ਇੱਕ ਇੰਸੀਡੈਂਸ ਦੇ ਤੌਰ 'ਤੇ ਦੱਸਦਾ ਕਿ ਡਿਊਟੀਆਂ ਲਾਉਣੇ ਹੁੰਦੇ ਆ ਭਾਈ, ਆਪਦੀਆਂ ਡਿਊਟੀਆਂ 'ਤੇ ਕਾਇਮ ਹੋ ਜਾਓ ਸਾਰੇ, ਕਿਉਂਕਿ ਬਹੁਤ ਸਤਰਕ ਹੋ ਕੇ ਇਸ ਚੀਜ਼ 'ਤੇ ਬੜੇ ਲੰਮੇ ਪ੍ਰੋਸੈਸ 'ਚ ਕੰਮ ਹੁੰਦਾ। 365 ਸੀ 1/4 ਦਿਨ ਇਹਦੇ ਆਲੇ ਦੁਆਲੇ ਘੁੰਮਦੇ ਆ। ਉਹ ਇੱਕ ਵੀਰ ਨੇ ਸਾਡੇ, ਅਤੇ ਅਸੀਂ ਉਹਨਾਂ ਨੂੰ ਕਿਹਾ ਵੀਰ ਜੀ ਤੁਸੀਂ ਆਪਦੀ ਡਿਊਟੀ, ਉਹ ਕਹਿੰਦਾ ਵੀਰੇ ਤੁਸੀਂ ਯਾਰ ਜਿੰਨਾ ਚਿਰ ਮੈਂ ਮਰਦਾ ਨਹੀਂ ਨਾ ਆਪਦੇ ਵੀਰ ਦਾ ਨਾਂ ਲੈ ਕੇ ਨਾਲ, ਕਹਿੰਦੇ ਵੀ ਉਹਨਾਂ ਚਿਰ ਯਾਰ ਸਾਡੀ ਡਿਊਟੀ ਨਾ ਉਹ ਬਦਲਿਓ। ਇਹ ਆ ਭਾਵਨਾ। ਉਹਨਾਂ ਦੇ ਟੋਪੀ ਪਾਈ ਹੁੰਦੀ ਆ ਸੋਹਣੀ ਜੀ, ਅਤੇ ਕਲੀਨ ਸ਼ੇਵਨ ਨੇ। ਅਤੇ ਮੈਂ ਅਕਸਰ ਹੀ ਇਹ ਗੱਲ ਕਰਦਾ ਹੁੰਦਾ ਵੀ ਜਿੱਦਣ ਮੈਂ ਉਹ ਜਿਹਾ ਸਿੱਖ ਬਣ ਸਕਿਆ ਨਾ ਜਿਹਦੇ ਉਹ ਸਿੱਖ ਵਰਗਾ, ਅਤੇ ਮੈਂ ਬਹੁਤ ਧੰਨਭਾਗੀ ਸਮਝੂੰਗਾ, ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝੂ। ਮੈਂ ਯਤਨ ਕਰਦਾ ਉਹ ਜਿਹਾ ਬਣਦਾ। ਪਰ ਇਹ ਜਿਹੜੀ ਇਹ ਪ੍ਰੋਸੈਸ ਸਮਝਾਇਆ ਗੁਰੂ ਦੀ, ਇਸ ਪ੍ਰੋਸੈਸ ਨੇ ਸਮਝਾਇਆ ਵੀ ਤੁਸੀਂ ਬਾਹਰੇ 'ਚ ਅੰਦਰੇ 'ਚ ਨਹੀਂ, ਬਹੁਤ ਸੁਨੱਖਾ ਸਿੱਖ ਆ, ਬੜਾ ਦਰਸ਼ਨੀ ਆ, ਬਹੁਤ ਗੁੱਡ ਆ। ਉਹ ਕਹਿੰਦਾ ਉਦੋਂ ਬਾਅਦ ਵੀਰੇ ਡੂਇੰਗ 'ਤੇ ਆ ਜਾਓ। ਇਹੀ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ, ਤੂੰ ਮੁਸਲਮਾਨ ਹੋ ਜਾ, ਤੂੰ ਕੁਛ ਹੋ ਜਾ, ਤੇਰੀ ਡੂਇੰਗ ਕੀ ਆ, ਕਰਦਾ ਕੀ ਆ।
ਤੇਰੇ ਲੱਛਣਾਂ ਤੋਂ ਤੇਰਾ ਪਤਾ ਲੱਗਣਾ, ਚਾਹੇ ਤੂੰ ਸਿੱਖ ਆ ਚਾਹੇ ਮੁਸਲਮਾਨ ਆ, ਈਵਨ ਤੂੰ ਰੱਬ ਨੂੰ ਵੀ ਨਹੀਂ ਮੰਨਦਾ, ਤੇਰੇ ਲੱਛਣ ਕੀ ਨੇ। ਜੀ ਬਸ ਇਹ ਨਿਬੇੜਾ। ਅੱਛਾ, ਜਦੋਂ ਕੋਈ ਵੀ ਮੁਹਿੰਮ ਚੱਲਦੀ ਆ ਤਾਂ ਉਹਦੇ ਆਪਾਂ ਕਾਮਯਾਬੀ ਦੇ ਨਾ ਕਈ ਜਿਹੜੇ ਕ੍ਰਾਈਟੇਰੀਆ ਸੈੱਟ ਕਰ ਲੈਂਦੇ ਆ। ਇੱਕ ਕ੍ਰਾਈਟੇਰੀਆ ਤਾਂ ਹੈਗਾ ਨੰਬਰਸ ਦਾ। ਨੰਬਰਸ ਦੇ ਵਿੱਚ ਤਾਂ ਜਿਵੇਂ ਅੱਜ ਆਪਾਂ ਕਹਿ ਸਕਦੇ ਹਾਂ ਕਿ ਇਸ ਵਕਤ ਅਸੀਂ ਜਿਹੜੇ ਆ ਕੈਨੇਡੀਅਨ ਬਲੱਡ ਸਰਵਿਸ ਦੇ ਸਭ ਤੋਂ ਵੱਡੇ ਪਾਰਟਨਰ ਹੈ ਇਸ ਵਕਤ ਬਲੱਡ ਡੋਨਰ ਦੇ ਵਿੱਚ। ਉਸ ਤੋਂ ਇਲਾਵਾ ਤੁਸੀਂ ਅੰਦਰੂਨੀ ਤੌਰ 'ਤੇ ਕੀ ਦੇਖਦੇ ਹੋ ਕਿ ਇਸ ਕੰਪੇਨ ਦੇ ਵਿੱਚ ਤੁਹਾਨੂੰ ਹੋਰ ਕਿਹੜੀ ਸਭ ਤੋਂ ਵੱਡੀ ਪ੍ਰਾਪਤੀ ਨੰਬਰਸ ਤੋਂ ਇਲਾਵਾ ਕੀ ਹੈ? ਹਾਂਜੀ, ਇਹਦੇ ਸਭ ਤੋਂ ਵੱਡੀ, ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਵੀ ਕੀਤਾ, ਜਿਹੜੀ ਰਿਅਲਾਈਜੇਸ਼ਨ ਆ ਵੀ ਤੁਸੀਂ ਕੌਣ ਆ, ਜੀ ਇਹ ਸਭ ਤੋਂ ਵੱਡੀ ਪ੍ਰਾਪਤੀ ਆ। ਦੂਜਾ ਹੈਗਾ ਦੁਸ਼ਮਣ ਦੇ ਬਾਰੇ, ਉਹਦੇ ਵਰਤਾਰੇ ਨੂੰ ਸਮਝਣਾ, ਉਹਦੀ ਸਮਝ ਹੌਲੀ ਹੌਲੀ, ਇਹ ਜਿਹੜੀ ਅੰਦਰਲਾ ਸਾਫ਼ ਹੋਣਾ, ਸਿੱਖ ਦਾ ਅੰਦਰੋਂ ਜਾਗਣਾ, ਉਹਨੂੰ ਚਾਅ ਚੜ੍ਹਨਾ ਵੀ ਮੈਂ ਉਹ ਪਾਤਸ਼ਾਹ ਦਾ ਸਿੱਖ ਹਾਂ। ਪਾਤਸ਼ਾਹ ਕੀ ਨੇ? ਜੀ ਪਾਤਸ਼ਾਹ ਦੇ ਜਿਹੜੇ ਗੁਣ ਨੇ ਉਹ ਤੁਹਾਡੇ 'ਚ ਆ ਬਹਿੰਦੇ ਨੇ ਜਦੋਂ ਤੁਸੀਂ ਉਹਦੇ ਕੋਲੇ ਹੁੰਦੇ ਆ। ਗੁਰੂ ਆਪਦੇ ਗੁਣ ਤੁਹਾਨੂੰ ਦਿੰਦਾ, ਕਿਉਂਕਿ ਔਗਣ ਉਹਦੇ ਕੋਲ ਹੈ ਨਹੀਂ ਗੇ, ਸਗੋਂ ਦੀ ਤੁਹਾਡੇ ਔਗਣ ਉਹ ਬਾਹਰ ਕੱਢ ਦਿੰਦਾ ਜੀ। ਅਤੇ ਤੁਸੀਂ ਆਪਦੇ 'ਚੋਂ ਸਾਫ਼ ਹੁੰਦੇ, ਆਪਦੇ ਪਰਿਵਾਰ 'ਚ ਠੀਕ ਹੁੰਦੇ, ਆਪਦੇ ਗੁਆਂਢੀ ਨਾਲ ਠੀਕ ਹੁੰਦੇ ਆ। ਉਸ ਕਰਕੇ ਜੇ ਅੱਜ ਪ੍ਰੀਮੀਅਰ ਉੱਠਦਾ ਇੱਥੋਂ ਦੇ ਅਲਬਰਟਾ ਦਾ, ਜਿਵੇਂ ਆਪਣੇ ਉੱਥੇ ਪੰਜਾਬ 'ਚ ਚੀਫ ਮਿਨਿਸਟਰ ਹੁੰਦਾ, ਜੀ ਜਦੋਂ ਕੋਵਿਡ ਆਉਂਦੀ ਆ ਸਾਰੇ ਲੋਕ ਲੋਕਡਾਊਨ ਜੇ ਹੋ ਜਾਂਦੇ ਆ, ਅਤੇ ਬਲੱਡ ਤਾਂ ਲੋਕਾਂ ਨੂੰ ਚਾਹੀਦਾ, ਜਾਨਾਂ ਜਾਂਦੀਆਂ ਹੁੰਦੀਆਂ ਉਹਨਾਂ ਨੂੰ, ਜੀ ਉਹ ਹਾਕੀ ਨੂੰ ਮਾਰਦੇ ਨੇ ਸਿੱਖਾਂ ਨੂੰ। ਜੀ ਇਹ ਪਰ ਸਿੱਖ ਉਹਦੇ 'ਚ ਐਂ ਨਹੀਂ ਕਰਦੇ ਵੀ ਅਸੀਂ ਕਾਲਰ ਜੇ ਖੜੇ ਕਰਕੇ ਅਸੀਂ ਜੀ ਬਾਮਾ। ਜਿਵੇਂ ਇੱਕ ਮੈਂ ਸੁਣਦਾ ਸੀ ਕਿ ਜਰਨਲਿਸਟ ਰਵੀਸ਼ ਕੁਮਾਰ ਜਿਹੜੇ ਆ, ਜੀ ਉਹ ਕਹਿੰਦਾ ਸਾਡੀ ਕਿੱਡੀ ਬਦਕਿਸਮਤੀ ਹੋ ਗਈ ਜਦੋਂ ਸਾਨੂੰ ਕੋਈ ਕਹਿੰਦਾ ਵੀ ਇਹ ਓਨੈਸਟ ਜਰਨਲਿਸਟ ਆ। ਜੀ ਉਹ ਕਹਿੰਦਾ ਇਹ ਕਿਹੜੀ ਵਡਿਆਈ ਆ, ਇਹ ਤਾਂ ਨੋਰਮਲ ਆ। ਜੀ ਸਿੱਖਾਂ ਲਈ ਆ ਜਿਹੜੇ ਲੰਗਰ ਛਕਾਉਣਾ, ਦੂਜੇ ਵਡਿਆਈ ਵਾਲਾ ਤਾਂ ਨਹੀਂ ਹੈਗਾ, ਜੀ ਇਹ ਤਾਂ ਆਨੰਦ ਵਾਲਾ। ਜੀ ਇਹ ਤਾਂ ਤੁਸੀਂ ਤਾਂ ਸਿਰਫ ਜੋ ਕੁਛ ਕਰਦੇ ਆ ਉਸ ਅਕਾਲ ਪੁਰਖ ਨੂੰ ਤੇ ਆਪਦੇ ਗੁਰੂ ਨੂੰ ਸਿਰ ਨਿਵਾਉਂਦੇ ਆ ਵੀ ਦਾਤਾ ਜੀ ਤੂੰ ਸਾਡੇ ਤੇ ਏਡੀ ਮਿਹਰ ਕੀਤੀ, ਸਾਨੂੰ ਕੰਮ ਕਰਨ ਨੂੰ ਦਿੱਤਾ। ਜੀ ਵਡਿਆਈ ਨਹੀਂ, ਵਡਿਆਈ ਬਾਹਰ ਕਰਦੇ ਨੇ, ਜੀ ਅੰਦਰੋਂ ਤਾਂ ਚਾਅ ਚੜ੍ਹਦਾ ਬਸ। ਜੀ ਅੱਛਾ, ਇਸ ਕੰਪੇਨ 'ਚ ਵੀ ਪਹਿਲਾਂ ਵੀ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੈਨੀਫੈਸਟੋ ਕਿਵੇਂ ਮੰਨਿਆ ਜਾ ਸਕਦਾ। ਮੈਨੂੰ ਲੱਗਦਾ ਕਿ ਪ੍ਰੈਕਟੀਕਲ ਰੂਪ ਹੈ ਇਸ ਕੰਪੇਨ ਦਾ, ਕਿਉਂਕਿ ਅਸੀਂ ਦੇਖਦੇ ਹਾਂ ਕੋਈ ਵੀ ਸੰਸਥਾ ਸ਼ੁਰੂ ਹੁੰਦੀ ਆ ਤਾਂ ਕਈ ਨਾਮ ਉਹਦੇ ਨਾਲ ਚਰਚਿਤ ਹੋ ਜਾਂਦੇ ਵੀ ਆਹ ਕੰਮ ਅੱਗੇ ਕਰ ਰਿਹਾ ਬੰਦਾ, ਆਹ ਨਾਵਾਂ ਨਾਲ ਸੰਸਥਾਵਾਂ ਜੁੜ ਜਾਂਦੀਆਂ ਨੇ। ਪਰ ਇਹ ਜਿਹੜੀ ਕੰਪੇਨ ਹੈ ਇਹ ਸਿਰਫ ਇੱਕ ਸਿੱਖ ਕੌਮ ਦੀ ਜਿਹੜੀ ਆ ਉਹ ਨਾਂ 'ਤੇ ਚੱਲ ਰਹੀ ਹੈ ਅਤੇ ਸਿੱਖਾਂ ਦੀ ਕਹਿ ਲਓ ਕਿ ਲੇਖੇ ਲੱਗੀ ਹੋਈ ਹੈ। ਸੋ ਇਹਦਾ ਜਿਹੜਾ ਮੇਨ ਸੀਗਾ ਇਸ ਸਫਲਤਾ ਦਾ ਕਾਰਨ, ਜਾਂ ਇਹ ਜਿਹੜੀ ਚੀਜ਼ ਤੁਸੀਂ ਰੱਖ ਸਕੇ ਆ, ਜਿਹੜਾ ਹਾਲਾਂਕਿ ਸਾਡੇ ਵਰਗਿਆਂ ਨੂੰ ਜਿਹੜੇ ਨਵੇਂ ਜੁੜਦੇ ਆ ਉਹਨਾਂ ਨੂੰ ਹੌਲੀ ਹੌਲੀ ਸਮਝ ਆਉਂਦਾ, ਇੱਕਦਮ ਸਾਡੇ ਕੋਲ ਚੀਜ਼ ਪਿਕ ਨਹੀਂ ਹੁੰਦੀ ਵੀ ਇੱਦਾਂ ਇਹ ਹੋ ਕਿੱਦਾਂ ਸਕਦਾ ਕਿ ਅਸੀਂ ਕਿਸੇ ਬੰਦੇ ਦਾ ਨਾਮ ਨਾ ਲਈਏ, ਕਿਸੇ ਆਗੂ ਦਾ ਨਾਮ ਨਾ ਲਈਏ ਅਤੇ ਇੱਕ ਇੰਨੀ ਕਾਮਯਾਬ ਜਿਹੜੀ ਮੁਹਿੰਮ ਆ ਉਹ ਚੱਲਦੀ ਹੋ ਸਕੇ। ਇਹਦਾ ਜਿਹੜਾ ਅਸੀਂ ਕਿਸੇ ਨੂੰ ਨੁਕਤਾ ਦੇਣਾ ਹੋਵੇ ਵੀ ਇਹ ਇਸ ਤਰੀਕੇ ਹੋ ਸਕਦਾ, ਉਹ ਜ਼ਰੂਰ ਸਾਂਝਾ ਕਰੋ। ਹਾਂਜੀ, ਇਹ ਮੰਦੀ ਸਿੰਘ ਕਿ ਬਿਗਨਿੰਗ ਆ ਬੇਸਿਕਲੀ। ਜਿਵੇਂ ਇਹ ਪ੍ਰੋਸੈਸ ਦੇ ਵਿੱਚ ਸਪੋਜ਼ ਕਰੋ ਸੈਂਕੜੇ ਡੋਨਰਾਂ ਨੂੰ, ਸੈਂਕੜੇ ਜਿਹੜੇ ਵਲੰਟੀਅਰ ਨੇ ਉਹ ਡੋਨਰ, ਹਜ਼ਾਰਾਂ ਦੀ ਗਿਣਤੀ ਡੋਨਰ ਨੇ, ਉਹਨਾਂ ਨੂੰ ਫੋਨ ਕਰਦੇ ਆ ਜੀ। ਇਹ ਸੁਭਾਵਿਕ ਆ, ਉਹ ਬਹੁਤ ਥੋੜ੍ਹੀ ਤਾਰੀਫ ਕਰਦੇ ਆ ਵਾਪਸ ਜੀ, ਤੁਸੀਂ ਜੀ ਬਹੁਤ ਚੰਗਾ ਕੰਮ ਕਰਦੇ ਆ ਜੀ। ਜੇ ਤਾਂ ਤੁਸੀਂ ਆਪਦੀ ਝੋਲੀ 'ਚ ਪਵਾ ਲਿਆ, ਤੁਸੀਂ ਇਹਦਾ ਮਤਲਬ ਕੈਸ਼ ਕਰ ਲਿਓ। ਜਿਹੜੀ ਸਾਰੀ ਦੀ ਸਾਰੀ ਤਾਕਤ ਆ ਨਾ ਜੀ, ਕਿਉਂਕਿ ਤਾਕਤ ਤੁਸੀਂ ਲੈ ਗਏ, ਜੀ, ਉਹ ਤਾਂ ਕਿਸੇ ਕੰਮ ਦੀ ਨਹੀਂ। ਪਰ ਜਦੋਂ ਤੁਸੀਂ ਉਹ ਕਲੈਕਟ ਕਰਦੇ ਆ ਗੁਰੂ ਪਾਤਸ਼ਾਹ ਦੀ ਝੋਲੀ 'ਚ, ਜਿਹੜੇ ਗੁਰੂ ਪਾਤਸ਼ਾਹ ਨੇ ਤੁਹਾਨੂੰ ਸਾਰਿਆਂ ਨੂੰ ਇਹ ਗੁਣ ਦਿੱਤੇ ਹੋਏ ਨੇ, ਤੁਸੀਂ ਕਹਿੰਦੇ ਉਹਦੀ ਵਡਿਆਈ ਆ, ਇਹ ਆਪਣੀ ਕੌਮ ਦੀ ਵਡਿਆਈ ਆ। ਜਿਹੜਾ ਕੌਮ ਵਰਡ ਆ, ਉਹ ਇੱਕ ਤਾਂ ਕੌਮ ਹੁੰਦਾ ਸਾਡੀ ਕੌਮ ਖਤਰੇ 'ਚ ਆ, ਜਦੋਂ ਬਾਦਲ ਹੋਣੀ ਲਹਿੰਦੇ ਨੇ ਉਹ ਕਹਿੰਦੇ ਆ ਸਾਡੀ ਕੌਮ ਖਤਰੇ 'ਚ ਆ, ਉਹ ਕੌਮ ਨਹੀਂ ਹੈਗੀ, ਉਹਦਾ ਟਕਵੰਜ ਆ। ਜੀ, ਜਦੋਂ ਤੁਸੀਂ ਗੁਰੂ ਪਾਤਸ਼ਾਹ ਦੀ ਜਿਹੜੀ ਸਮੁੱਚੀ ਕੌਮ ਆ, ਜਿਹਦੇ 'ਚ ਫਲਸਫਾ ਸਰਬੱਤ ਦਾ ਭਲਾ ਇੱਕ ਨੂੰ ਮੰਨਦੇ ਆ, ਜੀ, ਉਹਦੀ ਜਿਹੜੀ ਜਦੋਂ ਤੁਸੀਂ ਗੱਲ ਕਰਦੇ ਆ ਉਹਦੇ ਵਿੱਚ ਤੁਹਾਨੂੰ ਸ਼ਬਦ ਗੁਰੂ ਤੋਂ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਆ, ਕੰਪੇਨ ਦੇ ਤੌਰ 'ਤੇ ਮੇਰੇ ਕੋਲ ਆਪਦੇ ਕੋਲੇ ਮੈਂ ਦੇਖਣ ਨੂੰ ਇਹੋ ਜਿਹਾ ਹੀ ਲੱਗਦਾ ਸੀਗਾ। ਜੀ। ਪਰ ਹੁਣ ਜਦੋਂ ਅਸੀਂ ਵੀਰਾਂ ਭੈਣਾਂ ਨੇ ਮਿਲ ਕੇ ਗੁਰੂ ਸ਼ਬਦ ਦੀ ਵਿਚਾਰ, ਜਿੱਦਣ ਮੈਂ MBSC ਕਰਕੇ ਯੂਨੀਵਰਸਿਟੀ ਦੇ ਵਿੱਚ ਟੌਪ ਸਟੂਡੈਂਟ ਸੀ, ਪੜ੍ਹਾਉਣ ਵੀ ਲੱਗ ਗਿਆ ਸੀਗਾ, ਜੀ। ਅਤੇ ਮੈਨੂੰ 10 ਗੁਰੂਆਂ ਦੇ ਨਾਂ ਨਹੀਂ, 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹ ਵੀ ਨਹੀਂ ਸੀ ਪਤਾ। ਜੀ। ਅੱਜ ਅਸੀਂ ਧਰਤੀ ਦੇ ਦੂਜੇ ਪਾਸੇ ਬਹਿ ਕੇ, ਆਪਾਂ ਕਹਿੰਦੇ ਨਾ ਗੁਰੂਆਂ ਦੀ ਧਰਤੀ, ਨਹੀਂ, ਗੁਰੂਆਂ ਦੀ ਤਾਂ ਸਾਰੀ ਧਰਤੀ ਆ, ਜੀ। ਉੱਥੇ ਆ ਕੇ ਦੇਖਦੇ ਹਾਂ ਅਸੀਂ, ਇੱਥੇ ਰਲ ਮਿਲ ਕੇ ਬਹਿ ਕੇ ਗੁਰੂ ਸ਼ਬਦ ਦੀ ਤੇ ਵਿਚਾਰ ਕਰਦੇ ਆ ਨਾ, ਉਹ ਤੇ ਗੁਰੂ ਸ਼ਬਦ ਨੇ ਜਦੋਂ ਆਪਾਂ ਨੂੰ ਸੰਵਿਧਾਨ ਦੇਣਾ ਨਾ ਜਿਹੜਾ,
ਉਹਦੇ ਵਿੱਚ ਮੋਟੇ-ਮੋਟੇ ਤੌਰ ਤੇ ਇਹਦੇ ਲਈ ਬਹੁਤ PhDਆਂ ਕਰਨ ਦੀ ਨਹੀਂ ਹੈਗੀ। ਦਇਆ, ਜੀ ਮੁੱਢ, ਬਾਕੀ ਸਭ ਬਾਅਦ 'ਚ ਨੇ। ਦਇਆ, ਜੀ ਉਹ ਕਹਿੰਦੇ ਇਹ ਜਿਹੜੇ ਲੈਵਲ ਤੇ ਤੁਹਾਡਾ ਸੰਵਿਧਾਨ ਰਚਿਆ ਜਾਣਾ, ਮੈਂ ਕਿਸੇ ਤੋਂ ਡਰਦਾ ਨਹੀਂ, ਮੈਂ ਕਿਸੇ ਨੂੰ ਡਰਾਉਂਦਾ ਵੀ ਨਹੀਂ। ਜੀ ਇਹ ਦੋ ਮਤਲਬ ਮੋਟੀਆਂ ਚੀਜ਼ਾਂ ਨੇ ਵੀ ਮੈਂ ਕਿਸੇ ਨੂੰ ਕਿਵੇਂ ਟਰੀਟ ਕਰਨਾ। ਕਹਿੰਦਾ ਜਿਵੇਂ ਤੂੰ ਆਪਣੇ ਆਪ ਟਰੀਟ ਹੋਣਾ ਚਾਹੁੰਦਾ। ਜੀ ਇਹ ਤਾਂ ਬਾਹਰ ਆਪਣੇ ਕ੍ਰਿਸਚੈਨਿਟੀ ਵਾਲੇ ਵੀ ਇਸ ਫਲਸਫੇ ਨੂੰ ਮੰਨਦੇ ਆ। ਜੀ ਬੜਾ ਸਿੰਪਲ ਜਿਹਾ, ਨਹੀਂ ਜੀ ਮੈਨੂੰ ਪਤਾ ਕਰਨਾ ਮੈਂ ਕੀ ਕਰਨਾ। ਕਹਿੰਦਾ ਕੁਛ ਨਹੀਂ ਕਰਨਾ, ਬਹੁਤ ਸਿੰਪਲ ਆ। ਤੂੰ ਤਾਂ ਕੰਪਲੈਕਸ ਚੀਜ਼ਾਂ ਬੜੀਆਂ ਬੜੀਆਂ ਪੜ੍ਹਾਈਆਂ ਕਰਦੇ ਆ, ਆਪਾਂ ਟੈਕਨੀਕ ਸਿੱਖਦੇ ਆ। ਗੁਰੂ ਦੀਆਂ ਤਾਂ ਬੜੀਆਂ ਸਿੰਪਲ ਨੇ। ਪਰ 22 ਸਾਲ ਤੋਂ ਕੰਪੇਨ ਚੱਲ ਰਹੀ ਹੈ, ਤਰ੍ਹਾਂ ਤਰ੍ਹਾਂ ਦੇ ਲੋਕ ਕਿਉਂਕਿ ਜੁੜਦੇ ਨੇ। ਕਦੇ ਇਹੋ ਜਿਹੇ ਲੋਕ ਵੀ ਤਾਂ ਜੁੜੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਭਾਈ ਸਾਨੂੰ ਤਾਂ ਸਰੂਪਾ ਚਾਹੀਦਾ ਪਹਿਲਾਂ, ਬਾਕੀ ਬਾਅਦ 'ਚ। ਉਹ ਵੀ ਹੁੰਦੇ ਆ, ਤੁਹਾਨੂੰ ਸਰੂਪਾ ਦੇਣ ਵਾਲੇ ਵੀ ਹੁੰਦੇ ਆ। ਜੀ ਬਸ ਇਹ ਖੇਡ ਦੇ ਵਿੱਚ ਤੁਹਾਨੂੰ ਬਸ, ਕਿਉਂਕਿ ਜਦੋਂ ਗੁਰੂ ਮਹਾਰਾਜ ਤੁਹਾਨੂੰ ਨਿੱਤ ਸਰੂਪਾ ਦਿੰਦਾ ਨਾ, ਜੀ ਉਹ ਜਿਹਾ ਦੁਨੀਆ ਦਾ ਸਰੂਪਾ ਬਣਿਆ ਨਹੀਂ ਹੈਗਾ। ਜੀ ਤੇ ਉਹ ਜਿਹੜੇ ਦੂਜੇ ਵੀਰ ਆਉਂਦੇ ਨੇ, ਵੈਸੇ ਉਹ ਕਈ ਵਾਰੀ ਹੁੰਦੇ ਆ ਕਾਲ 'ਚ ਚਲੇ ਜਾਂਦੇ ਆ, ਜੀ ਪਰ ਕਈ ਵਾਰੀ ਇਹੋ ਜਿਹੇ ਵੀ ਹੈਗੇ ਆ ਜਿਹੜੇ ਆਪਦੇ ਮੂੰਹੋਂ ਦੱਸਦੇ ਆ। ਜੀ ਉਹ ਕਹਿੰਦੇ ਵੀਰੇ ਆਇਆ ਐਂ ਸੀ, ਜੀ ਮੈਂ ਬੈਂਕ 'ਚ ਕੰਮ ਕਰਦਾ ਸੀ, ਮੈਨੂੰ ਸੀ ਚੰਗਾ ਕੰਮ ਆ, ਜੀ ਨਾਲ ਬਹਿ ਕੇ ਮੇਰਾ ਵੀ ਕੋਈ ਆਧਾਰ ਹੋ ਜਾਊਗਾ, ਮੈਨੂੰ ਬੰਦੇ ਮਿਲਣਗੇ। ਜੀ ਉਹ ਕਹਿੰਦਾ ਆ ਕੇ ਵਿੱਚ ਸਮਝ ਲੱਗੀ, ਜੀ ਹੁਣ ਸਮਝ ਲੱਗੀ, 17 ਸਾਲਾਂ ਬਾਅਦ ਲੱਗੀ। ਇਹੋ ਜਿਹੇ ਉਹਦੇ ਮੂੰਹੋਂ ਕਹਿ ਲੈਂਦੇ ਆ। ਜੀ ਤੇ ਕਈ ਇਹੋ ਜਿਹੇ ਕਹਿੰਦੇ ਆ, ਕਹਿੰਦੇ ਵੀਰੇ ਐਂ ਆਇਆ ਸੀ, ਮੈਂ ਲੰਘਿਆ ਜਾਂਦਾ ਸੀ, ਮੈਂ ਸੋਚ ਕੇ ਮੈਂ ਚੱਲਦੇ ਆ। ਜੀ ਕਹਿੰਦਾ ਵੀਰੇ ਫਿਰ ਜਦੋਂ ਸਮਝਿਆ ਮੈਂ ਵਾਪਸ ਜਾ ਨਹੀਂ ਸਕਿਆ। ਜੀ ਇਹ ਬੜੀ ਇਹ ਕੌਤਕ ਜਿਹਾ ਹੀ ਆ। ਮਤਲਬ ਮੈਂ ਇਹਨੂੰ ਤਾਂ ਹੀ ਕਹਿਣਾ ਵੀ ਇਹ ਬੰਦਿਆਂ ਨਾਲ ਜਦੋਂ ਵੀ ਜੋੜਦਾ, ਕੋਈ ਟੌਪ ਤੋਂ ਬੰਦਾ ਲਾਓ, ਕੋਈ ਟੌਪ ਦੀ ਆਰਗੇਨਾਈਜੇਸ਼ਨ ਕੱਢ ਲਓ, ਜੀ ਚਾਹੇ ਉਹਦੇ ਨਾਲ ਵਧੀਆ ਤੋਂ ਵਧੀਆ ਕੰਮ ਹੋਵੇ। ਜੀ ਜਦੋਂ ਬੰਦਾ ਨਾ ਵਿਚਾਲੇ, ਤਾਂ ਹੀ ਗੁਰੂ ਪਾਤਸ਼ਾਹ ਨੇ, ਤੁਸੀਂ ਯਕੀਨ ਕਰਿਓ, ਜਦੋਂ ਆਪਾਂ ਸ਼ਬਦ ਗੁਰੂ ਸਟੰਨ ਹੋ ਜਾਈਦਾ। ਜੀ ਅਕਾਲ ਪੁਰਖ ਦੇ ਵਿਚਾਲੇ ਤਾਂ ਗੁਰੂ ਵੀ ਨਹੀਂ ਹੋ ਕੇ ਨਿਬੜਦਾ। ਉਹ ਕਹਿੰਦਾ ਮੈਂ ਤੈਨੂੰ ਸਮਝਾ ਦਿੰਦਾ, ਜੀ ਕਿਰਪਾ ਉਹਦੀ ਆ। ਸੋ ਜਦੋਂ ਵੀ ਨਾ ਕੋਈ ਮਤਲਬ ਕਿ ਬਹੁਤ ਵਧੀਆ ਚੀਜ਼ ਇੱਥੇ ਆਪਣੇ ਭਾਈਚਾਰੇ ਵੱਲੋਂ ਕੀਤੀ ਜਾਂਦੀ ਹੈ, ਕੌਮ ਵੱਲੋਂ ਕੀਤੀ ਜਾਂਦੀ ਹੈ, ਤਾਂ ਉਹ ਕਹਿੰਦੇ ਵੀ ਯਾਰ ਇਹ ਚੀਜ਼ ਪੰਜਾਬ 'ਚ ਵੀ ਹੋਣੀ ਚਾਹੀਦੀ, ਉੱਥੇ ਵੀ ਕਰੀਏ ਜਾ ਕੇ। ਪੰਜਾਬ ਦੇ ਵਿੱਚ ਕੀ ਇਹ ਸੰਭਵ ਹੈ ਇਸ ਤਰ੍ਹਾਂ ਦੀ ਕੰਪੇਨ, ਜਾਂ ਉੱਥੇ ਕੁਝ ਹੋਰ ਤਰ੍ਹਾਂ ਦੀ ਚੀਜ਼ ਦੀ ਲੋੜ ਹੈ? ਹਾਂਜੀ, ਇਹ ਵੈਰੀ ਗੁੱਡ ਕੁਐਸਚਨ ਆ। ਜਿਵੇਂ ਤੁਸੀਂ ਨਾ ਤਬਲੀਗੀ ਜਮਾਤ ਵਾਲੇ ਵੇਲੇ ਤੁਸੀਂ ਦੇਖਿਆ ਹੋਣਾ, ਯੂਪੀ ਦੇ ਵਿੱਚ ਜਦੋਂ ਵਿਚਾਰੇ ਉਹ ਕੁਝ ਫੜੇ ਇਹਨਾਂ ਨੇ, ਜੀ ਬੜੇ ਥਾਂ ਥਾਂ ਤੇ ਹੰਟ ਕੀਤੇ। ਹੂੰ ਉੱਥੇ ਇੱਕ ਡਾਕਟਰ, ਜਿਹੜਾ ਕਿ ਅਸੀਂ ਬਹੁਤ ਚਿਰਾਂ ਤੋਂ ਇਸ ਤਰੀਕੇ ਨਾਲ ਸੋਚਦੇ ਸੀ, ਪਰ ਸਾਡਾ ਇੱਕ ਅੰਦਾਜ਼ਾ ਸੀਗਾ ਵੀ ਜਿਹੜਾ ਉਹਨਾਂ ਦਾ ਵਰਤਾਰਾ ਹੈ ਹੋ ਸਕਦਾ, ਉਹ ਡਾਕਟਰ ਬੜੀ ਟੌਪ ਦੀ ਆ। ਉਹ ਕਹਿ ਰਹੀ ਆ ਇਹਨਾਂ ਦੇ ਟੀਕੇ ਲਾ ਦੇਣੇ ਚਾਹੀਦੇ ਆ। ਟੌਪ ਦੀ ਡਾਕਟਰ ਜਾਨੀ ਟ੍ਰੇਨਡ ਆ, ਜਿਹੜੀ ਹਿਪੋਕਰੇਟ ਓਥ ਚੱਕੀ ਹੁੰਦੀ ਹੈ ਡਾਕਟਰ ਨੇ ਮਰੀਜ਼ ਦੀ ਕਰਨ ਦੀ, ਉਹ ਕਹਿ ਰਹੀ ਆ ਇਨਕੇ ਟੀਕੇ ਲਗਾ ਦੇਣੇ ਚਾਹੀਏ। ਫਿਰ ਜਿਹੜੇ ਵੀਰ ਭੈਣ ਉੱਠ ਕੇ ਜਿਹੜੇ ਗੁਰੂ ਨਾਨਕ ਦੀ ਸੋਚ ਵਾਲੇ ਆਉਣਗੇ ਮੂਹਰੇ ਆ ਕੇ ਵੀ ਜੀ ਅਸੀਂ ਸਰਕਾਰਾਂ ਨੂੰ ਚੈਲੰਜ ਕਰਦੇ ਹਾਂ, ਉਹ ਤਾਂ AK-47 ਵਾਲੇ ਤੋਂ ਵੀ ਖਤਰਨਾਕ ਤਰੀਕੇ ਨਾਲ ਉਹਨਾਂ ਨੂੰ ਟਰੀਟ ਕਰਨਗੇ। ਜੀ ਬਹੁਤ ਖਤਰਨਾਕ ਨੇ, ਸੋਚ ਬਹੁਤ ਖਤਰਨਾਕ ਆ। ਬੰਦੇ ਠੀਕ ਹੋ ਸਕਦੇ, ਵਿੱਚ ਬਹੁਤ ਚੰਗੇ ਬੰਦੇ ਹੋਣਗੇ, ਉੱਥੇ ਲੱਖਾਂ ਦੀ ਗਿਣਤੀ 'ਚ ਬਹੁਤ ਚੰਗੇ ਬੰਦੇ ਹੋਣਗੇ, ਉਹ ਪਰ ਮਜਲੂਮ ਜੇ ਹੁੰਦੇ ਨੇ, ਉਹ ਕੋਈ ਖੜਦੇ ਨਹੀਂ ਹੈਗੇ। ਜੀ ਇਸ ਕਰਕੇ ਉੱਥੇ ਇਹ ਜੀ ਕੋਈ ਵੀ ਕੰਪੇਨ ਆ ਜਿਹੜੀ ਉਹ ਸ਼ੁਰੂ ਤੋਂ ਅਸੀਂ ਕੰਪੇਨ ਦੇ ਤੌਰ ਤੇ ਕਹਿੰਦੇ ਆ ਵੀ ਨਹੀਂ, ਜਿੱਥੇ ਵੀ ਆਜ਼ਾਦ ਦੇਸ਼ਾਂ 'ਚ ਜਿਹੜੀਆਂ ਡੈਮੋਕ੍ਰੇਸੀਜ਼ ਹੈਗੀਆਂ, ਉੱਥੇ ਇਹ ਚੀਜ਼ਾਂ ਬਹੁਤ ਅਪਲਾਈ ਹੋ ਸਕਦੀਆਂ। ਕੈਨੇਡਾ ਕਾਹਦੇ ਚੁਣਿਆ ਗਿਆ? ਜੀ ਕਿਉਂਕਿ ਤੁਸੀਂ ਕੈਨੇਡਾ 'ਚ ਇੱਕ ਵਾਰੀ ਤਾਂ ਆਪਾਂ ਕਹਿ ਸਕਦੇ ਹਾਂ, ਪੰਜਾਬ ਆ, ਅਸੀਂ ਜਾਤੀ ਤੌਰ ਤੇ ਵੀ, ਮੈਂ ਕੋਈ ਵੀ ਦਿਨ ਰਾਤ ਆਪਦੇ ਪੰਜਾਬ ਦੀ ਖੁਸ਼ਬੂ ਨੂੰ ਹਮੇਸ਼ਾ ਮਿਸ ਕਰਦਾ। ਪਰ ਕੈਨੇਡਾ ਦੇ ਸਿਸਟਮ 'ਚ, ਕੈਨੇਡਾ ਦੇ ਹਵਾ 'ਚ ਤੁਸੀਂ ਆਜ਼ਾਦੀ ਸੁੰਘਦੇ ਆ, ਐਨ ਜੀ ਫਲੇਵਰ ਆਉਂਦੀ ਆ ਤੁਹਾਨੂੰ ਆਜ਼ਾਦੀ। ਇਹਦੇ ਵਿੱਚ ਇਹ ਸੰਭਵ ਹੋ ਸਕਿਆ। ਇਹ ਸਿੱਖੀ ਦਾ ਜਿਹੜਾ ਬੂਟਾ, ਇੱਥੇ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਸਿੱਖ ਦੇ ਤੌਰ ਤੇ ਪਰਫੈਕਟਲੀ ਜਿਉ ਸਕਦੇ ਆ, ਗੁਰੂ ਪਾਤਸ਼ਾਹ ਜਿਵੇਂ ਤੁਹਾਨੂੰ ਚਾਹੁੰਦੇ ਆ ਜਿਉਣਾ। ਜੀ ਤੇ ਇਸ ਕਰਕੇ ਸੰਭਵ ਹੋ ਸਕਿਆ ਵੀ ਤਾਂ ਹੀ ਇਹ ਕੈਨੇਡਾ ਦੇ ਵਿੱਚ ਆਪਾਂ ਇਹ ਕੰਪੇਨ ਕਰ ਸਕੇ। ਉੱਥੇ ਨਹੀਂ, ਉੱਥੇ ਦਰਖਤ ਲਾਏ ਜਾ ਸਕਦੇ ਨੇ ਉਹਨਾਂ ਦੀ ਯਾਦ ਦੇ ਵਿੱਚ। ਜੀ ਪੰਜਾਬ 'ਚ ਲੋੜ ਵੀ ਬਹੁਤ ਹੈ, ਜੰਗਲ ਬਣ ਸਕਦਾ, ਤਾਂ ਕਿ ਐ ਨਾ ਹੋਵੇ ਵੀ ਫਲਾਨਾ ਇੱਕ ਚੌਧਰੀ ਆ 500 ਦਰਖਤ ਮੈਂ ਲਵਾਤੇ ਜੀ, ਫਿਰ ਢੰਡੋਰਾ ਪਿੱਟ ਰਿਹਾ। ਨਹੀਂ, ਇੱਕ ਪਰਸਨ ਇੱਕ ਦਰਖਤ ਲਾ ਰਿਹਾ, ਜੀ ਉਹ ਸਾਰੇ ਜਿਨੋਸਾਈਡ ਦੇ ਵਿਕਟਮ ਉਹਨੂੰ ਪਾਲ ਰਿਹਾ। ਇਹ ਨਹੀਂ ਵੀ ਲਾ ਕੇ ਛੱਡਤਾ, ਫਲਾਨੇ ਸੀਗੇ ਜੀ ਉਹ ਪਿੰਡ ਦੇ ਵਿੱਚ ਇੱਕ ਨੇ 250 ਦਰਖਤ ਲਾਏ ਹੋਏ ਆ, ਜੀ ਉਹ ਕੱਛ 'ਚ ਹੱਥ ਦਿੱਤੇ ਹੋਏ ਆ। ਨਹੀਂ,
ਉਹ ਇੱਕ ਵੀਰ ਭੈਣ ਇੱਕ ਬੂਟਾ ਮਾਤਾ ਲਾ ਰਹੀ ਆ ਜੀ ਤੇ ਉਹਨੂੰ ਉਹ ਦੇਖ ਰਹੀ ਹੈ ਵੀ ਵੱਡਾ ਹੋ ਜਾਏ। ਜਿਵੇਂ ਆਪਣੇ ਆਲੇ ਦੁਆਲੇ ਦਰਖਤ ਨੇ, ਜੀ ਤੁਸੀਂ ਯਕੀਨ ਕਰੋ ਮੈਂ ਸਟਨ ਹੋ ਗਿਆ ਸੀ। ਇਸ ਘਰ ਦੇ ਵਿੱਚ ਆਮ ਤੌਰ ਤੇ ਆਪਣੇ ਹੁੰਦਾ ਰਿਵਾਜ ਵੀ ਇਹ ਦਰਖਤ ਜੀ ਯਾਰ ਘਰ ਦੇ ਵਿੱਚ ਹੋਣਾ ਚਾਹੀਦਾ, ਕੱਟ ਦਿਓ। ਜੀ ਉਹ ਮੈਂ ਇੱਥੇ ਆਰਬੋਰਿਸਟ ਨੂੰ ਪੁੱਛਿਆ, ਮੈਂ ਕਿਹਾ ਵੀਰ ਇਹ ਕਿੰਨੇ ਕੁ ਸਾਲਾਂ ਦਾ ਹੋਣਾ? ਜੀ ਉਹ ਕਹਿੰਦਾ ਆਹ 100 ਸਾਲ ਦਾ, ਅਗਲਾ 120 ਸਾਲ ਦਾ। ਕਿਸੇ ਵੇਲੇ ਬੀਜਿਆ ਹੋਣਾ ਨਾ, ਜੀ ਛੋਟਾ ਜਿਹਾ ਬੂਟਾ ਹੋਣਾ। ਮੇਰੇ ਦਾਦੇ ਹੁਣੀ ਉਦੋਂ ਪੈਦਾ ਨਹੀਂ ਹੋਏ ਹੋਣੇ ਜੀ ਜਿੱਦਣ ਇਹ ਬੀਜਿਆ ਸੀਗਾ। ਆਹ ਲਹਿਰਾਉਂਦੇ ਨੇ, ਆਪਣੇ ਨਾਲ ਖੜੇ ਨੇ। ਜੀ ਇਸ ਕਰਕੇ ਉਹ ਚੀਜ਼ਾਂ ਪਰ ਯਾਦ ਦੇਣ। ਜੀ ਕੋਈ ਮਾਤੜ ਉਹੀ ਦਰਖਤ ਲਾ ਰਿਹਾ ਹੋਊ, ਜਿਹੜਾ ਦੁਸ਼ਮਣ ਆ ਉਹਨੇ ਤਾਂ ਸੋਚਣਾ ਜੀ ਵੀ ਇਹ ਤਾਂ ਨਸਲਕੁਸ਼ੀ ਨੂੰ ਯਾਦ ਕਰਦਿਆਂ ਨੂੰ ਲਾ ਰਿਹਾ। ਇਹ ਸਾਡੇ ਵੀਰਾਂ ਭੈਣਾਂ ਨੂੰ ਜਿਨ੍ਹਾਂ ਦੀ ਲਾਸ਼ਾਂ ਘਰਾਂ ਨੀਚੇ ਆਈਆਂ, ਉਹਦੇ ਲਈ ਇਹ ਦਰਖਤ ਲੱਗਿਆ ਹੋਇਆ। ਜੀ ਸੋ ਇਹੋ ਜਿਹਾ ਕੁਝ ਕੀਤਾ ਜਾ ਸਕਦਾ। ਮੈਨੂੰ ਲੱਗਦਾ ਕਿ ਸਿਧਾਂਤਕ ਪੱਖ ਤੋਂ ਆਪਾਂ ਜਿਹੜਾ ਕੰਪੇਨ ਦਾ ਸਿਧਾਂਤਕ ਪੱਖ ਹੈ ਕਾਫੀ ਹੱਦ ਤੱਕ ਮੈਨੂੰ ਲੱਗਦਾ ਦਰਸ਼ਕਾਂ ਨੂੰ ਸਮਝ ਆ ਗਿਆ ਹੋਊਗਾ। ਪਰ ਮੈਂ ਇੱਕ ਹੋਰ ਇੱਥੇ ਅਖੀਰ ਵਿੱਚ ਪੁੱਛਣਾ ਚਾਹੁੰਦਾ, ਕਿਉਂਕਿ ਬਹੁਤ ਸਾਰੇ ਲੋਕ ਅਸੀਂ ਇੱਥੇ ਦੇਖਦੇ ਹਾਂ ਕਿ ਕੰਮਾਂ ਕਾਰਾਂ ਦੇ ਵਿੱਚ ਉਲਝੇ ਹੁੰਦੇ ਆ, ਜ਼ਿੰਦਗੀ ਬਹੁਤ ਤੇਜ਼ ਆ, ਕਈ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਵੀ ਹੁੰਦੀਆਂ ਆਰਥਿਕ ਤੌਰ 'ਤੇ ਵੀ, ਮਾਨਸਿਕ ਤੌਰ 'ਤੇ ਵੀ। ਪਰ ਉਹ ਲੋਕ ਇੱਕ ਵਾਰੀ ਤਾਂ ਨਿਕਲ ਕੇ ਆਉਂਦੇ ਨੇ ਅਤੇ ਖੂਨਦਾਨ ਕਰਕੇ ਹਿੱਸਾ ਪਾ ਕੇ ਚਲੇ ਜਾਂਦੇ ਨੇ। ਪਰ ਫਿਰ ਵੀ ਤੁਸੀਂ ਕੀ ਚਾਹੁੰਦੇ ਹੋ, ਕੀ ਸੁਜੈਸਟ ਕਰਦੇ ਹੋ ਕਿ ਇਸ ਤੋਂ ਇਲਾਵਾ ਵੀ ਹੋਰ, ਕਿਉਂਕਿ ਉਹ ਜਿਹੜਾ ਪ੍ਰੋਸੈਸ ਹੈ ਨਸਲਕੁਸ਼ੀ ਦਾ, ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਹਰ ਰੋਜ਼ ਚੱਲ ਰਿਹਾ, ਅਤੇ ਅਸੀਂ ਦਿਨ 'ਚ ਇੱਕ ਦਿਨ ਸਮਝਦੇ ਹਾਂ ਕਿ ਸ਼ਾਇਦ ਅਸੀਂ ਖੂਨਦਾਨ ਕਰਕੇ ਜਿਹੜਾ ਵਾ ਆਪਣਾ ਹਿੱਸਾ ਪਾਤਾ। ਇਹ ਤੋਂ ਇਲਾਵਾ ਹੋਰ ਕੀ ਕਰਨ ਦੀ ਲੋੜ ਹੈ? ਕਿੰਨਾ ਹੋਰ ਚੇਤਨਾ ਫੈਲਾਉਣ ਦੀ ਲੋੜ ਹੈ? ਦੇਖੋ ਜਿਹੜੇ ਨਾ, ਇੱਕ ਤਾਂ ਪਹਿਲੀ ਗੱਲ ਹੈ ਕਿ ਵੀ ਸਾਰਾ ਸਾਲ ਹੀ ਜਿਹੜੇ ਸਿੱਖ ਨੇ ਜਦੋਂ ਵੀ ਉਹਨਾਂ ਦੀ ਵਾਰੀ ਆਉਂਦੀ ਆ 56 ਦਿਨਾਂ ਬਾਅਦ ਜਿਹੜੇ ਵੀਰ ਆ ਉਹ ਬਲੱਡ ਦਿੰਦੇ ਰਹਿੰਦੇ ਆ। ਜੀ ਉਹਨਾਂ ਨੂੰ ਇਹ ਰੈਪੀਟੇਸ਼ਨ ਆ, ਪਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਗੁਰੂ ਨੂੰ ਸਮਝਣ ਦੀ। ਜੀ ਉਸ ਰੂਪ 'ਚ ਨਹੀਂ ਮੈਂ ਕਹਿੰਦਾ ਜਿਵੇਂ ਆਪਾਂ ਪ੍ਰਚਾਰਕ ਦੇ ਤੌਰ ਤੇ ਕਹਿੰਦੇ ਆ, ਮੇਰਾ ਇਹੋ ਜਿਹਾ ਕੋਈ ਮਕਸਦ ਨਹੀਂ, ਵੇਵ ਨਹੀਂ ਹੈਗਾ। ਜੀ ਗੁਰੂ ਨੂੰ, ਸ਼ਬਦ ਗੁਰੂ ਨੂੰ, ਉਹਨੂੰ ਚੰਗੇ ਤਰੀਕੇ ਨਾਲ ਸਮਝਣ ਦਾ ਯਤਨ ਕਰਨਾ ਉਹ ਪ੍ਰੋਸੈਸ ਆ। ਜਿੱਦਣ ਤੁਸੀਂ ਉਹ ਸਮਝਦੇ ਪਾਤ 'ਤੇ ਪੈ ਗਏ, ਜੀ ਗੁਰੂ ਨੇ ਤੁਹਾਨੂੰ ਆਪ ਸਮਝਾਉਣਾ। ਜੀ ਉਹਦੇ ਨਾਲ ਤੁਸੀਂ ਕੀ ਹੋਣਾ ਉਹ ਮੈਂ ਅੱਜ ਬਿਆਨ ਨਹੀਂ ਕਰ ਸਕਦਾ, ਪਰ ਇੱਕ ਚੀਜ਼ ਜ਼ਰੂਰ ਕਹਿਣਾ ਬਈ ਤੁਹਾਡਾ ਪਰਿਵਾਰ ਤੇ ਤੁਸੀਂ ਉਹ ਕੁਛ ਜਿਉਣ ਲੱਗ ਜਾਂਦੇ ਆ ਜਿਹੜਾ ਤੁਸੀਂ ਕਦੇ ਕਲਪਿਆ ਹੀ ਨਹੀਂ ਹੁੰਦਾ, ਤੁਹਾਡੀ ਅਕਲ ਦੇ ਵਿੱਚ ਹੁੰਦਾ ਹੀ ਨਹੀਂ ਹੈਗਾ। ਜੀ ਉਹਦੇ ਨਾਲ ਸਾਰਾ ਕੁਝ ਉੱਥੋਂ ਆਰੰਭ ਹੁੰਦਾ, ਕਿਉਂਕਿ ਤੁਸੀਂ ਯੂਨਿਟ ਆ। ਆਪਾਂ ਕਹੀ ਮੈਂ ਦੁਨੀਆ ਦਾ ਆਧਾਰ ਕਰ ਦੂੰ, ਉਹ ਕਹਿੰਦਾ ਤੇਰਾ ਤਾਂ ਹੋਇਆ ਨਹੀਂ ਯਾਰ, ਤੂੰ ਕਿੱਥੋਂ ਕਰ ਦੇਗਾ। ਇਸ ਕਰਕੇ ਉਹ ਸਭ ਤੋਂ ਸੈਲਫ ਤੋਂ ਸ਼ੁਰੂ ਹੁੰਦਾ। ਉਹ ਸੈਲਫ ਗੁਰੂ ਦੇ ਸ਼ਬਦ ਤੋਂ ਬਿਨਾਂ ਨਹੀਂ ਹੋਣਾ। ਜੀ ਅਕਲਾਂ ਬਹੁਤ ਕੰਮ ਕਰ ਸਕਦੀਆਂ, ਕੋਈ ਤਗੜਾ ਮਨਮੋਹਨ ਸਿੰਘ ਇਕੋਨਮਿਸਟ ਹੋ ਸਕਦਾ, ਕੋਈ ਬੜਾ ਹਿਸਟਰੀ ਜਾਣਦਾ ਹੋ ਸਕਦਾ। ਜੀ ਗੁਰੂ ਤੁਹਾਨੂੰ ਸਾਰੀ ਸ੍ਰਿਸ਼ਟੀ ਸਮਝਾਉਂਦਾ। ਜੀ ਅਕਾਲ ਪੁਰਖ ਨਾਲ ਜੋੜਦਾ ਜਿਹਨੇ ਸਾਰੀ ਇਹ ਕਾਇਨਾਤ ਬਣਾਈ ਹੋਈ ਆ। ਜੀ ਉਹ ਤੁਹਾਡਾ ਜੀਵਨ ਸੁਹੇਲਾ ਕਰ ਦਿੰਦਾ। ਉਹ ਬੜਾ ਇੰਪੋਰਟੈਂਟ ਆ ਜਿਹੜਾ ਤੁਸੀਂ ਨੁਕਤਾ ਕਿਹਾ। ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ? ਉਹ ਕਹਿੰਦਾ ਤੈਨੂੰ ਇਹ ਵੀ ਦੇਖਣ ਦੀ ਲੋੜ ਨਹੀਂ, ਤੇਰੀ ਸੋਚ ਬਦਲ ਦੇਣੀ ਉਹਨੇ। ਜੀ ਤੈਨੂੰ ਇੰਨਾ ਸੁਨੱਖਾ ਕਰ ਦੇਣਾ, ਤੇਰੇ 'ਚੋਂ ਜਿਹੜਾ ਕੁਛ ਵੀ ਹੋਇਆ ਗੁਰੂ ਨੂੰ ਪ੍ਰਵਾਨਿਤ ਜੋ ਵੀ ਹੋਇਆ ਨਾ, ਉਹਦੇ 'ਚ ਇੱਕੋ ਹੀ ਵਰਡ ਆਉਂਦਾ, ਉਸਤਤ ਕਰਦਿਆਂ। ਜਿਹੜਾ ਉਹ ਕਹਿੰਦੇ ਚੰਗੇ ਕਰਮ ਕਰਦਿਆਂ ਉਸਤਤ ਕਰੇ ਜਹਾਨ। ਜੀ ਉਹ ਗੁਰੂ ਮਹਾਰਾਜ ਤੁਹਾਨੂੰ ਇਹੋ ਜਿਹਾ ਬਣਾ ਦਿੰਦੇ ਆ। ਜੀ ਪਰ ਫਿਰ ਤੁਹਾਨੂੰ ਇੰਨੀ ਵੀ ਦਿੰਦੇ ਆ, ਸ਼ੋਭਾ ਦਿੰਦੇ ਆ ਵੀ ਨਹੀਂ ਹੁਣ ਆਪਣੇ ਜਿਹੜੀ ਆਉਂਦਾ ਵੀ ਮਾਣ 'ਚ ਨਹੀਂ ਆਉਣਾ, ਤੂੰ ਹਲੀਮੀ 'ਚ ਹੀ ਰਹਿਣਾ। ਜੀ ਸੋ ਇਹੀ ਸਾਰਿਆਂ ਤੋਂ ਉਮੀਦ ਕਰਦੇ ਹਾਂ ਵੀ ਆਪਦੇ ਜੀਵਨ ਨੂੰ ਸੌਖਾ ਬਣਾਓ, ਖੁਸ਼ਹਾਲ ਬਣਾਓ। ਆਹ ਜਿਹੜੀਆਂ ਨਫ਼ਰਤ ਇੱਕ ਦੂਜੇ, ਹੁਣ ਜਿਵੇਂ ਬੰਦੇ ਦੇ ਤੌਰ ਤੇ ਕਿਸੇ ਨੂੰ ਕਹਿਣਾ ਨਫ਼ਰਤ ਨਾ ਕਰ, ਫਲਾਨਾ ਨਾ ਕਰੋ, ਮੈਨੂੰ ਵੀ ਬਹੁਤ ਜਾਣਨ ਵਾਲੇ ਕਹਿਣਗੇ ਅੱਛਾ ਤੂੰ ਮੈਨੂੰ ਦੱਸਦਾ। ਜੀ ਨਹੀਂ, ਗੁਰੂ ਮਹਾਰਾਜ ਦੱਸਦੇ ਆ। ਉਹ ਕਹਿੰਦੇ ਤੈਨੂੰ ਐਨ ਵਧੀਆ ਤਰੀਕੇ ਨਾਲ ਨਿਰੋਲ ਤੇਰੀ ਜ਼ਿੰਦਗੀ ਦਾ ਜਿਹੜਾ ਹੁੰਦਾ ਤਮਾ ਜੀ, ਤੇਰੇ ਕੋਲੇ ਕਲਾ ਜੀ, ਯਾਰ ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਚੰਗੇ ਚੰਗੇ ਵਧੀਆ ਸਭ ਕੁਛ ਹੁੰਦਾ। ਐ ਲੱਗਦਾ ਹੁੰਦਾ ਮੇਰੇ ਕੋਲ ਕੁਛ ਨਹੀਂ। ਅਦਰਵਾਈਜ਼ ਕੀ ਆ, ਛੋਟੀ ਜਿਹੀ ਬੇਸਮੈਂਟ ਆ, ਜਿਹੜੇ ਵੀ ਆ ਹੁੰਦੇ ਰੋਟੀ ਤਾਂ ਉਹੀ ਖਾਂਦੇ ਆ ਵੱਡੇ ਘਰ ਵਾਲੇ ਵੀ। ਜਿਹੜਾ ਬੇਸਮੈਂਟ 'ਚ ਵੀਰ ਭੈਣ ਨਵਾਂ ਆਉਂਦਾ, ਜਿਵੇਂ ਮੈਂ ਵੀ ਆਇਆ, ਉਦੋਂ ਰੋਟੀ ਮੈਂ ਐਗਜ਼ੈਕਟਲੀ ਉਹੀ ਖਾਂਦਾ ਸੀ ਜਿਹੜੀ ਵੱਡੇ ਘਰ ਵਾਲਾ ਖਾਂਦਾ। ਖਾਣੇ ਕਿਵੇਂ ਆ, ਰਹਿਣੇ ਕਿਵੇਂ ਆ, ਮਨ 'ਚ ਕੀ ਆ, ਉਹਦੇ ਤੇ ਫੈਸਲੇ ਨੇ। ਜੇ ਉਹ ਵੱਡੇ ਘਰ 'ਚ ਵੀ ਤੁਹਾਡੇ ਕੋਲ ਨਹੀਂ ਹੈਗੇ, ਕੁਛ ਵੀ ਨਹੀਂ ਹੈਗਾ, ਖਾਲੀ ਖਾਲੀ। ਦੇਖਿਆ ਨਾ ਉਹਨਾਂ ਦੀਆਂ ਮੌਰਗੇਜਾਂ ਵਿਚਾਰਿਆਂ ਦੀਆਂ ਮਿਲੀਅਨਾਂ 'ਚ ਹੁੰਦੀਆਂ ਨੇ। ਆਪਾਂ ਬੇਸਮੈਂਟ ਦਾ ਕਿਰਾਇਆ ਦੇਣਾ ਹੁੰਦਾ, ਫਰਕ ਆ ਨਾ। ਚਿੰਤਾ ਬਹੁਤ ਵੱਡੀ ਹੁੰਦੀ ਉਹਨਾਂ ਦੀ, ਡਰ ਬਹੁਤ ਹੁੰਦਾ। ਘਾਟਾ ਪੈ ਗਿਆ, ਲੱਖ ਦਾ ਘਾਟਾ ਪੈ ਗਿਆ, ਹਾਲਾਂਕਿ 9 ਲੱਖ ਦਾ ਫਾਇਦਾ ਹੋਇਆ ਹੁੰਦਾ।
ਸੋਚਿਆ ਮਿਲੀਅਨ ਹੁੰਦਾ, ਉਹ ਲੱਖ ਦੇ ਘਾਟੇ 'ਚ ਉਹਨਾਂ ਦੇ ਬੁੱਲਾਂ 'ਤੇ ਸਿੱਕਰੀ ਜੰਮ ਜਾਂਦੇ ਆ, ਜੀ ਉਹ ਹਟ ਜਾਂਦੀ ਆ। ਉਹ ਕਹਿੰਦਾ ਮੈਂ ਗੁਰੂ ਕੀ ਦਿੰਦਾ ਸੰਤੋਖ। ਜੀ ਸੋ ਮੈਂ ਉਪਦੇਸ਼ ਦੇ ਤੌਰ 'ਤੇ ਨਹੀਂ, ਮੈਂ ਵੀਰਾਂ ਭੈਣਾਂ ਦੇ ਸਾਰਿਆਂ ਨੂੰ ਬੇਨਤੀ ਉਹ ਕਰਦਾ, ਕਿਉਂਕਿ ਜੇ ਆਪਾਂ ਗੁਰੂ ਦੇ ਸਿੱਖ ਹੈਗੇ ਆ ਜੀ ਤੇ ਗੁਰੂ ਨੂੰ ਮੰਨ ਰਹੇ ਆ, ਜੀ ਆਪਾਂ ਗੁਰੂ ਦੀ ਮੰਨਣੀ ਸ਼ੁਰੂ ਉਦੋਂ ਹੀ ਕਰਾਂਗੇ ਜਦੋਂ ਆਪਾਂ ਗੁਰੂ ਦੇ ਸ਼ਬਦ ਨੂੰ ਥੋੜ੍ਹਾ ਥੋੜ੍ਹਾ ਵਿਚਾਰਨਾ। ਇਹ ਨਹੀਂ ਵੀ ਸਭ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹਨ ਲੱਗ ਗਿਆ, ਮੈਂ ਹੁਣ ਪਾਠ ਕਰਦਾ ਹੁੰਦਾ, ਨਹੀਂ ਨਹੀਂ, ਤੁਸੀਂ ਜੀ। ਗੁਰੂ ਦੇ ਜਾਣ ਗੱਲਾਂ ਕਰ ਉਹਦੇ ਨਾਲ। ਜੀ ਅੱਛਾ, ਇੱਕ ਸਵਾਲ ਇਹ ਵੀ ਬਹੁਤ ਲੋਕਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਸਿਰਫ ਕਿਉਂਕਿ ਜਿਹੜਾ ਵਾ ਦਿਹਾੜਾ ਵਾ ਉਹਦੇ ਵਿੱਚ ਤਾਂ ਖੂਨ ਤਾਂ ਡੁੱਲਿਆ ਸੀ ਹਜ਼ਾਰਾਂ ਦੇ ਵਿੱਚ, ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੋਕ ਕਈ ਵਾਰ ਵਾਇਲੈਂਸ ਦਾ ਰਸਤਾ ਚੁਣ ਲੈਂਦੇ ਆ, ਪਰ ਇਸ ਕੰਪੇਨ ਨੇ ਜਿਹੜਾ ਵਾ ਸਿਰਫ ਖੂਨ ਦਾਨ ਦੇਣ ਦਾ ਰਸਤਾ ਕਿਉਂ ਚੁਣਿਆ? ਹਾਂਜੀ, ਮਨਦੀਪ ਸਿੰਘ ਜੀ, ਜਿਹੜਾ ਜਿਵੇਂ ਤੁਸੀਂ ਸਹੀ ਕਿਹਾ ਵੀ ਖੂਨ ਡੁੱਲਿਆ ਸੀ, ਜਿਵੇਂ ਆਪਾਂ ਜਾਣਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵੀਰ ਭੈਣ ਸੀਗੇ ਉਹਨਾਂ ਨੂੰ ਜਿਉਂਦੇ ਜਾਲਿਆ ਗਿਆ। ਹੁਣ ਜਿਹੜੀਆਂ ਬੀਬੀਆਂ ਦੀ ਬੇਰਹਿਮਤੀ ਕੀਤੀ ਗਈ, ਜਿਵੇਂ ਮੈਨੂੰ ਪਰਸਨਲ ਲੈਵਲ 'ਤੇ ਸਾਰੇ ਹਾਦਸਿਆਂ ਦੇ ਵਿੱਚੋਂ, ਸਾਰੀਆਂ ਘਟਨਾਵਾਂ ਦੇ ਵਿੱਚੋਂ ਇੱਕ ਚੀਜ਼ ਬਹੁਤ ਹਾਂਟ ਕਰਦੀ ਹੈ ਹਮੇਸ਼ਾ। ਜੀ ਉਹ ਜਦੋਂ ਇੱਕ ਮਾਤਾ ਆਪਦਾ ਬੱਚਿਆਂ ਦੇ ਬਾਰੇ, ਆਪਦੇ ਘਰ ਦੇ ਹਾਲਾਤ ਬਾਰੇ ਨਰੇਟ ਕਰਦੀ ਆ, ਉਹ ਕਹਿੰਦੀ ਜਦੋਂ ਸਾਡੇ 'ਤੇ ਅਟੈਕ ਕੀਤਾ, ਮੇਰੇ ਬੱਚਿਆਂ ਨੂੰ ਮਾਰਤਾ, ਕਹਿੰਦੀ ਮੈਂ ਬਹੁਤ ਕੁਰਲਾਈ, ਮੈਂ ਬੜਿਆਂ ਦੀ ਮਿੰਨਤਾਂ ਕੀਤੀਆਂ ਜਾ ਕੇ ਮੇਰੇ ਪੁੱਤਾਂ ਦਾ ਸੰਸਕਾਰ ਤਾਂ ਕਰ ਲੈਣ ਦਿਓ। ਜੀ ਉਹ ਕਹਿੰਦੀ ਫਿਰ ਰਾਤ ਨੂੰ ਮੈਂ ਆਪਦੇ ਘਰ ਦੀਆਂ ਚੁਗਾਠਾਂ ਜਿਹੜੀਆਂ ਨੂੰ ਤੋੜਦੀ ਹੋਈ ਸਾਰੀ ਰਾਤ ਤੋੜਦੀ ਰਹੀ ਵੀ ਮੈਂ ਆਪਦੇ ਬੱਚਿਆਂ ਦਾ ਸੰਸਕਾਰ ਕਰ ਦਿਆਂ। ਜੀ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਜਜ਼ਬਾਤੀ ਤੌਰ 'ਤੇ ਤੁਹਾਨੂੰ ਇੱਕ ਪਿਕਚਰ ਡਰਾ ਕਰਦੀਆਂ, ਇੱਕ ਹਿੱਸੇ 'ਚੋਂ ਤੁਸੀਂ ਪ੍ਰੋਸੈਸ ਸਾਰੇ ਨੂੰ ਬਿੱਗਰ ਲੈਵਲ 'ਤੇ ਦੇਖ ਸਕਦੇ ਹੁੰਦੇ ਆ। ਫਿਰ ਬਾਹਰੋਂ ਆਪਾਂ ਨੂੰ ਆਵਾਜ਼ਾਂ ਕੀ ਆਉਂਦੀਆਂ ਸੀਗੀਆਂ, ਜਿਹੜੇ ਅੱਜ ਕੱਲ੍ਹ ਦੇ ਮਸ਼ਹੂਰ ਐਕਟਰ ਵੀ ਆਹ ਜੀ ਕਿੰਨੇ ਦਾ ਕਰੋੜ ਦਾ ਗੇਮਾਂ, ਉਹ ਕਹਿੰਦਾ ਖੂਨ ਕਾ ਬਦਲਾ ਖੂਨ। ਇਹ ਆਪਾਂ ਨਰੇਟਿਵ ਬਹੁਤ ਚੰਗੇ ਤਰੀਕੇ ਨਾਲ ਅੱਜ ਵੀ ਸੁਣਦੇ ਹਾਂ। ਜੀ ਉਹ ਜਿਹੜਾ ਖੂਨ ਸਿਨੋਨਿਮਸ ਆ ਵੀ ਅੱਛਾ ਜੀ ਹੋਇਆ ਸੀ, ਡੋਲਿਆ ਸੀ। ਫਿਰ ਇੱਕ ਆਪਾਂ ਨੇ ਹੋ ਸੁਣਦੇ ਹਾਂ, ਜੀ ਕਹਿੰਦੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜੀ ਤਕਦੀਰ ਬਦਲਦੀ ਕੌਮਾਂ ਦੀ। ਜੀ ਇਹ ਵੀ ਇੱਕ ਪ੍ਰੋਸੈਸ ਆ। ਉਹ ਹੈਗਾ ਬਈ ਮੇਰਾ ਨਹੀਂ, ਦੂਜੇ ਦਾ ਜਿਹੜਾ ਬੱਚਾ ਹੁਣ ਸ਼ਹੀਦ ਹੋਊਗਾ, ਜੀ ਫਿਰ ਸਾਡੀ ਕੌਮ ਦੀ ਤਕਦੀਰ 'ਚ ਮੈਂ ਉਹੀ ਰਹੂੰਗਾ ਬਸ, ਜੀ ਮੈਂ ਨਹੀਂ ਕੁਛ ਕਰਨਾ। ਕਿਉਂਕਿ ਕਿਸੇ ਦੇ ਭਗਤ ਸਿੰਘ ਜੰਮੂਗਾ, ਕਿਸੇ ਦੇ ਹਰਜਿੰਦਰ ਸਿੰਘ ਦੂਜੇ ਦੇ ਘਰ 'ਚ ਜੰਮੂਗਾ। ਇਸ ਦੇ ਵਿੱਚ ਕੀ ਆ, ਉਹ ਕਹਿੰਦੇ ਡੁੱਲਿਆ ਹੀ ਨਹੀਂ ਮਾਨ, ਖੂਨ ਤਾਂ ਡੁੱਲਿਆ ਹੀ ਨਹੀਂ ਮਾਨ, ਇਹ ਤਾਂ ਲੋਕਾਂ ਦੀਆਂ ਰਗਾਂ ਦੇ ਵਿੱਚ ਚੱਲਦਾ। ਜੀ ਕੀ ਕਰਦਾ, ਜਿਹੜੀ ਅਕਾਲ ਪੁਰਖ ਨੇ ਤਾਂ ਹਿਊਮਨ ਨੂੰ ਇੱਥੇ ਧਰਤੀ 'ਤੇ ਜਨਮ ਦੇ ਕੇ ਭੇਜਿਆ, ਮਾਰਨ ਦੇ ਲਈ ਨਹੀਂ, ਮਾਰਨ ਦੇ ਲਈ ਨਹੀਂ ਭੇਜਿਆ ਹੋਇਆ। ਜੀ ਮੌਤ ਤਾਂ ਅਟੱਲ ਆ। ਉਹ ਕਹਿੰਦਾ ਫਿਰ ਜੀਵਨ ਦਾਨ ਆ, ਅਕਾਲ ਪੁਰਖ ਨੂੰ ਸਿਜਦਾ ਕਰਕੇ ਇੱਕ ਸਿੱਖ ਆਪਦਾ ਬਲੱਡ ਦਿੰਦਾ। ਜੀ ਕਹਿੰਦਾ ਉਹਦੇ ਨਤੀਜੇ ਕੀ ਹੋਣਗੇ। ਯਾਨੀ ਜੇ ਖੂਨ ਨੂੰ ਇਸ ਕਰਕੇ ਚੁਣਿਆ ਗਿਆ, ਖੂਨ ਡੁੱਲਦਾ ਤੇ ਇੱਥੇ ਖੂਨ ਜਾ ਕੇ ਦੁਨੀਆ ਦੀ ਨਾੜਾਂ ਦੇ ਵਿੱਚ ਜਾਂਦਾ ਕਿਹਦੇ 'ਚ, ਚਾਹੇ ਦੁਸ਼ਮਣ ਦੇ ਕਿਉਂ ਨਾ ਲੱਗ ਜਾਏ। ਜੀ ਕਹਿੰਦਾ ਵਿਤਕਰਾ ਕੋਈ ਨਹੀਂ। ਇਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਸਿੱਖਾਂ ਦੇ ਵਿੱਚ ਸਮਝ ਬਣੀ ਆ ਜੀ ਵੀ ਨਹੀਂ, ਇਹ ਰੰਗ ਲਿਆਊਗਾ। ਜੀ ਤੁਸੀਂ ਨਹੀਂ ਦੇਖੋਗੇ, ਇਹ ਵੱਖਰੀ ਗੱਲ ਆ। ਜੀ ਹਿਊਮੈਨਿਟੀ ਜ਼ਰੂਰ ਦੇਖੂਗੀ, ਮਨੁੱਖਤਾ ਇੱਕ ਦਿਨ ਜ਼ਰੂਰ ਦੇਖੂਗੀ ਜੀ ਵੀ ਲਾਈਵਸ ਆਰ ਇੰਪੋਰਟੈਂਟ, ਲਾਈਵਸ ਆਰ ਨਾਟ ਟੂ ਬੀ ਟੇਕਨ। ਇਹਨਾਂ ਨੂੰ ਲੋਕਾਂ ਨੇ ਸਨੈਚ ਨਹੀਂ ਕਰਨਾ, ਇਹਨੂੰ ਬਚਾਉਣਾ ਹੀ ਠੀਕ ਆ। ਜੀ ਇਹ ਭਾਵਨਾ ਲੋਕਾਂ ਦੇ ਵਿੱਚ ਹੌਲੀ ਹੌਲੀ ਕਰਕੇ ਗ੍ਰੇਟਰ ਲੈਵਲ 'ਤੇ ਜਾਊਗੀ। ਜੀ ਤਾਂ ਕਰਕੇ ਚੜਿਆ ਵੀ ਜਿਹੜੀਆਂ ਅੱਜ ਮੁਹਿੰਮਾਂ ਚੱਲੀਆਂ, ਕਿਉਂਕਿ ਅਸੀਂ ਪਿਛਲੇ ਦਿਨੀ ਅਮਰੀਕਾ 'ਚ ਦੇਖਿਆ ਬਲੈਕ ਲਾਈਵਸ ਮੈਟਰ ਦੀਆਂ ਮੁਹਿੰਮਾਂ ਚੱਲੀਆਂ, ਫਿਰ ਉਸ ਤੋਂ ਬਾਅਦ ਹੋਰ ਕਈ ਤਰ੍ਹਾਂ ਦੀਆਂ ਪੱਖਪਾਤ ਪੂਰੇ ਮੇਰੇ ਖਿਆਲ ਨਾਲ ਮੁਲਕਾਂ ਦੇ ਵਿੱਚ ਫਿਰ ਉਹ ਮੁਹਿੰਮਾਂ ਚੱਲੀਆਂ, ਖਾਸ ਕਰਕੇ ਪੱਛਮੀ ਮੁਲਕਾਂ ਦੇ ਵਿੱਚ। ਲੱਗਦਾ ਕਿ 500 ਸਾਲ ਪਹਿਲਾਂ ਹੀ ਇਹ ਸੰਕਲਪ ਮਿਲ ਗਿਆ ਸੀਗਾ ਕਿ ਹਰੇਕ ਜਿਹੜੀ ਐਵਰੀ ਲਾਈਫ ਮੈਟਰ ਦੀ, ਅਤੇ ਉਹਦੇ ਵਿੱਚ ਕੋਈ ਰੰਗ ਭੇਦ ਨਸਲ ਕੁਛ ਨਹੀਂ ਦੇਖਿਆ ਗਿਆ। ਬਿਲਕੁਲ ਤੁਸੀਂ ਐਂ ਸਹੀ ਕਿਹਾ। ਚਾਰਟਰ ਆਫ ਰਾਈਟਸ ਪੜ੍ਹ ਲਓ ਕੈਨੇਡਾ ਦਾ, ਜਦੋਂ ਦੇਖੋਗੇ ਤੁਹਾਨੂੰ ਐਂ ਲੱਗਦਾ ਵੀ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਦੱਸਿਆ ਹੋਣਾ। ਜੀ ਇਹੀ ਕਹਿ ਰਹੇ ਆ, ਉਹ ਕਹਿੰਦਾ ਮੈਂ ਇਹ ਨਾ ਵਿਤਕਰਾ ਨਹੀਂ, ਕਹਿੰਦੇ ਵਿਤਕਰਾ ਨਹੀਂ ਕਰਨਾ ਹੈਗਾ। ਜੀ ਨਾਲੇ ਵਿਭਿੰਨਤਾ ਜਿਹੜੀ ਅੱਜ ਕਰਦੇ ਆ ਸੈਕੂਲਰਿਜ਼ਮ ਫਲਾਨਾ, ਉਹ ਕਹਿੰਦਾ ਗੁਰੂ ਪਾਤਸ਼ਾਹ ਤਾਂ ਤੈਅ ਕਰਦੇ ਆ। ਜੀ
ਉਹ ਤਾਂ ਸਾਰੇ ਬਨਸਪਤੀ ਨੂੰ ਕਾਇਨਾਤ ਦਾ ਹਵਾਲਾ ਦੇ ਕੇ ਦੱਸਦੇ ਆ। ਉਹ ਕਹਿੰਦੇ ਅਕਾਲ ਪੁਰਖ ਨੇ ਪੈਦਾ ਕੀਤੇ ਆ ਤਰ੍ਹਾਂ ਤਰ੍ਹਾਂ ਦੇ ਭਿੰਨ ਭਿੰਨ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਆਪਾਈ। ਇਹ ਗੁਰੂ ਪਾਤਸ਼ਾਹ ਸਮਝਾਉਂਦੇ ਆ। ਉਹ ਕਹਿੰਦੇ ਤੂੰ ਤਾਂ ਉਸ ਦੀ ਬਸ ਆਰਾਧਨਾ ਕਰ, ਉਸ ਅਕਾਲ ਪੁਰਖ ਦੀ ਜੀ, ਉਹਦੀ ਕਾਇਨਾਤ ਦਾ ਉਨੇ ਤਰੀਕੇ ਨਾਲ ਹੀ ਸਤਿਕਾਰ ਕਰ ਜਿਵੇਂ ਅਕਾਲ ਪੁਰਖ ਦਾ ਕਰਦਾ ਜੀ। ਇਹ ਚੀਜ਼ਾਂ ਬੜੀਆਂ ਬੁਨਿਆਦੀ ਤੌਰ ਤੇ ਆ। ਹੁਣ ਜਿਵੇਂ ਤੁਸੀਂ ਕਹਿੰਦੇ ਬੜੇ ਵਧੀਆ ਉਹ ਰੈਵੋਲੂਸ਼ਨ ਨੇ, ਲੋਕ ਕਰਦੇ ਨੇ ਜਾ ਕੇ। ਹੁਣ ਉੱਥੇ ਕਈ ਵਾਰੀ ਤੁਸੀਂ ਦੇਖਿਆ ਹੋਣਾ ਬੰਦੇ ਬਹੁਤ ਪ੍ਰੋਟੈਸਟ ਕਰਦੇ ਹੁੰਦੇ, ਜਿਹੜੀ ਚੀਜ਼ ਦੇ ਵਿੱਚ ਪ੍ਰੋਟੈਸਟ ਕਰਦੇ ਘਰੇ ਆ ਕੇ ਲਗਭਗ ਉਹੀ ਕੁਛ ਹੀ ਕਰ ਰਹੇ ਹੁੰਦੇ। ਜ਼ੁਲਮ ਦੇ ਵਿਰੁੱਧ ਗੱਲ ਕਰਦੇ ਹੁੰਦੇ, ਘਰ ਵਾਲੇ ਆ ਕੇ ਆਪਦੇ ਬੱਚੇ ਨੂੰ, ਬੀਬੀ ਨੂੰ ਵਿਚਾਰੀ, ਉਹ ਜਿਹੜੀ ਸਾਰੇ ਉਹਦੇ ਬੱਚੇ ਸਮਝਦੇ, ਉਹਦੇ ਨਾਲ ਉਹੀ ਗੱਲ ਕਰ ਦਿੰਦੇ, ਮੈਂ ਮਾਰੂ ਤੇਰੇ ਜੀ, ਕਿਉਂਕਿ ਅੰਦਰ ਭਾਵਨਾ ਨਹੀਂ ਆਈ ਹੋਈ। ਇਹ ਜਿਹੜੇ ਪ੍ਰੋਸੈਸ ਦੇ ਵਿੱਚ ਉਹ ਕਹਿੰਦੇ ਜਿਹੜੇ ਤੂੰ ਬਾਹਰ ਕਰਨਾ ਚਾਹੁੰਦਾ ਤੂੰ ਆਪਦੇ ਅੰਦਰ ਲਿਆ ਜਾ, ਜੀ, ਪਰਮਾਨੈਂਟ ਹੋਊਗਾ। ਅਦਰਵਾਈਜ਼ ਕੀ ਆ, ਮੈਂ ਟਰੰਪ ਤੋਂ ਚਾਹੁੰਦਾ ਵੀ ਤੂੰ ਐ ਨਾ ਕਰ, ਵੀ ਟਰੰਪ ਤੂੰ ਨਿਊਕਲੀਅਰ ਬੰਬ ਨਾ ਬਣਾ, ਪਰ ਮੈਂ ਆਪਦੇ ਗੁਆਂਢੀ ਦੇ ਨਾਲ ਨਿੱਤ ਲੜਦਾ ਜੀ। ਮੇਰੇ ਕੋਲ ਬੰਬ ਹੀ ਹੈ ਨਹੀਂ ਬਸ, ਬਾਕੀ ਤਾਂ ਮੈਂ ਲੜ ਰਿਹਾ ਉਹਦੇ ਨਾਲ। ਮੈਂ ਅੰਦਰ ਆਪਦੇ ਨਾਲ ਲੜ ਰਿਹਾ, ਮੈਂ ਤਾਂ ਹਰੇਕ ਭਰਾ ਭੈਣ ਦੇ ਨਾਲ ਲੜ ਰਿਹਾ। ਉਹ ਕਹਿੰਦਾ ਨਹੀਂ, ਤੂੰ ਆਪਦੀ ਸੋਚ ਬਦਲ, ਟਰੰਪ ਦੀ ਸੋਚ ਵੀ ਬਦਲ ਜੂਗਾ, ਟਰੰਪ ਦੀ ਥਾਂ ਤੇ ਕੋਈ ਹੋਰ ਆ ਜਾਣਗੇ। ਗੁਰੂ ਪਾਤਸ਼ਾਹ ਤੁਹਾਡੀ ਸੋਚ ਤੇ ਆ, ਮਨ ਤੇ ਹੀ ਆ, ਸਰੀਰ ਤੇ ਨਹੀਂ ਹੈਗੇ। ਉਹ ਤੁਹਾਨੂੰ ਕਦੇ ਵੀ ਨਹੀਂ ਕਹਿੰਦੇ ਤੂੰ ਆਪਦੇ ਸਰੀਰ ਦੀ ਐਕਸਰਸਾਈਜ਼ ਕਰਕੇ ਤੂੰ ਐਂ ਬਣ ਜਾ। ਉਹ ਜਿਹੜੀ ਆਪਾਂ ਬਹੁਤ ਬਿਲੀਅਨ ਟ੍ਰਿਲੀਅਨ ਡਾਲਰ ਦੀ ਇੰਡਸਟਰੀ ਆ, ਕੀ ਸੱਚੇ ਪਾਤਸ਼ਾਹ 1430 ਅੰਗ ਦੇ ਵਿੱਚ ਸਿਰਫ ਇਹੀ ਦੱਸਦੇ ਆ, ਮਨ, ਤੂੰ ਆਪਦਾ ਮਨ ਲੋਟ ਕਰ ਲਾ, ਫਿਰ ਤੂੰ ਦੂਜੇ ਪਾਸੇ ਤੁਰੀ। ਮਨ ਜੀਤਾ ਜਗ ਜੀਤ, ਕਹਿੰਦਾ ਜੱਗ ਜਿੱਤ ਲੇਗਾ ਤੂੰ ਮਨ ਨੂੰ ਜਿੱਤ। ਇਹ ਜਿਹੜੇ ਸਾਰੇ ਪ੍ਰੋਸੈਸ ਨੂੰ ਤੁਹਾਨੂੰ, ਤਾਂ ਹੀ ਮੈਂ ਉਦੋਂ ਵੀ ਪਹਿਲਾਂ ਆਪਾਂ ਗੱਲ ਕਰਦੇ ਵੀ ਗੁਰੂ ਮਹਾਰਾਜ ਜਿਹੜੇ ਆਪਾਂ ਨੂੰ ਤੇ ਕਿਰਪਾ ਕਰਦੇ ਆ। ਗੁਰੂ ਤੁਹਾਨੂੰ ਸਿੰਪਲ ਪੂਜਾ ਕਰਨੀ ਨਹੀਂ ਸਿਖਾਉਂਦਾ। ਜੇ ਆਪਾਂ ਥੋੜ੍ਹੇ ਜਿਹੇ ਵੱਡੇ ਦਾਇਰੇ 'ਚ ਦੇਖੀਏ ਤਾਂ ਮੈਨੂੰ ਲੱਗਦਾ ਕਿ ਜੋ ਹੁਣ ਤੱਕ ਮੈਨੂੰ ਸਮਝ ਆਇਆ ਕਿ ਇੱਕ ਸੋਚ ਹੁੰਦੀ ਇੱਕ ਨੇਸ਼ਨ ਦੀ, ਜਿਵੇਂ ਕਿ ਆਪਾਂ ਭਾਰਤ ਦੀ ਕਹਿ ਲਈਏ, ਚਿਹਰੇ ਬਦਲਦੇ ਗਏ ਪਰ ਸੋਚ ਉਹੀ ਕੰਮ ਕਰਦੀ ਹੈ। ਅਮਰੀਕਾ ਵਿੱਚ ਵੀ ਟਰੰਪ ਬੇਸ਼ੱਕ ਬਦਲ ਜੂਗਾ, ਥੋੜ੍ਹਾ ਬਹੁਤਾ ਹੋ ਜੂ, ਪਰ ਉਸ ਮੁਲਕ ਦੀ ਸੋਚ ਉਹੀ ਰਹੂਗੀ ਜੋ ਪਿਛਲੇ ਸਾਲਾਂ ਤੋਂ ਉਹ ਕਰ ਰਿਹਾ ਵਾ। ਸੋ ਉਸੇ ਤਰ੍ਹਾਂ ਹੀ ਸਾਡੀ ਵੀ ਇੱਕ, ਇਸ ਨੇਸ਼ਨ ਦੀ ਵੀ ਇੱਕ ਸੋਚ ਆ, ਪਰ ਮੈਨੂੰ ਲੱਗਦਾ ਕਿ ਉਹ ਬਹੁਤਿਆਂ ਦੀ ਪਕੜ ਵਿੱਚ ਹਾਲੇ ਉਹ ਨਹੀਂ ਆ ਰਹੀ। ਬਿਲਕੁਲ ਤੁਸੀਂ ਸਹੀ ਕਿਹਾ। ਜਿਨ੍ਹਾਂ ਦੀ ਪਕੜ 'ਚ ਆ ਸਿਰਫ ਉਹ ਉਹਨੂੰ ਰੈਪੀਟੀਸ਼ਨ ਦੇ ਵਿੱਚ ਪਾਠ ਕਰਦੇ ਆ, ਅਖੰਡ ਪਾਠ ਬਹੁਤ ਹੁੰਦੇ ਨੇ। ਗੁਰੂ ਸ਼ਬਦ ਦੀ ਜਿਹੜੀ ਵਿਚਾਰ ਹੈ, ਜਿਹੜੇ ਗੁਰੂ ਪਾਤਸ਼ਾਹ ਨੇ ਸ਼ਬਦ ਦੀ ਵਿਚਾਰ 'ਤੇ ਇੰਨਾ ਜ਼ੋਰ ਦਿੱਤਾ ਹੋਇਆ। ਐਵੇਂ ਨਹੀਂ ਕਿਹਾ ਵੀ ਤੂੰ ਬਹਿ ਜਾ ਇਕੱਲਾ, ਤੂੰ ਸ਼ਬਦ ਦੀ ਵਿਚਾਰ ਕਰ ਲਾ, ਕਲੈਕਟਿਵਲੀ। ਸਮਝ ਤੇਰੀ ਇਹ ਪੋਸੀਬਲ ਹੀ ਹੈ ਨਹੀਂ, ਤੂੰ ਇਕੱਲਾ ਬਹਿ ਗਿਆ ਤੇ ਤੂੰ ਗੁਰੂ ਨੂੰ ਸਮਝ ਗਿਆ। ਉਹ ਕਹਿੰਦੇ ਸ਼ਬਦ ਨੂੰ ਵਿਚਾਰੋ, ਤੁਸੀਂ ਕਲੈਕਟਿਵਲੀ ਵਿਚਾਰੋ, ਤੁਹਾਡੀ ਜਿਹੜੀ ਉਦੋਂ ਬਾਅਦ ਸਮਝ ਬਣੂਗੀ ਉਹ ਤੁਹਾਨੂੰ ਇੰਨਾ ਨਿਆਰਾ ਬਣੂ, ਤੁਸੀਂ ਕਿਸੇ ਕੋਲ ਦੀ ਵੀ ਨਿਕਲੋਗੇ ਤੁਹਾਨੂੰ ਲੱਗਦਾ ਵੀ ਮੇਰੇ ਕੋਲ ਦੀ ਕੁਝ ਨਹੀਂ ਗਿਆ, ਨਹੀਂ ਤਾਂ ਤੁਸੀਂ ਦੱਸਦੇ ਹੀ ਮਰ ਜਾਓਗੇ ਮੈਂ ਚੰਗਾ ਮੈਂ ਚੰਗਾ। ਉਹ ਕਹਿੰਦਾ ਨਹੀਂ, ਚੰਗਾ ਤੇਰੇ ਫਲੇਵਰ ਤੇ ਐਕਸ਼ਨਾਂ ਦੇ ਵਿੱਚੋਂ ਚੰਗਿਆਈ ਹੋਣੀ ਚਾਹੀਦੀ ਆ, ਤੇਰੇ ਦੱਸਣ 'ਚ ਨਹੀਂ ਹੋਣੀ ਚਾਹੀਦੀ। ਅੱਛਾ, ਜਦੋਂ ਤੁਸੀਂ ਇਹ ਨਾਮ ਲੈਂਦੇ ਹੋ ਸਿੱਖ ਨੇਸ਼ਨ, ਤੇ ਤੁਹਾਨੂੰ ਲੱਗਦਾ ਨਹੀਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ 2020 ਰੈਫਰੈਂਡਮ ਦਾ ਵੀ ਚੱਲ ਰਿਹਾ, ਖਾਲਿਸਤਾਨ ਦਾ 84 ਵਿੱਚ ਹੀ ਸ਼ੁਰੂ ਹੋ ਗਿਆ ਸੀ, ਉਸ ਦੇ ਨਾਮ 'ਤੇ ਬਹੁਤ ਜ਼ਿਆਦਾ ਵਾਇਲੈਂਸ ਵੀ ਹੋਈ, ਔਰ ਹਾਲੇ ਵੀ ਜਿਹੜਾ ਕਿਤੇ ਨਾ ਕਿਤੇ ਇਸ ਨਾਂ 'ਤੇ ਟਾਰਗੇਟ ਕੀਤਾ ਜਾਂਦਾ। ਜੋ ਤੁਸੀਂ ਸਿੱਖ ਨੇਸ਼ਨ, ਕਿਉਂਕਿ ਨੇਸ਼ਨ ਆਪਣੇ ਆਪ 'ਚ ਇੱਕ ਮੁਲਕ ਹੁੰਦਾ, ਜਿਵੇਂ ਕਿ ਮੰਨਿਆ ਜਾਂਦਾ ਕਿ ਨੇਸ਼ਨ ਮੁਲਕ ਹੁੰਦਾ ਹੈ, ਅਤੇ ਜਦੋਂ ਇਹ ਨਾਂ ਰੱਖਿਆ ਗਿਆ ਤੇ ਉਦੋਂ ਕਿਸੇ ਤਰੀਕੇ ਦਾ ਕੋਈ ਵਿਰੋਧ ਨਹੀਂ ਹੋਇਆ, ਜਾਂ ਇਹਨੂੰ ਕਿਸ ਤਰੀਕੇ ਨਾਲ ਵੱਖਵਾਦ ਨਾਲ ਨਹੀਂ ਜੋੜਿਆ ਗਿਆ ਵੀ ਕਿਤੇ ਇਹ ਵੱਖਵਾਦ ਦੀ ਕੋਈ ਮੁਹਿੰਮ ਤਾਂ ਨਹੀਂ ਵੀ ਇਹ ਸਿੱਖ ਨੇਸ਼ਨ ਕਹਿ ਰਿਹਾ? ਬਹੁਤ ਚੰਗੇ ਤਰੀਕੇ ਨਾਲ ਜੋੜਿਆ ਗਿਆ। ਖੈਰ ਉਹਨਾਂ ਦਾ ਜਿਹੜਾ ਮਕਸਦ ਆ, ਉਹਨਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਵੀ ਜੋੜਿਆ, ਜਿਹਨੇ ਵਿਚਾਰੇ ਨੇ ਇਹ ਪੁੱਛਿਆ ਵੀ ਲਾਸ਼ਾਂ ਕਿੱਥੇ ਨੇ, ਜਵਾਕਾਂ ਦੀਆਂ ਲਾਸ਼ਾਂ ਕਿੱਥੇ। ਉਹ ਕਹਿੰਦੇ ਨਹੀਂ, ਸਾਨੂੰ ਤੂੰ ਡੇਂਜਰਸ ਲੱਗਦਾ, ਉਹ ਖਾਲਿਸਤਾਨ ਦੀ ਝੋਲੀ 'ਚ ਪਾ ਲਓ, ਕਿਸੇ 'ਚ ਪਾ ਕੇ ਉਹਨਾਂ ਨੇ ਉਹਨੂੰ ਐਲੀਮੀਨੇਟ ਕਰ ਦੇਣਾ। ਜਿਵੇਂ ਕਿ ਸੰਜੀਵ ਭੱਟ ਨੇ ਤਾਂ ਕੋਈ ਖਾਲਿਸਤਾਨ ਨਹੀਂ ਕਿਹਾ ਹੋਇਆ, ਉਹਨੇ ਉਸ ਚੀਜ਼ ਨੂੰ ਟਾਰਗੇਟ ਆਪਣੇ ਤੋਂ ਬਹੁਤ ਚੰਗੇ ਤਰੀਕੇ ਨਾਲ, ਜੋ ਉਹਨਾਂ ਨੂੰ ਸਮਝ ਬਹੁਤ ਜ਼ਿਆਦਾ ਆਪਣੇ ਨਾਲੋਂ, ਕਿਉਂਕਿ 5000 ਸਾਲ ਦਾ ਤਜਰਬਾ, ਉਹਨਾਂ ਨੇ ਟਾਰਗੇਟ ਕੀਤਾ ਇਸ ਚੀਜ਼ ਨੂੰ। ਨਹੀਂ ਜੀ, ਨੇਸ਼ਨ ਨਹੀਂ ਚਾਹੀਦਾ, ਆਹ ਨਹੀਂ ਚਾਹੀਦਾ, ਇਹ ਹਿਊਮੈਨਿਟੀ ਦੇ ਲੈਵਲ 'ਤੇ ਚਾਹੀਦਾ, ਇਹ ਸਿੱਖਾਂ ਦੇ ਲੈਵਲ 'ਤੇ ਨਹੀਂ ਚਾਹੀਦਾ। ਹੁਣ ਸਿੱਖ ਕੌਮ ਦਾ ਸਾਨੂੰ ਕੋਈ ਦੂਜਾ ਬਦਲ ਵੀ ਨਹੀਂ ਸੀ ਦੀਂਦਾ। ਅੰਗਰੇਜ਼ੀ 'ਚ ਵੀ ਯਾਰ ਕੀ ਦੱਸਿਆ ਜਾਵੇ ਜਿਹੜੇ ਆਲੇ ਦੁਆਲੇ ਨੂੰ ਮਾਹੌਲ ਨੂੰ। ਹੁਣ ਉਹ ਸਿੱਖ ਨੇਸ਼ਨ ਹੈਗਾ ਕੀ ਹੈ, ਜੇ ਆਪਣੇ ਮਨ 'ਚ ਕੀ ਆ। ਸਪੋਜ਼ ਕਰੋ ਆਪਾਂ ਕਹੇ ਵੀ ਵਾਤਾਵਰਨ ਕਿਸੇ ਤਰੀਕੇ ਨਾਲ ਉਹਨਾਂ ਨੇ ਚੰਦ 'ਤੇ ਡਿਵੈਲਪ ਕਰ ਲਿਆ, ਆਪਣੇ ਵੀ ਉੱਥੇ ਕੁਛ ਚਲੇ ਜਾਣ, ਕੀ ਕਰਨ ਵਿਚਾਰੇ, ਕੀ ਕਹਿਣਗੇ ਆਪਣੇ ਆਪ ਨੂੰ, ਕੀ ਕਹਿਣ। ਉਹ ਕਹਿਣ ਵੀ ਹਾਂ ਯਾਰ ਸਿੱਖ ਕੌਮ ਆ, ਗੁਰੂ ਪਾਤਸ਼ਾਹ ਦੀ ਸਾਜੀ ਹੋਈ ਕੌਮ, ਇੱਥੇ ਅਸੀਂ ਉਹਦੇ 10 ਜਣੇ ਕੌਮ ਦੇ ਆ ਗਏ, ਐਂ ਹੀ ਕਹਿਣਗੇ ਨਾ।
ਹੁਣ ਸ੍ਰਿਸ਼ਟੀ ਦੇ ਉੱਤੇ ਜਿੱਥੇ ਵੀ ਆ ਜਾਂ ਆਪਣੇ ਅੱਜ ਧਰਤੀ ਦੇ ਉੱਤੇ ਸਾਰੇ 122 ਦੇਸ਼ਾਂ 'ਚ ਬੈਠੇ ਆ, ਜੀ ਉਹ ਆਪਣੇ ਆਪ ਨੂੰ ਸੋਚ, ਜਿਹੜੇ ਗੁਰੂ ਪਾਤਸ਼ਾਹ ਦੀ ਸੋਚ ਦੇ ਧਾਰਨੀ ਨੇ, ਉਹ ਸਰੀਰ ਨੇ, ਜੀ ਮਨ ਨੇ, ਜਿਨ੍ਹਾਂ ਦੇ ਅੰਦਰ ਉਹ ਧੜਕਦਾ, ਜਿਹੜਾ ਮਜਨੂਮ ਨੂੰ ਕਿਸੇ ਅਤਿਆਚਾਰ ਨਹੀਂ ਦੇਖ ਸਕਦਾ, ਭੁੱਖੇ ਨੂੰ ਜਰਦਾ ਨਹੀਂ ਹੈਗਾ, ਜੀ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਦੇ ਰਗਾਂ ਦੇ ਵਿੱਚ ਉਹ ਚੀਜ਼ ਪੈਦਾ ਕਰਤੀ। ਜੀ ਹੁਣ ਜਾ ਕੇ ਉਹ ਸਿੱਖ ਕੌਮ ਕਹਿ ਰਹੇ ਆ ਤੇ ਸਿੱਖ ਨੇਸ਼ਨ ਵੱਜ ਰਹੇ ਆ, ਫਿਰ ਉਹ ਦੂਜੇ ਨਾਲ ਜੋੜ ਲਿਆ, ਇਹਦੇ ਨਾਲ ਜੋੜ ਲਿਆ, ਕਿਉਂਕਿ ਇਸ ਕੰਪੇਨ ਦਾ ਬਿਲਕੁਲ ਮਕਸਦ ਹੈਗਾ ਸਿੱਖਾਂ ਦੇ ਵਿੱਚ ਇੱਕ ਰਿਲਾਈਜੇਸ਼ਨ ਪੈਦਾ ਕਰਨੀ ਵੀ ਤੁਸੀਂ ਕੌਣ ਆ, ਤੁਹਾਡੇ ਨਾਲ ਕੀ ਹੋਇਆ ਹੋਇਆ, ਉਹਨੂੰ ਚੰਗੇ ਤਰੀਕੇ ਨਾਲ ਸਮਝਣਾ। ਇਹ ਨਹੀਂ ਵੀ ਸਮਝ ਲਿਆ ਫਿਰ ਛੱਡਤਾ, ਫਿਰ ਇੱਕਦਮ ਸੋਚ ਲਿਆ ਨਹੀਂ ਹੁਣ ਆਪਣਾ ਘਰ ਜਿਹਾ ਹੋ ਜਾਣਾ ਚਾਹੀਦਾ। ਨਹੀਂ, ਇਹਦੇ 'ਚ ਤਾਂ ਬਹੁਤ ਵੱਡੀਆਂ ਚੀਜ਼ਾਂ ਨੇ, ਜਿਵੇਂ ਪਹਿਲਾਂ ਵੀ ਕਿਹਾ ਜੀ ਅੱਜ ਤਖਤਿਆਂ ਤੇ ਆ, ਤਖਤ ਹੋਣਗੇ ਜ਼ਰੂਰ, ਜੀ ਇਹ ਮੈਂ ਨਹੀਂ ਆ, ਇਹ ਗੁਰੂ ਪਾਤਸ਼ਾਹ ਕਹਿੰਦੇ ਆ। ਜੀ ਉਹਨਾਂ ਨੇ ਤੁਹਾਨੂੰ ਪੈਰਾਂ ਦੇ ਵਿੱਚ ਤਾਂ ਕਦੇ ਜਾ ਕੇ ਨਹੀਂ ਨਾ ਫੈਸਲੇ ਹੋਣੇ, ਮੋਦੀ ਆਪਾਂ ਨੂੰ ਕਰਨ ਦਊਗਾ ਵੀ ਗੁਰੂ ਪਾਤਸ਼ਾਹ ਕਿਵੇਂ ਕਹਿੰਦੇ ਆ, ਤਾਂ ਹੀ ਹੋਇਆ ਨਾ। ਜਾਣੀ ਜਿਹਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੇ ਕਤਲ, ਢਿੱਡਾਂ 'ਚੋਂ ਬੱਚੇ ਪੜਵਾਤੇ 2002 'ਚ, ਉਹਦੇ ਹੱਥ 'ਚ ਬਾਲਟੀ ਫੜਾਈ ਹੋਈ ਆ, ਦਰਬਾਰ ਸਾਹਿਬ 'ਚ ਲੰਗਰ ਵਰਤਾ ਰਿਹਾ, ਨਟੰਕੀ। ਇਮੈਜਿਨ ਕਰੋ ਤੁਸੀਂ। ਹਾਂ, ਲੰਗਰ ਛਕ ਸਕਦਾ ਬਿਲਕੁਲ, ਉੱਥੇ ਕੋਈ ਮਨਾਹੀ ਨਹੀਂ, ਉਹਨੂੰ ਲੰਗਰ ਕੜਛੀ ਦੇ ਕੇ। ਇਹ ਸਾਡੇ ਹਾਲਾਤ ਨੇ, ਜਾਣੀ ਇਹ ਸਾਨੂੰ ਸਮਝ ਦੀ ਜਾਂ ਕਨਫਿਊਜ਼ਨ 'ਚ ਨੇ। ਜੀ ਉਹ ਸਾਰਾ ਕੁਝ ਤੁਹਾਨੂੰ ਨਰੇਟਿਵ ਦਊਗਾ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਇੱਥੇ ਜਿਹੜਾ ਚਾਹੇ ਮਨਮੋਹਨ ਸਿੰਘ ਆਇਆ, ਚਾਹੇ ਵਾਜਪਾਈ ਆਇਆ, ਚਾਹੇ ਕੱਲ੍ਹ ਮੋਦੀ ਆਇਆ, ਜੀ ਉਹਨੇ ਆ ਕੇ ਇੱਥੋਂ ਦੇ ਪ੍ਰਧਾਨ ਮੰਤਰੀ ਨੂੰ ਦੂਜਿਆਂ ਦੱਸ ਕੇ ਜਾਣਾ, ਆਹ ਸਿੱਖ ਨੇ, ਇਹਨਾਂ ਦਾ ਧਿਆਨ ਰੱਖਿਓ। ਐ ਨਹੀਂ ਵੀ ਇਹਨਾਂ ਦਾ ਧਿਆਨ ਰੱਖਿਓ। ਜਿੰਨੇ ਕੌਂਸਲੇਟ ਜਨਰਲ ਜਿਹੜੇ ਇਹ ਤਾਂ ਗਸਟਾਫੋ ਨੇ, ਸਾਰੇ ਸੈਂਟਰ ਬਣੇ ਹੋਏ ਆ, ਜਿਹੜੇ ਆਪਦੇ ਏਜੰਟ ਛੱਡ ਕੇ ਸਾਰਾ ਕੁਝ ਲੋਕਾਂ ਦੇ ਵਿੱਚ ਖੱਲੜੀ ਪਾਉਂਦੇ ਆ, ਜੀ ਲੋਕਾਂ ਦਾ ਭਲਾ ਕਰਨ ਲਈ ਨਹੀਂ ਹੈਗੇ। ਪਰ ਅੱਜ ਜਿਹੜੀ ਇੰਪੋਰਟੈਂਟ ਕੀ ਆ, ਤੁਸੀਂ ਪਾਰਲੀਮੈਂਟ ਦੇ ਵਿੱਚ ਉਹ ਕਹਿੰਦੇ ਆ ਭਗਵਾ ਹਿੰਦੂਤਵ, ਜਿਹੜਾ ਕੀ ਆ ਟੈਰਰਿਜ਼ਮ, ਉਹਦੇ ਪ੍ਰੋਟੈਸਟ ਕਰਦੇ ਆ। ਹਿੰਦੂਜ਼ ਕੈਨ ਨੈਵਰ ਬੀ ਟੈਰਰਿਸਟ, ਦੇ ਕੈਨ ਬਰਨ ਦਾ ਥਾਊਜ਼ੈਂਡਸ ਆਫ ਪੀਪਲ ਅਲਾਈਵ, ਮਾਰ ਸਕਦੇ ਆ, ਪਰ ਕਦੇ ਅੱਤਵਾਦੀ ਨਹੀਂ ਹੋਣਗੇ। ਪਰ ਦੂਜੇ ਵਿਚਾਰੇ ਸਸਪੈਕਟਡ ਟੂ ਬੀ ਟੈਰਰਿਸਟ ਕੈਨ ਬੀ ਕਿਲਡ। ਜੀ ਉਹ ਜਿਹੜਾ ਪਾਰਟ ਆ ਨਾ ਉਹਨਾਂ ਦੀ ਸੋਚਣੀ ਦੇ ਵਿੱਚ ਆ, ਜਾਣੀ ਉਹ ਹੁਣ ਉਹਦੇ ਲਈ ਤੁਸੀਂ ਸਾਰੇ ਹਿੰਦੂਆਂ ਨੂੰ ਬਲੇਮ ਕਰਨ ਲੱਗ ਜਾਓ, ਗੁਰੂ ਸਾਹਿਬ ਅਲਾਓ ਕਰ ਦੇਣਗੇ? ਜੀ ਜਿਵੇਂ ਮੁਗਲਾਂ ਦੇ ਨਾਲ ਲੜਾਈ ਸੀ, ਮੁਸਲਮਾਨਾਂ ਦੇ ਨਾਲ ਆਪਾਂ ਨੂੰ ਨਫ਼ਰਤ ਕਰਨ ਦੇ ਦੇਣਗੇ ਗੁਰੂ ਸਾਹਿਬ? ਉਹ ਕਹਿੰਦੇ ਨਹੀਂ, ਮੈਂ ਤੈਨੂੰ ਹਾਕਮ ਜਿਹੜਾ ਕਰ ਰਿਹਾ ਉਹਦੇ ਨਾਲ ਤੈਨੂੰ ਬਿਲਕੁਲ ਉਹਦੀ ਸਮਝ ਬਣਾਉਣੀ ਪੈਣੀ ਹੈ, ਤੈਨੂੰ ਜੀ ਉਹਨੂੰ ਤੈਨੂੰ ਲਲਕਾਰਨਾ ਹੀ ਪਊਗਾ। ਪਰ ਕਾਮਨ ਜਿਹੜੇ ਲੋਕ ਨੇ ਵਿਚਾਰੇ, ਉਹਨਾਂ ਨੂੰ ਤੈਨੂੰ ਸਮਝਣਾ ਪਊਗਾ ਵੀ ਉਹ ਤਾਂ ਕਾਮਨ ਨੇ। ਕਈ ਵਾਰ ਉਹਨੂੰ ਬਰਗਲਾ ਕੇ, ਦੰਗਾਈ ਬਣਾ ਕੇ ਲੋਕਾਂ ਦੇ ਕਤਲ ਵੀ ਕਰਾ ਦਿੱਤੇ ਜਾਣਗੇ, ਜੀ ਪਰ ਉਹ ਵਿਚਾਰੇ ਕਾਤਲ ਨਹੀਂ ਹੁੰਦੇ। ਉਹਨਾਂ ਨੂੰ ਲਾ ਦਿੱਤਾ ਜਾਂਦਾ ਹੁੰਦਾ, ਉਹਨਾਂ ਨੂੰ ਡਰਾਇਆ ਜਾਂਦਾ, ਉਹਨਾਂ ਨੂੰ ਬਰਗਲਾਇਆ ਜਾਂਦਾ ਹੁੰਦਾ। ਤਾਂ ਹੀ ਕਹਿੰਦੇ ਵੀ ਆ ਜਿਹੜੇ ਸਾਰੇ ਪ੍ਰੋਸੈਸ ਨੇ, ਇਹ ਛਾਣਨੇ ਦੇ ਨੇ। ਜੀ ਇਹ ਆਪਣੇ ਅੰਦਰ ਵੀ ਛਾਣਨਾ, ਬਾਹਰ ਵੀ ਲੋਕਾਂ 'ਚ ਚੇਤਨਤਾ ਪੈਦਾ ਕਰਨੀ, ਫਿਰ ਤਾਂ ਕਿ ਤੁਸੀਂ ਆ ਟਾਇਰੈਂਟਾਂ ਦੋ, ਇਹਨਾਂ ਦੇ ਮਗਰ ਲੱਗ ਕੇ ਇਹੋ ਜਿਹੇ ਕੰਮ ਨਾ ਕਰੋ, ਤਾਂ ਕਿ ਸਾਰੀ ਜ਼ਿੰਦਗੀ ਤੁਹਾਡੇ ਮੱਥਿਆਂ ਤੇ ਕਾਤਲ ਲਿਖ ਦੇਣਗੇ। ਇਹ ਬੜੀ ਵਿਚਿੱਤਰ ਜੀ ਆ, ਜਿਹੜੀ ਸਾਰੀ ਇਹ ਟਰਾਈਆਂ ਨੇ, ਮਤਲਬ ਸਾਰੀ ਦੁਨੀਆ ਦੇ ਉੱਤੇ ਜੋ ਕੁਛ ਵੀ ਲਗਾਤਾਰ, ਜਿਵੇਂ ਤੁਸੀਂ ਬਹੁਤ ਸੋਹਣੇ ਤਰੀਕੇ ਨੇ ਕਿਹਾ ਵੀ ਹਿੰਦੁਸਤਾਨ ਇੱਕ ਚੀਜ਼ ਦੀ ਸੋਚ ਤੇ ਚੱਲਦਾ, ਜਿਹੜੇ ਉਹਦੇ ਹਾਕਮ ਨੇ। ਹੋ ਸਕਦਾ ਕੱਲ੍ਹ ਨੂੰ ਇਹ ਤਾਂ ਅਕਾਲ ਪੁਰਖ ਦੀ ਖੇਡ ਆ, ਪਤਾ ਨਹੀਂ ਉਹਦੇ ਕੱਲ੍ਹ ਨੂੰ ਹਾਕਮ ਕਿਹੜੇ ਹੋਣਗੇ। ਕਿਹੜੀ ਬੜੀ ਚੰਗੀ ਥਿੰਕਿੰਗ ਦੇ ਵੀ ਆ ਸਕਦੇ ਆ। ਨੇਪਾਲ 'ਚ ਹੋਇਆ ਹੀ ਹੋਇਆ ਨਾ, ਅਮਰੀਕਾ 'ਚ ਅੱਜ ਕੋਈ ਹੋਰ ਆ ਗਏ, ਕੱਲ੍ਹ ਨੂੰ ਹੋਰ ਆ ਜਾਣਗੇ। ਪਰ ਟਰਾਈਆਂ ਹਮੇਸ਼ਾ ਇਸ ਅਕਾਲ ਪੁਰਖ ਦੀ ਖੇਡ ਹੀ ਇਹ ਆ ਵੀ ਤੁਹਾਨੂੰ ਇੱਥੇ ਐ ਨਹੀਂ ਆ ਹੋਇਆ ਤੁਸੀਂ ਵਕੇਸ਼ਨ 'ਤੇ ਆਏ ਹੋਏ ਆ, ਉਹ ਟੈਸਟ ਆ ਤੁਹਾਡਾ। ਇੱਥੇ ਤੁਸੀਂ ਕੋਈ ਕਰਨ ਲਈ ਆਏ ਹੋਏ ਆ, ਉਹਨੇ ਦੂਜੇ ਪਾਸੇ ਇੱਕ ਨੈਗੇਟਿਵ ਖੜਾ ਕੀਤਾ, ਕਹਿੰਦਾ ਫਿਰ ਤੁਸੀਂ ਉਹਦੇ ਤੇ ਕਮੈਂਟ ਜੇ ਨਾ ਦਿਓ, ਤੁਸੀਂ ਪੋਜ਼ਿਟਿਵ ਖੜੇ ਹੋਵੋ। ਆਪਣੇ ਹਿੱਸੇ ਆ ਮੋਦੀਆਂ ਕੋਲੇ ਦੂਜਾ ਆਇਆ ਹੋਇਆ, ਤੇ ਅਕਾਲ ਪੁਰਖ ਉਹ ਕਹਿੰਦੇ ਗੁਰੂ ਸਾਹਿਬ ਕਰਮ ਹੀ ਆਪੋ ਆਪਣੀ, ਕਹਿੰਦੇ ਕਿ ਨੇੜੇ ਕਿ ਦੂਰ। ਕਹਿੰਦੇ ਲਗਾਤਾਰ ਤੁਹਾਨੂੰ ਅਕਾਲ ਪੁਰਖ ਵਾਚ ਕਰ ਰਿਹਾ, ਕਿਉਂਕਿ ਕੋਈ ਬਾਹਰ ਤਾਂ ਬੈਠਾ ਨਹੀਂ, ਅੰਦਰ ਹੀ ਆ। ਤੈਨੂੰ ਲਗਾਤਾਰ ਤੂੰ ਸੋਚ ਕੀ ਰਿਹਾ ਉਹ ਵੀ ਦੇਖ ਰਿਹਾ। ਆਪਾਂ ਨੂੰ ਗੁਰੂ ਪਾਤਸ਼ਾਹ ਸਮਝਾਉਂਦੇ ਆ,
ਸੋ ਇਹ ਆਪਣਾ ਨਿਬੇੜਾ ਇੱਥੇ ਜਾ ਕੇ ਹੁੰਦਾ ਵੀਰੇ। ਸੋ ਮੈਨੂੰ ਲੱਗਦਾ ਕਿ ਇਸ ਚਰਚਾ ਦੇ ਵਿੱਚੋਂ ਦਰਸ਼ਕਾਂ ਨੂੰ ਬਹੁਤ ਹੱਦ ਤੱਕ ਇਹ ਗੱਲ ਸਮਝ ਆ ਗਈ ਹੋਊਗੀ ਕਿ ਕਿਸ ਤਰ੍ਹਾਂ ਜਿਹੜੀ ਇਹ ਮੁਹਿੰਮ ਚੱਲ ਰਹੀ ਆ ਤੇ ਕਿਸ ਤਰ੍ਹਾਂ ਇਹਨੂੰ ਇੱਕ ਵਿਲੱਖਣ ਤਰੀਕੇ ਨਾਲ ਸਿਰਫ ਕੌਮ ਦੇ ਲੇਖੇ ਲਾ ਕੇ ਰੱਖਿਆ ਗਿਆ। ਸੋ ਮੇਰੇ ਖਿਆਲ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਚਰਚਾ ਕਰਨ ਲਈ। ਮਨਦੀਪ ਸਿੰਘ ਜੀ, ਤੁਹਾਡਾ ਰੀਅਲੀ ਮਤਲਬ ਰੂਹ ਵੱਲੋਂ ਮੈਂ ਤੁਹਾਨੂੰ ਕਹਿਣਾ, ਨਾ ਮੈਨੂੰ ਤੁਸੀਂ ਐਜ਼ ਜਰਨਲਿਸਟ ਦੇਣੇ ਆ, ਮੈਨੂੰ ਤੁਸੀਂ ਇੱਕ ਸੱਚੇ ਸੁੱਚੇ ਇੱਕ ਬਹੁਤ ਗੁਰੂ ਦੇ ਪਿਆਰੇ ਸਿੱਖ ਦੇਣੇ ਆ ਜੀ। ਇਹੀ ਇੱਕ ਸਭ ਤੋਂ ਵੱਡਾ ਗੁਣ ਆ ਜਿਹੜੇ ਤੁਹਾਡੇ ਕੋਲ ਹਲੀਮੀ, ਓਨੈਸਟੀ। ਪਰ ਮੈਂ ਹੁਣ ਜਾਤੀ ਤੌਰ ਤੇ ਤੁਹਾਡੇ ਨਾਲ ਗੱਲ ਕੀਤੀ ਹੈ, ਜਦੋਂ ਤੁਸੀਂ ਕਿ ਡੋਨਰਾਂ ਨਾਲ ਜਿਹੜੇ ਆਮ ਵਲੰਟੀਅਰ ਜਿਹੜੇ ਵਿਚਾਰੇ ਇੰਨੇ ਹਾਰਡ ਕੰਮ ਕਰਦੇ ਆ, ਉੱਥੇ ਐ ਨਾ ਦੇਖੋ ਉਹਦੇ ਸਿਰ ਤੇ ਵਾਲ ਹੈਗੇ ਕਿ ਨਹੀਂ, ਬਸ ਗੱਲ ਕਰਕੇ ਦੇਖੋ, ਗੱਲ ਮੇਰੇ ਨਾਲ ਡਿਫਰੈਂਟ ਨਹੀਂ ਹੋਣੀ ਜੀ। ਧੰਨਵਾਦ ਵੀਰ, ਬਹੁਤ ਧੰਨਵਾਦ। ਸੋ ਇਹ ਸੀ ਸਾਡੇ ਨਾਲ ਡਾਕਟਰ ਬਰਜਿੰਦਰ ਸਿੰਘ, ਜਿਨ੍ਹਾਂ ਨੇ ਬੜੇ ਵਿਸਥਾਰ ਨਾਲ ਦੱਸਿਆ ਕਿ ਅਸਲ ਦੇ ਵਿੱਚ ਜਿਹੜਾ ਲੀਡਰ ਦੀ ਜਿਹੜੀ ਅਸੀਂ ਲਗਾਤਾਰ ਇੱਕ ਘਾਟ ਮਹਿਸੂਸ ਕਰਦੇ ਹਾਂ, ਬਾਰ-ਬਾਰ ਇਹ ਜ਼ਿਕਰ ਬਹੁਤ ਵੱਡੇ ਪੱਧਰ ਤੇ ਹੁੰਦਾ, ਇੱਕ ਆਪਣੇ ਆਪ ਨੂੰ ਵਿਕਟਮ ਵੀ ਪੇਸ਼ ਕਰਦੇ ਹਾਂ ਕਿ ਸਾਡੇ ਕੋਲ ਜਿਹੜਾ ਵਾ ਮੈਨੀਫੈਸਟੋ ਵੀ ਨਹੀਂ ਤੇ ਲੀਡਰ ਵੀ ਨਹੀਂ। ਮੇਰੇ ਖਿਆਲ ਨਾਲ ਇਸ ਇੰਟਰਵਿਊ 'ਚੋਂ ਦਰਸ਼ਕਾਂ ਨੂੰ ਇਸ ਗੱਲ ਦਾ ਜਿਹੜਾ ਜਵਾਬ ਆ ਬਹੁਤ ਚੰਗੇ ਤਰੀਕੇ ਨਾਲ ਮਿਲ ਵੀ ਗਿਆ ਹੋਊਗਾ ਤੇ ਪ੍ਰੈਕਟੀਕਲੀ ਇਸ ਨੂੰ ਕਿਸ ਤਰ੍ਹਾਂ ਜਿਹੜਾ ਵਾ ਅਸੀਂ ਲਾਗੂ ਕਰ ਸਕਦੇ ਹਾਂ ਇਹਦਾ ਜਵਾਬ ਵੀ ਮਿਲਿਆ ਹੋਊਗਾ। ਸੋ ਸਿੱਖ ਨੇਸ਼ਨ ਦੀ ਜਿਹੜੀ ਮੁਹਿੰਮ ਆ ਉਹ ਇਸ ਵਾਰ ਵੀ ਸ਼ੁਰੂ ਹੋ ਚੁੱਕੀ ਆ, ਲੋਕਾਂ ਵੱਲੋਂ ਅਪਾਇੰਟਮੈਂਟ ਬੁੱਕ ਕੀਤੀਆਂ ਜਾ ਰਹੀਆਂ ਨੇ ਤੇ ਜਿਹੜੀ ਖੂਨਦਾਨ ਕਰਨ ਦੀ ਪ੍ਰਕਿਰਿਆ ਵਾ ਕੁਝ ਦਿਨਾਂ ਸ਼ੁਰੂ ਹੋ ਜਾਵੇਗੀ। ਸੋ ਕੈਨੇਡਾ ਭਰ ਤੋਂ ਲੈ ਕੇ ਹੋਰ ਵੀ ਮੁਲਕਾਂ ਵਿੱਚ ਜਿਹੜੀ ਕੰਪੇਨ ਹੈ ਫੈਲੀ ਹੋਈ ਆ, ਇਸ ਸੰਬੰਧੀ ਹੋਰ ਵੀ ਜਿਹੜੀ ਅਪਡੇਟਸ ਆ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਸੋ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।